Quick revision of human reproduction. ਤੁਹਾਨੂੰ ਪਤਾ ਹੀ ਹੈ ਜਿਹੜੇ ਹਿਊਮਨਸ ਦੇ ਸੈਕਸ਼ੁਅਲੀ ਰਿਪਰੋਡਿਊਸਿੰਗ ਐਨੀਮਲਸ ਤੇ ਐਨੀਮਲ ਪੈਰਸ ਹੁੰਦੇ ਜਿਹੜੇ ਰਿਪਰੋਡਕਟਿਵ ਇਵੈਂਟਸ ਕਿਹੜੇ ਹੁੰਦੇ ਸਭ ਤੋਂ ਪਹਿਲਾਂ ਹੁੰਦਾ ਹੈਗਾ ਫਾਰਮੇਸ਼ਨ ਆਫ ਗੈਮੀਟਸ ਠੀਕ ਆ ਹਿਊਮਨਸ ਦੇ ਵਿੱਚ ਰਿਪਰੋਡਕਟਿਵ ਇਵੈਂਟਸ ਦੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਫਾਰਮੇਸ਼ਨ ਆਫ ਗੈਮੀਟਸ ਦੈਟ ਇਜ਼ ਦ ਵੈਰੀ ਐਸੈਂਸ਼ੀਅਲ ਸਟੈਪ ਠੀਕ ਹੈ ਜੇ ਗੈਮੀਟਸ ਨਹੀਂ ਬਣਨਗੇ ਤੇ ਰਿਪਰੋਡਕਸ਼ਨ ਐਕਚੁਅਲੀ ਕਿੱਧਰੋਂ ਹੋਣੀ ਆ ਤੇ ਫਾਰਮੇਸ਼ਨ ਆਫ ਗੈਮੀਟਸ ਆਪਾਂ ਗੈਮੀਟੋਜੈਨੇਸਿਸ ਕਹਿੰਦੇ ਆ ਫਰਸਟ ਸਟੈਪ ਹੋ ਗਿਆ ਉਹਦੇ ਬਾਅਦ ਸੈਕਿੰਡ ਹੈਗਾ ਟ੍ਰਾਂਸਫਰ ਆਫ ਦ ਗੈਮੀਟ ਫਰਮ ਦ ਮੇਲ ਬੋਡੀ ਟੂ ਦ ਫੀਮੇਲ ਬੋਡੀ ਤੇ ਉਸ ਸਟੈਪ ਨੂੰ ਕਹਿੰਦੇ ਹੈਗੇ ਆਪਾਂ insemination ठीक है फिर उसके बाद होता है फ्यूजन ऑफ मेल एंड द फीमेल gamete दैट इज द थर्ड एंड वेरी एसेंशियल स्टेप ठीक है अगर फ्यूजन नहीं होगी तो फिर बच्चा किधरों बढ़ेगा ठीक है gamete तो बच्चा नहीं बढ़ने लग गया ਤੇ ਹੁਣ ਆਪਾਂ ਕਹਿੰਦੇ ਕਿ ਫਰਟੀਲਾਈਜੇਸ਼ਨ ਫਿਰ ਉਹਦੇ ਬਾਅਦ ਫਰਟੀਲਾਈਜੇਸ਼ਨ ਤੋਂ ਬਾਅਦ ਕੀ ਬਣ ਜਾਂਦਾ ਜ਼ਾਈਗੋਟ ਬਣ ਜਾਂਦਾ ਫਿਰ ਜ਼ਾਈਗੋਟ ਤਾਂ ਬਣ ਗਿਆ ਦੈਟ ਇਜ਼ ਵੈਰੀ ਗੁੱਡ ਠੀਕ ਆ ਫਿਰ ਉਹਦੇ ਬਾਅਦ ਜਿਹੜਾ ਜ਼ਾਈਗੋਟ ਫਰਦਰ ਡਿਵਾਈਡ ਕਰਦਾ ਬਾਇਓਟਿਕ ਡਿਵੀਜ਼ਨ ਕਰਦੇ ਜਿਹਨੂੰ ਕਿ ਆਪਾਂ ਕਲੀਵੇਜ ਕਹਿੰਦੇ ਆ ਫਿਰ ਕਲੀਵੇਜ ਤੋਂ ਬਾਅਦ ਇੱਕ क्या 16 to 32 ਸੈਲ ਸਟੇਜ ਹੁੰਦੀ ਹੈ ਜਿਹਨੂੰ ਕਿ ਆਪਾਂ ਬਲਾਸਟੋਸਿਸਟ ਕਹਿੰਦੇ ਆ ਠੀਕ ਆ ਬਲਾਸਟੋਸਿਸਟ ਦੀ ਫਿਰ ਅਟੈਚਮੈਂਟ ਹੁੰਦੀ ਹੈ ਯੂਟੇਰਾਈਨ ਵਾਲ ਦੇ ਨਾਲ ਠੀਕ ਹੈ ਜਿਹਨੂੰ ਕਿ ਆਪਾਂ ਫਿਰ ਫੋਰਥ ਸਟੈਪ ਕਹਿੰਦੇ ਨੇ ਦੈਟ ਇਜ਼ ਦ ਇੰਪਲਾਂਟੇਸ਼ਨ ਠੀਕ ਆ ਜੇ ਇੰਪਲਾਂਟੇਸ਼ਨ ਨਹੀਂ ਹੋਗੀ ਅਗਰ ਇੰਪਲਾਂਟੇਸ਼ਨ ਹੀ ਨਹੀਂ ਹੋਗੀ ਤਾਂ ਫਿਰ ਬੱਚਾ ਡਿਵੈਲਪ ਕਿੱਧਰੋਂ ਕਰੂਗਾ ਰਾਈਟ ਉਹਨੂੰ ਨਿਊਟ੍ਰੀਸ਼ਨ ਵਗੈਰਾ ਕਿੱਧਰ ਮਿਲੂਗਾ ਉਹ ਤਾਂ ਸਿੱਧਾ ਫਿਰ ਸਰਵਿਕਸ ਦੇ ਥਰੂ ਜ਼ਾਈਗੋਟ ਉਹ ਹੋ ਜਾਊਗਾ ਠੀਕ ਆ ਨਿਕਲ ਜਾਊਗਾ ਐम्ब्रियोनिक सर्विक्स बनाई ना ठीक है एम्ब्रियोनिक डेवलपमेंट फिर फिफ्थ स्टेप इज एम्ब्रियोनिक डेवलपमेंट फिर बच्चे के सारे लात बांग सब कुछ बनना भी जरूरी है एम्ब्रियोनिक डेवलपमेंट ऊपर ये गेस्टेशन क्या है जेस्टेशन ठीक है ਫਿਰ ਉਹਦੇ ਬਾਅਦ ਬੱਚੇ ਨੂੰ ਹੁਣ ਬਣਾ ਕੇ ਪੇਟ ਦੇ ਵਿੱਚ ਤਾਂ ਨਹੀਂ ਰੱਖ ਸਕਦੇ ਬੱਚੇ ਨੂੰ ਕੱਢਣਾ ਵੀ ਜ਼ਰੂਰੀ ਹੈ ਬੱਚੇ ਨੂੰ ਬਾਹਰ ਦੁਨੀਆ ਨੂੰ ਦਿਖਾਉਣਾ ਉਹ ਦੀਦਾਰ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਉਹਨੂੰ ਆਪਾਂ ਪਾਰਚੁਰੇਸ਼ਨ ਕਹਿ ਦਿੰਦੇ ਹਾਂ ਯੂ ਹੈਵ ਲਰਨ ਦੈਟ ਥੀਸ ਰਿਪਰੋਡਕਟਿਵ ਇਵੈਂਟਸ ਅਕਰ ਆਫਟਰ ਪਿਊਬਰਟੀ ਤੁਹਾਨੂੰ ਪਤਾ ਕਿ ਇਹ ਸਾਰੇ ਰਿਪਰੋਡਕਟਿਵ ਇਵੈਂਟਸ ਪਿਊਬਰਟੀ ਤੋਂ ਬਾਅਦ ਹੀ ਹੁੰਦੇ ਆ ਕਿਉਂਕਿ ਉਦੋਂ ਬਾਅਦ ਹੀ ਗੈਮੀਟੋਜੈਨੇਸਿਸ ਹੁੰਦੀ ਆ ਰਾਈਟ ਸ਼ੁਰੂ ਨਹੀਂ ਐਂਡ ਠੀਕ ਆ and in the sense मतलब gametogenesis the process complete ਹੁੰਦਾ ਠੀਕ ਆ in females ठीक है there are remarkable differences between the reproductive events in males and the females ठीक है ਹਾਲਾਂਕਿ ਜਿਹੜੇ reproductive events ਜਿਹੜੇ ਆ ਦੋਨਾਂ ਦੇ ਵਿੱਚ puberty ਤੋਂ ਬਾਅਦ ਹੀ ਟੇਕ ਪਲੇਸ ਕਰਦੇ ਆ ਬਟ ਮੇਲ ਤੇ ਫੀਮੇਲ ਦੇ ਵਿੱਚ ਜਿਹੜੇ reproductive events ਹੁੰਦੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸਿਸ ਨੇ ਫੋਰ ਐਗਜ਼ਾਮਪਲ ਸਪਰਮ ਫਾਰਮੇਸ਼ਨ ਜਿਹੜੀ ਆ ਉਹ ਕੀ ਹੈ ਓਲਡ ਮੈਨ ਦੇ ਵਿੱਚ ਵੀ ਕੰਟੀਨਿਊ ਰਹਿੰਦੀ ਹੈ ਬੰਦਾ ਕਿੰਨਾ ਮਰਜ਼ੀ ਬੁੜਾ ਹੋਵੇ 100 ਸਾਲ ਦਾ ਕਿਉਂ ਨਾ ਹੋਵੇ ਉਹਦੇ ਵਿੱਚ ਵੀ ਸਪਰਮ ਫਾਰਮੇਸ਼ਨ ਹੋਊਗੀ ਬਟ ਫਾਰਮੇਸ਼ਨ ਆਫ ਦ ਈਵਮ ਸੀਜ਼ਸ ਇਨ ਦ ਵਿਊਮਨ ਅਰਾਊਂਡ ਦ ਏਜ ਆਫ 50 years ਬਟ ਜਿਹੜੀ ਓਵਮ ਦੀ ਫਾਰਮੇਸ਼ਨ ਆ ਉਹ ਵਿਮਨ ਦੇ ਵਿੱਚ ਕੀ ਆ 50 years ਦੀ ਏਜ ਦੇ ਅਰਾਊਂਡ ਮਤਲਬ ਲਗਭਗ 50 ਸਾਲ ਠੀਕ ਹੈ 50 ਤੋਂ 3 ਸਾਲ ਬਾਅਦ ਘੱਟ ਕੁਝ ਵੀ ਹੋ ਸਕਦਾ ਫੀਮੇਲ ਟੂ ਫੀਮੇਲ ਵੇਰੀ ਕਰੂਗਾ ਠੀਕ ਆ ਓਵਮ ਦੀ ਫਾਰਮੇਸ਼ਨ ਉਦੋਂ ਸੀਜ਼ ਕਰ ਜਾਂਦੀ ਹੈ ਖਤਮ ਹੋ ਜਾਂਦੀ ਹੈ ਬੰਦ ਹੋ ਜਾਂਦੀ ਹੈ ਠੀਕ ਆ ਤੇ ਹੁਣ ਆਪਾਂ ਮੇਲ ਤੇ ਫੀਮੇਲ ਰਿਪਰੋਡਕਟਿਵ ਸਿਸਟਮ ਨੂੰ ਦੇਖਦੇ ਆਂਗੇ ਇਨ ਹਿਊਮਨਸ ਸਭ ਤੋਂ ਪਹਿਲਾਂ ਹੈਗਾ ਮੇਲ ਰਿਪਰੋਡਕਟਿਵ ਸਿਸਟਮ ਜਿਹੜਾ ਮੇਲ ਰਿਪਰੋਡਕਟਿਵ ਸਿਸਟਮ ਉਹ ਪੈਲਵਿਸ ਰੀਜਨ ਦੇ ਵਿੱਚ ਹੁੰਦਾ ਭਾਵੇਂ ਫੀਮੇਲ ਰਿਪਰੋਡਕਟਿਵ ਸਿਸਟਮ ਭਾਵੇਂ ਮੇਲ ਰਿਪਰੋਡਕਟਿਵ ਸਿਸਟਮ ਦੋਨੋਂ ਸਿਸਟਮ ਜਿਹੜੇ ਪੈਲਵਿਸ ਰੀਜਨ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦੇ ਆ ਪੈਲਵਿਸ ਰੀਜਨ ਮੀਨਸ ਲੋਅਰ ਐਬਡੋਮਿਨਲ ਰੀਜਨ ਠੀਕ ਆ ਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਹੁੰਦੇ ਆ ਪੇਅਰ ਆਫ ਟੈਸਟਿਸ ਦੋ ਟੈਸਟਿਸ ਹੁੰਦੇ ਆ ਠੀਕ ਆ ਤੇ ਐਕਸੈਸਰੀ ਡਕਟਸ ਹੁੰਦੇ ਆ ਗਲੈਂਡਸ ਹੁੰਦੇ ਆ ਤੇ ਐਕਸਟਰਨਲ ਚੈਰਿਟੀ ਆ ਐਕਸੈਸਰੀ ਡਕਟਸ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਡਕਟਸ ਦੇਖਣ ਮਿਲਦੇ ਆ ਰੈਟੇ ਟੈਸਟਿਸ ਵਾਸਾ ਫਰੈਂਚੀਆ ਐਪੀਡਾਈਮਸ ਵਾਸ ਡਿਫਰੈਂਸ ਥੀਸ ਆਰ ਦ ਐਕਸੈਸਰੀ ਡਕਟਸ ਇਹਨਾਂ ਦੇ ਕੰਮ ਕੀ ਦਾ ਸਟੋਰੇਜ ਦਾ ਮੈਚੂਰੇਸ਼ਨ ਦਾ ਐਂਡ ਟ੍ਰਾਂਸਫਰ ਦਾ ਠੀਕ ਹੈ ਟਰਾਂਸਪੋਰਟ ਦਾ ਵੀ ਤੁਸੀਂ ਕਹਿ ਸਕਦੇ ਹੋ ਹੈਡ ਗਲੈਂਡਸ ਆਪਾਂ ਨੂੰ ਕਿਹੜੇ ਦੇਖਣ ਮਿਲਦੇ ਆ ਦੈਟ ਇਜ਼ ਦ ਸੈਮੀਨਲ ਵੈਸਿਕਲ ਦੋ ਸੈਮੀਨਲ ਵੈਸਿਕਲ ਆਪਾਂ ਨੂੰ ਦੇਖਣ ਮਿਲਦੇ ਦੋ ਆਪਾਂ ਨੂੰ ਪ੍ਰੋਸਟੇਟ ਦੇਖਣ ਨੂੰ ਮਿਲਦੇ ਆ ਨਹੀਂ ਪ੍ਰੋਸਟੇਟ ਆਪਾਂ ਨੂੰ ਇੱਕ ਦੇਖਣ ਨੂੰ ਮਿਲਦਾ ਤੇ ਦੋ ਆਪਾਂ ਨੂੰ ਬਲਬੋ ਯੂਰੇਥਰਲ ਗਲੈਂਡਸ ਦੇਖਣ ਨੂੰ ਮਿਲਦੇ ਆ ਠੀਕ ਆ ਸੈਮੀਨਲ ਵੈਸਿਕਲ ਤੇ ਪ੍ਰੋਸਟੇਟ ਗਲੈਂਡ ਦੀ ਜਿਹੜੀ ਸਿਕ੍ਰੀਸ਼ਨ ਆ ਉਹ ਮਿਲ ਕੇ ਬਣਾਉਗੀ ਸੈਮੀਨਲ ਪਲਾਜ਼ਮਾ ਐਂਡ ਜੋ ਮੈਂ ਕੀ ਬੋਲਿਆ शायद मैं वर्बली चल बोलता सॉरी तो सुन लो सेमिनल वेसिकल ते प्रोस्टेट हाँ सेमिनल वेसिकल ते प्रोस्टेट ग्लैंड सिक्रेशन मिलके बनाऊगी सेमिनल प्लाज्मा ਠੀਕ ਆ ਜਿਹਦੇ ਵਿੱਚ ਕਿ ਫਰਕਟੋਸ ਹੁੰਦਾ ਕੈਲਸ਼ੀਅਮ ਹੁੰਦਾ ਤੇ ਇਹ ਸਭ ਕੀ ਆ ਸਪਰਮ ਦੀ ਮੋਟਿਲਿਟੀ ਦੇ ਲਈ ਐਂਡ ਨਿਊਟ੍ਰੀਸ਼ਨ ਦੇ ਲਈ ਕਾਫੀ ਜ਼ਰੂਰੀ ਆ ਤੇ ਜਿਹੜੀ ਬਲਬੋ ਯੂਰੇਥਰਲ ਗਲੈਂਡ ਦੀ ਸਿਕ੍ਰੀਸ਼ਨ ਹੁੰਦੀ ਆ ਉਹ ਕੀ ਆ ਪੈਰਿਸ ਨੂੰ ਲੁਬਰੀਕੇਟ ਕਰਦੀ ਆ ਠੀਕ ਆ ਐਂਡ ਨੈਕਸਟ ਇਜ਼ ਐਕਸਟਰਨਲ ਜੈਨੀਟੀਲੀਆ ਨੋਟ ਬਟ ਲੀਸਟ ਲਾਸਟ ਬਟ ਨੋਟ ਲੀਸਟ ਦੈਟ ਇਜ਼ ਦ ਪੈਰਿਸ ਠੀਕ ਆ ਪੈਰਿਸ ਨਹੀਂ ਹੋਗੀ ਤਾਂ ਇਨਸੈਮੀਨੇਸ਼ਨ ਕਿੱਥੋਂ ਹੋਊਗੀ तो मेल तो फीमेल तक ट्रांसफर कितना होगा कभी जो टेस्टिस ਹੁੰਦੇ ਆ ਉਹ ਕੀ ਆ ਐਬਡੋਮਿਨਲ ਕੈਵਿਟੀ ਤੋਂ ਬਾਹਰ ਇੱਕ ਪਾਊਚ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਉਸ ਪਾਊਚ ਨੂੰ ਆਪਾਂ ਕਹਿੰਦੇ ਆ ਸਕਰੋਟਮ ਜਿਹੜਾ ਸਕਰੋਟਮ ਆ
ठीक है। पहली गल तो एबडोमिनल कैविटी तो बाहर एक प्रेजेंट ਹੁੰਦਾ ਕਿਉਂਕਿ ਸਪਰਮ ਫਾਰਮੇਸ਼ਨ ਇਹਨਾਂ ਦੇ ਵਿੱਚ ਹੋਣੀ ਹੁੰਦੀ ਹੈ ਤੇ ਸਪਰਮ ਫਾਰਮੇਸ਼ਨ ਨੂੰ ਕੀ ਹੈ ਥੋੜਾ ਲੋ ਟੈਂਪਰੇਚਰ ਚਾਹੀਦਾ ਹੁੰਦਾ ਜਿਹੜਾ ਸਕ੍ਰੋਟਮ ਉਸ ਲੋ ਟੈਂਪਰੇਚਰ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦਾ ਠੀਕ ਹੈ ਟੈਸਟਿਸ ਦੇ ਅੰਦਰ ਲੋ ਟੈਂਪਰੇਚਰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦਾ ਕਿੰਨਾ ਲੋ ਟੈਂਪਰੇਚਰ 2 to 2.5 डिग्री सेल्सियस लोअर देन द नॉर्मल इंटरनल बॉडी टेंपरेचर ओके ਨੈਸੈਸਰੀ ਫੋਰ ਸਪਰਮੈਟੋਜੈਨਸਿਸ ਇਹ ਸਪਰਮੈਟੋਜੈਨਸਿਸ ਦੇ ਲਈ ਬਹੁਤ ਜ਼ਿਆਦਾ ਨੈਸੈਸਰੀ ਆ ਮੈਨੀ ਸਟੂਡੈਂਟਸ ਨੂੰ ਲੱਗਦਾ 2 to 2.5 डिग्री सेल्सियस ਟੈਂਪਰੇਚਰ ਕਰਨਾ ਹੁੰਦਾ ਨੋ 2 to 2.5 डिग्री सेल्सियस lower than the normal body temperature. Normal body temperature is 37 degrees Celsius, means around 35 degrees Celsius temperature चाहिए for the spermatogenesis. ठीक है ਅਡਲਟਸ ਦੇ ਵਿੱਚ ਹਰ ਇੱਕ ਟੈਸਟਿਸ ਕੀ ਹੁੰਦੀ ਆ ਓਵਲ ਹੁੰਦੀ ਆ ਤੇ ਉਹਦੀ ਲੈਂਥ ਹੁੰਦੀ ਹੈਗੀ 4 to 5 ਸੈਂਟੀਮੀਟਰ ਵਿਡਥ ਹੁੰਦੀ ਆ 2 to 3 ਸੈਂਟੀਮੀਟਰ ਠੀਕ ਆ ਟੈਸਟਿਸ ਜਿਹੜਾ ਆ ਉਹਨੂੰ ਕੀ ਆ ਉਹ ਕਵਰਡ ਹੁੰਦੇ ਆ ਬਾਈ ਡੈਂਸ ਕਵਰਿੰਗ ਠੀਕ ਆ ਤੇ ਹਰ ਇੱਕ ਟੈਸਟਿਸ ਦੇ ਵਿੱਚ 250 ਕੰਪਾਰਟਮੈਂਟਸ ਹੁੰਦੇ ਆ ਤੇ ਈਚ ਕੰਪਾਰਟਮੈਂਟ ਨੂੰ ਆਪਾਂ ਕੀ ਕਹਿੰਦੇ ਆਗੇ ਟੈਸਟੀਕੂਲਰ ਲੋਬਿਊਲ ਕਹਿੰਦੇ ਆ ਈਚ ਕੰਪਾਰਟਮੈਂਟ ਇਜ਼ ਕਾਲਡ ਐਜ਼ ਦ ਟੈਸਟੀਕੂਲਰ ਲੋਬਿਊਲ ਤੇ ਹਰੇਕ ਲੋਬਿਊਲ ਦੇ ਵਿੱਚ ਹਰੇਕ ਟੈਸਟੀਕੂਲਰ ਲੋਬਿਊਲ ਦੇ ਵਿੱਚ 1 2 3 ਹਾਈਲੀ ਕੋਇਲਡ ਸਟਰਕਚਰਸ ਪ੍ਰੈਜ਼ੈਂਟ ਹੁੰਦੇ ਆ ਜਿਹਨਾਂ ਨੂੰ ਕਿ ਆਪਾਂ ਸੈਮਨੀਫੈਰਸ ਟਿਊਬਿਊਲਸ ਕਹਿੰਦੇ ਆ ਤੇ ਸੈਮਨੀਫੈਰਸ ਟਿਊਬਿਊਲ ਇਜ਼ ਅ ਸਟਰਕਚਰ ਜਿਹਦੇ ਵਿੱਚ ਸਪਰਮ ਪ੍ਰੋਡਿਊਸ ਹੁੰਦੇ ਆ ਠੀਕ ਆ ਹਰੇਕ ਸੈਮਨੀਫੈਰਸ ਟਿਊਬਿਊਲ ਦੇ ਵਿੱਚ ਆਪਾਂ ਨੂੰ ਦੋ ਤਰ੍ਹਾਂ ਦੇ ਸੈਲਸ ਦੇਖਣ ਨੂੰ ਮਿਲਦੇ ਆ ਇੱਕ ਹੁੰਦੇ ਹੈਗੇ ਸਰਟੋਲੀ ਸੈਲਸ ਤੇ ਦੂਜੇ ਹੁੰਦੇ ਹੈਗੇ ਸਪਰਮੈਟੋਗੋਨੀਆ ਠੀਕ ਆ ਸਪਰਮੈਟੋਗੋਨੀਆ ਨੂੰ ਹੀ ਆਪਾਂ मेल germ cells कहते हैं ठीक है spermatogonia are immature male germ cells actually ठीक है spermatogonia ਨੂੰ male germ cells ਕਹਿੰਦੇ ਆ ਤੇ ਜਿਹੜੇ ਸਰਟੋਲੀ ਸੈਲਸ ਹੁੰਦੇ ਆ ਉਹਨਾਂ ਦਾ ਕੰਮ ਕੀ ਹੁੰਦਾ ਉਹਨਾਂ ਨੂੰ ਆਪਾਂ ਨਰਸ ਸੈਲ ਵੀ ਕਹਿੰਦੇ ਆ ਠੀਕ ਹੈ ਨਰਸ ਦਾ ਕੰਮ ਕੀ ਹੁੰਦਾ ਨਿਊਟ੍ਰੀਸ਼ਨ ਨਰਿਸ਼ਮੈਂਟ ਪ੍ਰੋਵਾਈਡ ਕਰਨਾ to the spermatogonia as well as the spermatozoa ਠੀਕ ਹੈ ਤੇ ਜਿਹੜੇ ਮੇਲ ਜਰਮ ਸੈਲਸ ਹੁੰਦੇ ਆ ਉਹ ਕੀ ਆ ਮਿਓਟਿਕ ਡਿਵੀਜ਼ਨ ਕਰਦੇ ਆ ਠੀਕ ਆ ਮੇਲ ਜਰਮ ਸੈਲਸ ਮਿਓਟਿਕਲੀ ਡਿਵਾਈਡ ਕਰਦੇ ਆ ਤੇ ਫਾਈਨਲੀ ਉਹਨਾਂ ਦਾ ਐਡ ਪ੍ਰੋਡਕਟ ਮਿਓਟਿਕ ਡਿਵੀਜ਼ਨ ਤੋਂ ਬਾਅਦ ਐਡ ਪ੍ਰੋਡਕਟ ਬਣਾਉਂਦੇ ਆ ਸਪਰਮ ਠੀਕ ਆ ਤੇ ਜਿਹੜੇ ਸਰਟੋਲੀ ਸੈਲ ਹੈ ਉਹ ਕੀ ਆ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਆ ਟੂ ਦਾ ਜਰਮ ਸੈਲ ਨੂੰ ਵੀ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਸਰਟੋਲੀ ਸੈਲ ਤੇ ਜਦੋਂ ਸਪਰਮੈਟੋਜ਼ੋਆ ਇੱਕ ਵਾਰੀ ਬਣ ਜਾਂਦਾ ਹੈਗਾ ਤਾਂ ਉਹ ਸਪਰਮੈਟੋਜ਼ੋਆ ਨੂੰ ਵੀ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਆ ਉਹਨੂੰ ਕੀ ਵਿਗਰਸ ਬਣਾਉਣ ਦੇ ਲਈ ਠੀਕ ਆ ਉਹਨੂੰ ਕਾਫੀ ਤਾਕਤਵਰ ਬਣਾਉਣ ਦੇ ਲਈ ਤਾਂ ਕਰਕੇ ਉਹ ਆਪਦਾ ਮਿਸ਼ਨ ਕੰਪਲੀਟ ਕਰ ਸਕੇ ਮਿਸ਼ਨ ਅਕੰਪਲਿਸ਼ ਕਰ ਸਕੇ ਠੀਕ ਆ The regions outside the seminiferous tubules called the interstitial spaces ਠੀਕ ਆ ਬੜਾ ਇੱਕ ਲੋਬਿਊਲ ਸੀਗਾ ਲੋਬਿਊਲ ਦੇ ਅੰਦਰ seminiferous tubule present ਸੀ ਕੁਝ seminiferous tubule ਦੇ ਬਾਹਰ ਵੀ ਤਾਂ ਕੁਝ ਰੀਜਨ ਪ੍ਰੈਜ਼ੈਂਟ ਹੋਊਗਾ ਤੇ ਉਸ ਰੀਜਨ ਨੂੰ ਆਪਾਂ ਕਹਾਂਗੇ ਇੰਟਰਸਟੀਸ਼ੀਅਲ ਸਪੇਸ ਠੀਕ ਆ ਤੇ ਇੰਟਰਸਟੀਸ਼ੀਅਲ ਸਪੇਸ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈਗਾ ਸਮਾਲ ਬਲੱਡ ਵੈਸਲਸ ਪ੍ਰੈਜ਼ੈਂਟ ਹੁੰਦੀਆਂ ਨੇ ਤੇ ਇੰਟਰਸਟੀਸ਼ੀਅਲ ਸੈਲਸ ਪ੍ਰੈਜ਼ੈਂਟ ਹੁੰਦੇ ਇੰਟਰਸਟੀਸ਼ੀਅਲ ਸੈਲਸ ਤੋਂ ਹੋਰ ਕੀ ਕਿਹਾ ਜਾਂਦਾ ਹੈਗਾ ਲੇਡਿਕ ਸੈਲਸ ਕਿਹਾ ਜਾਂਦਾ ਤੇ ਇੱਕ ਤਾਂ ਲੇਡਿਕ ਸੈਲਸ ਹੁੰਦੇ ਆ ਬਲੱਡ ਵੈਸਲਸ ਹੁੰਦੇ ਤੇ ਇਮਿਊਨੋਪੋਟੈਂਟ ਸੈਲਸ ਵੀ ਪ੍ਰੈਜ਼ੈਂਟ ਹੁੰਦੇ ਆ B and T ਸੈਲਸ ਠੀਕ ਹੈ ਇਮਿਊਨਿਟੀ ਨੂੰ ਮੇਨਟੇਨ ਕਰਨ ਦੇ ਲਈ B and T ਸੈਲਸ ਪ੍ਰੈਜ਼ੈਂਟ ਹੁੰਦੇ ਆ ਇਨਸਾਈਡ ਦ ਇੰਟਰਸਟੀਸ਼ੀਅਲ ਸਪੇਸ ਠੀਕ ਹੈ ਐਂਡ ਆਊਟਸਾਈਡ ਦ seminiferous tubules inside the testicular lobules ਠੀਕ ਆ ਜਿਹੜੇ ਲੇਡਿਕ ਸੈਲਸ ਹੁੰਦੇ ਆ ਉਹ ਕੀ ਆ ਸਿੰਥੇਸਾਈਜ਼ ਕਰਦੇ ਨੇ ਬਣਾਉਂਦੇ ਨੇ ਤੇ ਸਿਕਰੀਟ ਕਰਦੇ ਨੇ ਕਿਹਨੂੰ ਬਣਾਉਂਦੇ ਨੇ ਤੇ ਕਿਹਨੂੰ ਸਿਕਰੀਟ ਕਰਦੇ ਨੇ ਟੈਸਟੀਕੂਲਰ ਹਾਰਮੋਨਸ ਨੂੰ ਠੀਕ ਆ ਟੈਸਟੀਕੂਲਰ ਹਾਰਮੋਨਸ ਨੂੰ ਕੀ ਕਹਿੰਦੇ ਆਪਾਂ ਐਂਡਰੋਜਨਸ ਕਹਿੰਦੇ ਆ ਤੇ ਹੋਰ ਇਮਿਊਨੋਲੋਜੀਕਲੀ ਕੰਪੀਟੈਂਟ ਸੈਲਸ ਵੀ ਪ੍ਰੈਜ਼ੈਂਟ ਹੁੰਦੇ ਨੇ ਇੰਟਰਸਟੀਸ਼ੀਅਲ ਸਪੇਸ ਦੇ ਵਿੱਚ ਮਤਲਬ ਕਿ ਇਮਿਊਨੋਪੋਟੈਂਟ ਸੈਲਸ ਦੈਟ ਇਜ਼ B and T ਸੈਲਸ ਵੀ ਪ੍ਰੈਜ਼ੈਂਟ ਹੁੰਦੇ ਨੇ ਇੰਟਰਸਟੀਸ਼ੀਅਲ ਸਪੇਸ ਦੇ ਵਿੱਚ ਸੋ ਬਿਫੋਰ ਮੂਵਿੰਗ ਫਰਦਰ ਲੈਟ ਅਸ ਸੀ ਦ ਡਾਇਗ੍ਰਾਮ ਸੋ ਸਭ ਤੋਂ ਪਹਿਲਾਂ ਯੂਰੇਟਰ ਆਇਆ ਉੱਪਰ ਕਿੰਨੇ ਤੋਂ ਯੂਰੇਟਰ ਆ ਕੇ ਹੀ ਯੂਰੀਨਰੀ ਬਲੈਡਰ ਦੇ ਵਿੱਚ ਜਿਹੜਾ ਹੈਗਾ ਓਪਨ ਹੁੰਦਾ ਹੈਗਾ ਠੀਕ ਆ ਸਭ ਤੋਂ ਪਹਿਲਾਂ ਆਪਣੇ ਕੋਲ ਇੱਥੇ ਕੀ ਆ ਇੱਕ ਸਕ੍ਰੋਟਮ ਪਾਊਚ ਪ੍ਰੈਜ਼ੈਂਟ ਆ ਠੀਕ ਆ ਜਿਹੜਾ ਕਿ ਐਬਡੋਮੀਨਲ ਕੈਵਿਟੀ ਤੋਂ ਬਾਹਰ ਪ੍ਰੈਜ਼ੈਂਟ ਆ ਜਿਹਦੇ ਵਿੱਚ ਟੈਸਟਿਸ ਪ੍ਰੈਜ਼ੈਂਟ ਆ ਤੇ ਹੈਲਪ ਕਰ ਦੇਗਾ ਟੂ ਮੇਨਟੇਨ ਦ ਲੋ ਬੋਡੀ ਟੈਂਪਰੇਚਰ ਰਿਕੁਆਇਰਡ ਫॉर द ਸਪਰਮੈਟੋਜੈਨੇਸਿਸ ਠੀਕ ਆ ਫਿਰ ਟੈਸਟਿਸ ਤੋਂ ਇੱਕ ਡਕਟ ਬਾਹਰ ਆਉਂਦੀ ਆ ਠੀਕ ਆ ਅਸੈਂਡ ਕਰਦੀ ਆ ਉੱਪਰ ਨੂੰ ਤੇ ਐਬਡੋਮੀਨਲ ਕੈਵਿਟੀ ਦੇ ਵਿੱਚ ਐਂਟਰ ਕਰਦੀ ਆ ਉਸ ਡਕਟ ਨੂੰ ਆਪਾਂ ਕੀ ਕਹਿੰਦੇ ਉਸ ਡਕਟ ਨੂੰ ਆਪਾਂ ਕਹਿੰਦੇ ਹੈਗੇ ਵਾਸ ਡੈਫਰੈਂਸ ਠੀਕ ਹੈ ਉਸ ਡਕਟ ਨੂੰ ਕਿਹਾ ਜਾਂਦਾ ਹੈਗਾ ਵਾਸ ਡੈਫਰੈਂਸ ਫਿਰ ਜਿਹੜੀ ਡਕਟ ਆ ਗਈ ਇੱਥੇ ਡਕਟ ਤੇ ਉਹਦੇ ਨਾਲ ਜਿਹੜੀ ਆ ਸੈਮੀਨਲ ਪਲਾਜ਼ਮਾ ਦੋਨੋਂ ਕੀ ਆ ਇੱਕ ਡਕਟ ਦੇ ਵਿੱਚ ਇੱਕ ਛੋਟੀ ਜਿਹੀ ਡਕਟ ਦੇ ਵਿੱਚ ਓਪਨ ਹੁੰਦੇ ਆ ਠੀਕ ਆ ਦਿਸ ਇਜ਼ ਸੈਮੀਨਲ ਵੈਸੀਕਲ ਆ ਠੀਕ ਹੈ ਸੈਮੀਨਲ ਵੈਸੀਕਲ ਕੀ ਹੈ ਗਲੈਂਡ ਆ ਜਿਹੜੀ ਕਿ ਸਿਕਰੀਸ਼ਨਸ ਅਲਕਲਾਈਨ ਸਿਕਰੀਸ਼ਨਸ ਕਰਦੀ ਆ ਤੇ ਆਪਦੀ ਅਲਕਲਾਈਨ ਸਿਕਰੀਸ਼ਨ ਨੂੰ ਇਧਰੋਂ ਤੋਂ ਸਪਰਮ ਸਾਈਕਲ ਨਹੀਂ ਠੀਕ ਹੈ ਇਧਰੋਂ ਤੋਂ ਕੱਲੇ ਸਪਰਮਸ ਆਏ ਤੇ ਕੁਛ ਨਾ ਕੁਛ ਡਕਟਸ ਵੀ ਸਿਕਰੀਸ਼ਨਸ ਕਰਦੀਆਂ ਨੇ ਠੀਕ ਹੈ ਐਪੀਡਿਡਾਈਮਸ ਵਾਸ ਡੈਫਰੈਂਸ ਇਹ ਡਕਟਸ ਵੀ ਕੁਛ ਨਾ ਕੁਛ ਸਿਕਰੀਸ਼ਨਸ ਕਰਦੀਆਂ ਨੇ ਜਿਹਦੇ ਨਾਲ ਕੀ ਆ
ਜਿਹੜੇ ਸਪਰਮਸ ਨੇ ਉਹਨਾਂ ਨੂੰ ਕੀ ਆ ਮੈਚੋਰ ਹੋਣ ਦੇ ਵਿੱਚ ਇਹ ਹੈਲਪ ਕਰਦੀਆਂ ਨੇ। ਠੀਕ ਹੈ, ਮੈਂ ਕਿਹਾ ਸੀ ਨਾ ਸਟੋਰੇਜ, ਮੈਚੋਰੇਸ਼ਨ ਤੇ ਟ੍ਰਾਂਸਫਰ। ਠੀਕ ਹੈ, ਇਹ ਤਿੰਨ ਕਾਰਜ ਨੇ ਇਹਨਾਂ ਦੇ। ਠੀਕ ਹੈ, ਸਟੋਰੇਜ ਕਿਹਦੇ ਵਿੱਚ ਹੁੰਦੀ ਹੈ, ਐਪੀਡੀਡਾਈਮਸ ਦੇ ਵਿੱਚ ਜਿਹੜੇ ਸਟੋਰ ਹੁੰਦੇ ਨੇ ਸਪਰਮਸ। ਫਿਰ ਤੇ ਇਹਨਾਂ ਦੀਆਂ ਸਿਕ੍ਰੀਸ਼ਨਸ ਐਪੀਡੀਡਾਈਮਸ ਤੇ ਵਾਸ ਡਿਫਰੈਂਸ਼ੀਅਲ ਸਿਕ੍ਰੀਸ਼ਨ ਜਿਹੜੇ ਆ ਮੈਚੋਰ ਹੋਣ ਦੇ ਵਿੱਚ, ਮੈਚੋਰ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ। ਤਾਂ ਇਧਰੋਂ ਸਪਰਮਸ ਆਈ ਪਲੱਸ ਇਧਰੋਂ ਸੈਮੀਨਲ ਵੈਸਿਕਲ ਦੀ ਸਿਕ੍ਰੀਸ਼ਨ, ਐਲਕਲਾਈਨ ਸਿਕ੍ਰੀਸ਼ਨ, ਤਾਂ ਦੋਨੋਂ ਮਿਲ ਕੇ ਕੀ ਹੈ ਸੈਮੀਨਲ ਪਲਾਜ਼ਮਾ ਬਣਾਇਆ ਇਹਨਾਂ ਨੇ। ਠੀਕ ਆ, ਸੌਰੀ ਸੀਮਨ ਬਣਾਇਆ, ਹਜੇ ਸੀਮਨ ਪੂਰਾ ਨਹੀਂ ਬਣਿਆ, ਕੁਝ ਨਾ ਕੁਝ ਪਾਰਟ ਇਹਨਾਂ ਨੇ ਕਨਸਟੀਟਿਊਟ ਕੀਤਾ ਸੀਮਨ ਦਾ। ਤੇ ਇਹ ਕੀ ਹੈ, ਇਜੈਕੂਲੇਟਰੀ ਡਕਟ ਇੱਕ ਕਾਮਨ ਡਕਟ ਦੇ ਵਿੱਚ ਉਹਨੂੰ ਜਾ ਕੇ ਖੁੱਲ ਗਈ। ਠੀਕ ਆ, ਫਿਰ ਇਜੈਕੂਲੇਟਰੀ ਡਕਟ ਅੱਗੇ ਜਾ ਕੇ ਯੂਰੇਟਰ ਨਾਲ ਮਿਲ ਗਈ। ਤਾਂ ਯੂਰੇਟਰ ਜਿਹੜਾ ਹੈਗਾ, ਸੌਰੀ ਯੂਰੇਥਰਾ ਦੇ ਨਾਲ ਮਿਲ ਗਈ। ਜਿਹੜਾ ਯੂਰੇਥਰਾ ਹੈਗਾ ਮੇਲ ਦੇ ਵਿੱਚ, ਉਹੀ ਕੀ ਆ ਯੂਰੀਨ ਵੀ ਕੈਰੀ ਕਰਦੇ। ਦੇਖੋ ਆਹ ਯੂਰੀਨਰੀ ਵਾਇਰਸ ਇੱਥੋਂ ਹੀ ਆਹ ਯੂਰੇਥਰਾ ਆ। ਠੀਕ ਹੈ, ਤੇ ਅੱਗੋਂ ਉਹੀ ਡਕਟ ਦੇ ਵਿੱਚ ਕੀ ਆ ejaculatory duct ਖੁੱਲੀ ਆ ਗਈ। that means there is only one passage for the urine as well as the semen for in the males। ਠੀਕ ਆ, ਸਿਰਫ ਸਿੰਗਲ ਪੈਸੇਜ ਨਹੀਂ ਹੁੰਦਾ ਮੇਲਸ ਦੇ ਵਿੱਚ ਸੀਮਨ ਤੇ ਯੂਰੀਨ ਦੇ ਲਈ। ਠੀਕ ਆ, ਫਿਰ ਉਹਦੇ ਬਾਅਦ ਆ ਕੇ ਇੱਥੇ ਪ੍ਰੋਸਟੇਟ ਗਲੈਂਡ ਆ। ਪ੍ਰੋਸਟੇਟ ਗਲੈਂਡ ਜਿਹੜੀ ਆ ਗਈ ਉਹ ਵੀ ਆਪਦੀਆਂ ਸਿਕ੍ਰੀਸ਼ਨਸ ਐਡ ਕਰੂਗੀ। ਪ੍ਰੋਸਟੇਟ ਗਲੈਂਡ ਦੀ ਸਿਕ੍ਰੀਸ਼ਨ ਹੁੰਦੀ ਹੈ ਐਸਿਡਿਕ। ਠੀਕ ਹੈ, ਪ੍ਰੋਸਟੇਟ ਗਲੈਂਡ ਦੀ ਸਿਕ੍ਰੀਸ਼ਨ ਐਸਿਡਿਕ ਹੁੰਦੀ ਹੈ, ਉਹਨੇ ਸਿਕ੍ਰੀਸ਼ਨਸ ਐਡ ਕਰੀਆਂ। ਫਿਰ ਅੱਗੇ ਇੱਥੋਂ ਫਿਰ ਇਹਦੀ ਸਿਕ੍ਰੀਸ਼ਨ ਲੈ ਕੇ ਇੱਥੇ ਗਿਆ। ਇੱਥੇ ਆਪਣੇ ਕੋਲ ਆਪਾਂ ਨੂੰ ਛੋਟੀ ਜਿਹੀ ਦੇਖਣ ਨੂੰ ਮਿਲਦੀ ਹੈ ਕਿ ਬਲਬੋ ਯੂਰੇਥਰਲ ਗਲੈਂਡ, ਜਿਹਨੂੰ ਕਿ ਕੋਪਰਸ ਗਲੈਂਡ ਵੀ ਕਿਹਾ ਜਾਂਦਾ, COWPER। ਠੀਕ ਹੈ, ਕੋਪਰਸ ਗਲੈਂਡ ਵੀ ਕਿਹਾ ਜਾਂਦਾ ਹੈਗਾ। ਤੇ ਹੁਣ ਸਾਰਿਆਂ ਦੀ ਸਿਕ੍ਰੀਸ਼ਨਸ ਲੈ ਕੇ ਫਿਰ ਅੱਗੇ ਇਹ ਕੀ ਹੈ ਯੂਰੇਥਰਾ ਤੋਂ ਪਾਸ ਹੋਊਗਾ। ਜਿਹੜਾ ਬਲਬੋ ਯੂਰੇਥਰਲ ਗਲੈਂਡ ਹੈ, ਇਹਦੀ ਸਿਕ੍ਰੀਸ਼ਨ ਕੀ ਹੁੰਦੀ ਹੈ, ਇਹਦੀ ਸਿਕ੍ਰੀਸ਼ਨ ਹੁੰਦੀ ਹੈ ਐਲਕਲਾਈਨ, ਐਂਡ ਇਹਦੀ ਸਿਕ੍ਰੀਸ਼ਨ ਹੈਲਪ ਕਰਦੀ ਆ ਪੈਨਿਸ ਦੀ ਲੁਬਰੀਕੇਸ਼ਨ ਦੇ ਵਿੱਚ। ਠੀਕ ਆ, ਤੇ ਹੁਣ ਇਹਨੇ ਸਿਕ੍ਰੀਸ਼ਨ ਕੀਤੀ, ਇਹਨੇ ਵੀ ਸਿਕ੍ਰੀਸ਼ਨ ਕੀਤੀ, ਇਹਨੇ ਵੀ ਸਿਕ੍ਰੀਸ਼ਨ ਕੀਤੀ, ਇਹਨਾਂ ਸਾਰਿਆਂ ਦੀ ਸਿਕ੍ਰੀਸ਼ਨਸ ਪਲੱਸ ਦ ਸਪਰਮਸ। ਠੀਕ ਹੈ, ਤੇ ਇਹ ਸਾਰੇ ਮਿਲ ਕੇ ਕੀ ਬਣਾਉਂਦੇ ਨੇ, ਸੀਮਨ ਬਣਾਉਂਦੇ ਨੇ, ਜਿਹੜਾ ਕਿ ਸੀਮਨ ਇਜ਼ ਦੈਟ ਪ੍ਰੋਡਕਟ ਜਿਹੜਾ ਕਿ ਫੀਮੇਲ ਦੀ ਬੋਡੀ ਦੇ ਵਿੱਚ ਐਂਟਰ ਹੋਊਗਾ ਡਿਊਰਿੰਗ ਦ ਇਨਸੈਮੀਨੇਸ਼ਨ ਔਰ ਡਿਊਰਿੰਗ ਦ ਸੈਕਸ਼ੂਅਲ ਇੰਟਰਕੋਰਸ ਔਰ ਡਿਊਰਿੰਗ ਦ ਕੋਇਟਸ। ਠੀਕ ਆ, ਫਿਰ ਉਹਦੇ ਬਾਅਦ ਯੂਰੇਥਰਾ ਦੇ ਵਿੱਚ ਸਾਰਾ ਕੁਝ ਐਂਟਰ ਹੋ ਗਿਆ ਸੀ। ਫਿਰ ਯੂਰੇਥਰਾ ਬਾਹਰ ਤੱਕ ਲੈ ਕੇ ਜਾਊਗਾ। ਠੀਕ ਹੈ, ਤੇ ਐਂਡ ਓਪਨਿੰਗ ਜਿਹੜੀ ਹੋਗੀ ਯੂਰੇਥਰਾ ਦੀ, ਦਿਸ ਵਨ, ਇਹਨੂੰ ਆਪਾਂ ਕਹਿੰਦੇ ਹਾਂ ਯੂਰੇਥਰਲ ਮੀਟਸ। ਠੀਕ ਹੈ, ਯੂਰੇਥਰਲ ਮੀਟਸ ਕਿਹਾ ਜਾਂਦਾ ਹੈਗਾ। ਹੁਣ ਆਪਾਂ ਸਭ ਕੁਝ ਦੇਖ ਲੈਂਦੇ ਆ। ਪ੍ਰੋਸਟੇਟ ਵੀ ਹੋ ਗਿਆ, ਆਪਣੀ ਸੈਮੀਨਲ ਵੈਸਿਕਲ ਵੀ ਹੋ ਗਿਆ, ਆਪਣਾ ਬਲਬੋ ਯੂਰੇਥਰਲ ਗਲੈਂਡ ਵੀ ਹੋ ਗਿਆ, ਆਪਣਾ ਯੂਰੇਥਰਾ ਵੀ ਹੋ ਗਿਆ, ejaculated duct ਵੀ ਹੋ ਗਈ, ਦਿਸ ਵੀ ਵਾਸ ਡਿਫਰੈਂਸ ਵੀ ਹੋ ਗਿਆ, ਟੈਸਟਸ ਵੀ ਹੋ ਗਿਆ, ਸਕ੍ਰੋਟਮ ਵੀ ਹੋ ਗਿਆ। ਓਕੇ, ਹੁਣ ਆਪਾਂ ਕਿਹਦੀ ਗੱਲ ਕਰਦੇ ਹਾਂ ਕਿ ਐਕਸਟਰਨਲ ਜੈਨੀਟੀਲੀਆ ਦੀ ਗੱਲ ਕਰਦੇ ਹਾਂ। ਠੀਕ ਹੈ, ਐਕਸਟਰਨਲ ਜੈਨੀਟੀਲੀਆ ਕੀ ਹੁੰਦਾ, ਪੈਨਿਸ। ਠੀਕ ਆ, ਪੈਨਿਸ ਹੁੰਦਾ ਨਾ ਮੇਲ ਦੇ ਵਿੱਚ ਐਕਸਟਰਨਲ ਜੈਨੀਟੀਲੀਆ। ਤੇ ਜਿਹੜਾ ਪੈਨਿਸ ਆ ਉਹਦੇ ਐਂਡ ਦੇ ਉੱਪਰ ਇੱਕ ਕੀ ਹੁੰਦੀ ਆ, ਐਲਾਰਜ, ਉਹਦੀ ਐਂਡ ਜਿਹੜੀ ਆ ਪੈਨਿਸ ਦੀ ਐਂਡ ਐਲਾਰਜ ਹੁੰਦੀ ਆ। ਤੇ ਉਹੀ ਜਿਹੜੀ ਹੁੰਦੀ ਆ ਰੀਟਰੈਕਟਾਈਲ ਹੁੰਦੀ ਆ, ਵੱਡੀ ਛੋਟੀ ਹੋ ਜਾਂਦੀ ਆ। ਠੀਕ ਆ, ਤੇ ਉਹਦੇ ਐਂਡ ਦੇ ਉੱਪਰ ਗਲਾਸ ਪੈਨਿਸ ਪ੍ਰੈਜ਼ੈਂਟ ਹੁੰਦਾ। ਗਲਾਸ ਪੈਨਿਸ ਨੂੰ ਕੌਣ ਢੱਕਦਾ, ਫੋਰ ਸਕਿਨ ਢੱਕਦੀ ਆ। ਠੀਕ ਹੈ, ਗਲਾਸ ਪੈਨਿਸ ਨੂੰ ਕੌਣ ਢੱਕ ਕੇ ਰੱਖਦਾ, ਫੋਰ ਸਕਿਨ ਦੇ ਨਾਲ ਉਹ ਕਵਰਡ ਹੁੰਦੀ ਆ। So this was the male diagrammatic sectional view of male pelvis showing the reproductive system. Now ਹੁਣ ਆਪਾਂ ਇਹ ਵੀ ਦੇਖ ਲੈਂਦੇ ਹਾਂ what is the diagrammatic view of male reproductive system। ਠੀਕ ਆ, ਇੱਥੇ ਨੂੰ ਕੱਟ ਦਿੱਤਾ ਗਿਆ, ਇੱਥੇ ਟੈਸਟਿਸ ਨੂੰ ਥੋੜਾ ਕੱਟਿਆ ਗਿਆ ਹੈਗਾ ਟੂ ਸ਼ੋ ਦ ਇਨਰ ਪਾਰਟਸ। ਠੀਕ ਆ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਟੈਸਟਿਸ ਨੂੰ ਡਿਟੇਲ ਦੇ ਵਿੱਚ। ਸੋ ਟੈਸਟਿਸ ਦੇ ਵਿੱਚ ਕਾਫੀ ਸਾਰੇ ਕੰਪਾਰਟਮੈਂਟਸ ਪ੍ਰੈਜ਼ੈਂਟ ਹੁੰਦੇ ਆ। ਇੱਕ ਟੈਸਟਿਸ ਦੇ ਵਿੱਚ ਅਰਾਊਂਡ 250 ਕੰਪਾਰਟਮੈਂਟਸ ਪ੍ਰੈਜ਼ੈਂਟ ਹੁੰਦੇ ਆ, ਜਿਹਨੂੰ ਕਿ ਆਪਾਂ ਕਹਿੰਦੇ ਆ ਟੈਸਟੀਕਿਊਲਰ ਲੋਬਿਊਲਸ। ਠੀਕ ਆ, ਹਰੇਕ ਟੈਸਟੀਕਿਊਲਰ ਲੋਬਿਊਲ ਦੇ ਵਿੱਚ 1 2 3 ਹਾਈਲੀ ਕੋਇਲਡ ਸੈਪਨੀਫੈਰਸ ਟਿਊਬਿਊਲਸ ਪ੍ਰੈਜ਼ੈਂਟ ਹੁੰਦੀਆਂ ਨੇ। ਠੀਕ ਹੈ, ਸੈਪਨੀਫੈਰਸ ਟਿਊਬਿਊਲਸ ਦੇ ਅੰਦਰ ਮੇਲ ਜਰਮ ਸੈਲਸ ਤੇ ਸਰਟੋਲੀ ਸੈਲਸ ਪ੍ਰੈਜ਼ੈਂਟ ਹੁੰਦੇ ਆ। ਜਿਹੜੇ ਮੇਲ ਜਰਮ ਸੈਲਸ ਹੁੰਦੇ ਆ ਉਹ ਕੀ ਹੈ, ਸਪਰਮਸ ਐਜ਼ ਐਡ ਪ੍ਰੋਡਕਟ ਬਣਾਉਣਗੇ ਬਿਓਟਿਕ ਡਿਵੀਜ਼ਨ ਕਰਕੇ, ਤੇ ਜਿਹੜੇ ਸਰਟੋਲੀ ਸੈਲਸ ਹੁੰਦੇ ਆ ਉਹ ਮੇਲ ਜਰਮ ਸੈਲਸ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਨਗੇ। ਠੀਕ ਆ, ਕਿਉਂਕਿ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਬਣਾਉਂਦੇ ਆ ਜਿਹੜੇ ਮੇਲ ਜਰਮ ਸੈਲਸ, ਤੇ ਉਹਨਾਂ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਨਾ ਵੀ ਤਾਂ ਬਹੁਤ ਜ਼ਰੂਰੀ ਹੈਗਾ। ਸੋ ਉਹਦੇ ਬਾਅਦ ਜਿਹੜੇ ਸੈਪਨੀਫੈਰਸ ਟਿਊਬਿਊਲਸ ਨੇ ਉਹ ਕੀ ਆ, ਖੁੱਲ੍ਹਦੇ ਨੇ। ਸੈਪਨੀਫੈਰਸ ਟਿਊਬਿਊਲਸ ਖੁੱਲ੍ਹਦੇ ਨੇਗੇ ਰੇਟਡ ਟੈਸਟਿਸ ਦੇ ਵਿੱਚ। ਠੀਕ ਹੈ, ਰੇਟਡ ਟੈਸਟਿਸ ਦੇ ਵਿੱਚ ਸੈਪਨੀਫੈਰਸ ਟਿਊਬਿਊਲਸ ਖੁੱਲ੍ਹਦੇ ਨੇ। ਹੇਅਰ ਕੈਨ ਸੇ ਆਹ ਰੇਟਡ ਟੈਸਟਿਸ ਆ। ਠੀਕ ਆ, ਰੇਟਡ ਟੈਸਟਿਸ ਕੀ ਆ, ਡਕਟ ਨੇ। ਫਿਰ ਜਿਹੜੇ ਰੇਟਡ ਟੈਸਟਿਸ ਦੇ ਕਾਫੀ ਸਾਰੇ ਰੇਟਡ ਟੈਸਟਿਸ ਮਿਲ ਕੇ ਜਿਹੜੇ ਆ ਕਾਫੀ ਸਾਰੇ ਕਿਹਦੇ ਵਿੱਚ ਖੁੱਲ੍ਹਦੇ, ਵਾਸਾ ਫਰੈਂਚੀਆ ਦੇ ਵਿੱਚ। ਵਾਸਾ ਫਰੈਂਚੀਆ ਉਹ ਡਕਟ ਆ ਜਿਹੜੀ ਕਿ ਟੈਸਟਿਸ ਨੂੰ ਲੀਵ ਕਰਦੀ ਆ, ਟੈਸਟਿਸ ਤੋਂ ਬਾਹਰ ਕੌਣ ਨਿਕਲਦੀ ਆ, ਵਾਸਾ ਐਫਰੈਂਚੀਆ। ਸੋ ਆਪਾਂ ਨੂੰ ਇੱਥੇ ਵਾਸਾ ਫਰੈਂਚੀਆ ਵੀ ਦੇਖਣ ਨੂੰ ਮਿਲ ਜਾਏਗਾ। ਫਿਰ ਉਹਦੇ ਬਾਅਦ ਸਾਰੇ ਵਾਸਾ ਫਰੈਂਚੀਆ ਕਿਹਦੇ ਵਿੱਚ ਖੁੱਲ੍ਹ ਜਾਂਦੇ ਆ, ਐਪੀਡਿਡਾਈਮਸ ਦੇ ਵਿੱਚ ਸਾਰੇ ਵਾਸਾ ਫਰੈਂਚੀਆ ਓਪਨ ਹੋ ਜਾਂਦੇ ਆ। ਤੇ ਐਪੀਡਿਡਾਈਮਸ ਇਜ਼ ਦ ਪਲੇਸ ਜਿੱਥੇ ਕਿ ਜਿਹੜੇ ਸਪਰਮਸ ਨੇ ਉਹ ਸਟੋਰ ਹੁੰਦੇ ਆ। ਠੀਕ ਹੈ,
ਜਦੋਂ ਉਹਨਾਂ ਦੀ ਲੋੜ ਨਹੀਂ ਪੈਂਦੀ ਉਦੋਂ ਤੱਕ ਉਹ ਕੀ ਹੈ ਐਪੀਡਾਈਮਸ ਦੇ ਵਿੱਚ ਸਟੋਰ ਹੁੰਦੇ ਆ। ਠੀਕ ਹੈ, ਹੁਣ ਉਹ ਕੀ ਆ ਲਗਭਗ 72 ਆਵਰਸ ਤੱਕ ਸਟੋਰਡ ਰਹਿੰਦੇ ਆ ਇੱਥੇ। ਫਿਰ ਉਹਦੇ ਬਾਅਦ ਉਹ ਡੀਜਨਰੇਟ ਵੀ ਕਰ ਜਾਂਦੇ ਆ ਅਤੇ ਨਵੇਂ ਸਪਮਸ ਭਰਦੇ ਹੀ ਰਹਿੰਦੇ ਆ ਉਹ ਤਾਂ। ਠੀਕ ਆ, ਐਂਡ ਫਿਰ ਜਿਹੜਾ ਐਪੀਡਾਈਮਸ ਆ ਉਹ ਕੀ ਆ ਪੋਸਟੀਰੀਅਰ ਸਰਫੇਸ ਦੇ ਉੱਪਰ ਪ੍ਰੈਜ਼ੈਂਟ ਹੁੰਦਾ। ਟੈਸਟਿਸ ਦਾ ਇਹ ਨੀਚਾ ਜਿਹੜਾ ਤੁਸੀਂ ਤੁਹਾਨੂੰ ਸਰਫੇਸ ਨੀਚੇ ਲੱਗਦਾ ਉਹਦਾ ਐਪੈਕਸ ਹੁੰਦਾ ਅਤੇ ਜਿਹੜਾ ਤੁਹਾਨੂੰ ਉੱਪਰ ਲੱਗਦਾ ਉਹਦਾ ਬੇਸ ਹੁੰਦਾ। ਠੀਕ ਹੈ, ਤਾਂ ਪੋਸਟੀਰੀਅਰ ਸਰਫੇਸ ਤੋਂ ਜਿਹੜਾ ਐਪੀਡਾਈਮਸ ਆ ਉਹ ਕੀ ਆ ਸ਼ੁਰੂ ਹੁੰਦਾ, ਔਰੀਜੀਨੇਟ ਹੁੰਦਾ ਗਾ। ਫਿਰ ਪੋਸਟੀਰੀਅਰ ਸਰਫੇਸ ਤੋਂ ਔਰੀਜੀਨੇਟ ਹੋ ਕੇ ਅੰਟੀਰੀਅਰ ਸਰਫੇਸ ਤੱਕ ਜਾਂਦਾ। ਫਿਰ ਅੱਗੇ ਜਿਹੜਾ ਉਹ ਵਾਸ ਡਿਫਰੈਂਸ ਦੇ ਵਿੱਚ ਓਪਨ ਹੋ ਜਾਂਦਾ। ਫਿਰ ਵਾਸ ਡਿਫਰੈਂਸ ਜਿਹੜਾ ਉੱਪਰ ਅਸੈਂਡ ਕਰਕੇ ਐਬਡੋਮੀਨਲ ਕੈਵਿਟੀ ਦੇ ਵਿੱਚ ਐਂਟਰ ਕਰਕੇ ਫਿਰ ਉਹ ਕੀ ਯੂਰੀਨਰੀ ਬਲੈਡਰ ਤੋਂ ਉੱਪਰ ਲੂਪ ਕਰਕੇ ਯੂਰੀਨਰੀ ਬਲੈਡਰ ਤੋਂ ਉੱਪਰ ਲੂਪ ਕਰਕੇ ਇਜੈਕੂਲੇਟਰੀ ਡਕਟ ਦੇ ਵਿੱਚ ਓਪਨ ਹੋ ਜਾਂਦਾ ਗਾ। ਠੀਕ ਆ, ਇਜੈਕੂਲੇਟਰੀ ਡਕਟ ਦੇ ਵਿੱਚ ਵਾਸ ਰੈਫਰੈਂਸ ਤੇ ਸੈਮੀਨਲ ਵੈਸੀਕਲ ਦੋਨੋਂ ਇਕੱਠੇ ਓਪਨ ਹੁੰਦੇ ਨੇ। ਠੀਕ ਆ, ਤੇ ਜਿਹੜਾ ਵਾਸ ਰੈਫਰੈਂਸ ਹੈ ਉਹਦਾ ਜਿਹੜਾ ਡਾਇਮੀਟਰ ਹੈ ਕਾਫੀ ਵੇਰੀਏਬਲ ਆ। ਦੇਖੋ ਤੁਹਾਨੂੰ ਇੱਥੇ ਬਹੁਤ ਪਤਲਾ ਡਾਇਮੀਟਰ ਦੇਖਣ ਨੂੰ ਮਿਲਿਆ ਸਭ ਤੋਂ ਨੀਚੇ, ਫਿਰ ਉੱਪਰ ਥੋੜਾ ਮੋਟਾ ਦੇਖਣ ਨੂੰ ਮਿਲਿਆ। ਇੱਥੇ ਲਗਭਗ ਇੱਥੇ ਕੀ ਆ ਜਿੱਥੇ ਜਿਹੜਾ ਡਾਇਮੀਟਰ ਆ ਸਭ ਤੋਂ ਮੋਟਾ ਹੁੰਦਾ ਗਾ, ਸਭ ਤੋਂ ਮੋਟਾ ਡਾਇਮੀਟਰ ਹੁੰਦਾ ਗਾ ਜਿੱਥੇ ਵਾਸ ਡਿਫਰੈਂਸ ਦਾ, ਉਸ ਰੀਜਨ ਨੂੰ ਆਪਾਂ ਕਹਿੰਦੇ ਆ ਐਪੂਲਰੀ ਰੀਜਨ ਆਫ ਦ ਵਾਸ ਡਿਫਰੈਂਸ। ਠੀਕ ਹੈ, ਸੋ ਸੈਮੀਨਲ ਵੈਸੀਕਲ ਤੇ ਵਾਸ ਡਿਫਰੈਂਸ ਇਕੱਠੇ ਇੱਕੋ ਡਕਟ ਦੇ ਵਿੱਚ ਓਪਨ ਕਰਦੇ ਆ ਜਿਹਨੂੰ ਕਿ ਆਪਾਂ ਇਜੈਕੂਲੇਟਰੀ ਡਕਟ ਕਹਿੰਦੇ ਆ। ਤੇ ਇਜੈਕੂਲੇਟਰੀ ਡਕਟ ਅੱਗੇ ਜਾ ਕੇ ਕੀ ਹੈ ਯੂਰੇਥਰਾ ਦੇ ਵਿੱਚ ਓਪਨ ਹੁੰਦੀ ਹੈ। ਯੂਰੇਥਰਾ ਹੋਈ ਡਕਟ ਆ ਜਿਹੜੀ ਕਿ ਯੂਰੀਨਰੀ ਬਲੈਡਰ ਤੋਂ ਯੂਰੀਨ ਕੈਰੀ ਕਰਦੀ ਆ। ਫਿਰ ਯੂਰੇਥਰਾ ਐਕਸਟੈਂਡ ਕਰਦੀ ਆ ਥਰੂ ਆਊਟ ਦ ਪੈਰਿਸ, ਤੇ ਥਰੂ ਆਊਟ ਦ ਪੈਰਿਸ ਉਹ ਐਕਸਟੈਂਡ ਕਰਕੇ ਕੀ ਆ ਓਪਨ ਹੋ ਜਾਂਦੀ ਆ ਬਿਲਕੁਲ ਟਿਪ ਆਫ ਦ ਪੈਰਿਸ ਤੇ। ਠੀਕ ਆ, ਤੇ ਟਿਪ ਆਫ ਦ ਪੈਰਿਸ ਨੂੰ ਆਪਾਂ ਕਹਿੰਦੇ ਆ ਜਿੱਥੇ ਯੂਰੇਥਰਾ ਓਪਨ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਆ ਯੂਰੇਥਰਲ ਮੀਟਸ। ਠੀਕ ਆ, ਤੇ ਜਿਹੜਾ ਯੂਰੇਥਰਾ ਉਹ ਕੀ ਦੋਨਾਂ ਨੂੰ ਕੈਰੀ ਕਰਦਾ। ਠੀਕ ਹੈ, ਮਤਲਬ ਇੱਕੋ ਟਾਈਮ 'ਤੇ ਦੋਨਾਂ ਨੂੰ ਨਹੀਂ ਕੈਰੀ ਕਰੂਗਾ, ਜਾਂ ਤਾਂ ਇੱਕ ਟਾਈਮ 'ਤੇ ਸੀਮਨ ਹੀ ਉਹਦੇ ਵਿੱਚ ਹੋਊਗਾ ਜਾਂ ਫਿਰ ਇੱਕ ਟਾਈਮ 'ਤੇ ਉਹਦੇ ਵਿੱਚ ਯੂਰੀਨ ਹੋਊਗਾ। ਸੋ ਦੋਨਾਂ ਦੀ ਟਰਾਂਸਪੋਰਟੇਸ਼ਨ ਦੇ ਲਈ ਇੱਕੋ ਹੀ ਜਿਹੜੀ ਉਹ ਡਕਟ ਆ, ਅਤੇ ਇਸ ਕਰਕੇ ਜਿਹੜਾ ਯੂਰੇਥਰਾ ਆ ਉਹਨੂੰ ਆਪਾਂ ਯੂਰੀਨੋਜੈਨਾਈਟਲ ਡਕਟ ਵੀ ਕਹਿ ਦਿੰਦੇ ਹੈਗੇ। ਸੋ ਬਟ ਬਿਫੋਰ ਫਿਰ ਜਦੋਂ ਉਹਦੇ ਵਿੱਚ ਠੀਕ ਆ ਯੂਰੇਥਰਾ ਦੇ ਵਿੱਚ ਕੀ ਆ ਪ੍ਰੋਸਟੇਟ ਗਲੈਂਡ ਦੀਆਂ ਸਿਕ੍ਰੀਸ਼ਨਸ ਵੀ ਐਡ ਔਨ ਹੁੰਦੀਆਂ ਨੇ ਅਤੇ ਬਲਬੋ ਯੂਰੇਥਰਲ ਗਲੈਂਡ ਦੀਆਂ ਸਿਕ੍ਰੀਸ਼ਨਸ ਵੀ ਐਡ ਔਨ ਹੁੰਦੀਆਂ ਨੇ। ਫਿਰ ਯੂਰੇਥਰਾ ਐਕਸਟੈਂਡ ਕੀਤਾ। ਠੀਕ ਆ, ਅਤੇ ਬਿਲਕੁਲ ਟਿਪ ਦੇ ਉੱਪਰ ਠੀਕ ਹੈ ਬਿਲਕੁਲ ਓਪਨਿੰਗ ਜਿਹੜੀ ਆ ਠੀਕ ਆ ਓਪਨਿੰਗ ਜਿਹੜੀ ਹੁੰਦੀ ਹੈਗੀ ਯੂਰੇਥਰਾ ਦੀ, ਉਸ ਓਪਨਿੰਗ ਨੂੰ ਆਪਾਂ ਕਹਿੰਦੇ ਆ ਯੂਰੇਥਰਲ ਮੀਟਸ। ਠੀਕ ਆ, ਤੇ ਜਿਹੜਾ ਪੈਨਿਸ ਆ ਪੈਨਿਸ ਦੇ ਐਂਡ ਲਾਰਜ ਹੁੰਦੀ ਆ ਅਤੇ ਉਹਦੇ ਅੰਦਰ ਹੁੰਦੀ ਆ ਗਲਾਸ ਪੈਨਿਸ, ਅਤੇ ਬਾਹਰ ਉਹਨੂੰ ਕੀ ਆ ਕਵਰ ਕਰਦੀ ਆ ਫੋਰ ਸਕਿਨ। ਠੀਕ ਹੈ, just retractile. Now let us read it. The male sex accessory ducts include ਕਿਹੜੇ ਦੇ ਸਭ ਤੋਂ ਪਹਿਲਾਂ ਰੈਡੀਟੈਸਿਸ ਦੇ ਵਿੱਚ ਸੈਪਲੀਫੈਰਸ ਟਿਊਬਿਊਲਸ ਓਪਨ ਕੀਤੀ ਆ। ਫਿਰ ਉਹਦੇ ਬਾਅਦ ਜਿਹੜਾ ਉਹ ਵਾਸਾ ਫ੍ਰੈਂਚੀਆ ਦੇ ਵਿੱਚ ਓਪਨ ਕਰਿਆ ਰੈਡੀਟੈਸਿਸ। ਵਾਸਾ ਫ੍ਰੈਂਚੀਆ ਦੇ ਟੈਸਟਸ ਨੂੰ ਲੀਵ ਕਰਕੇ ਐਪੀਡਾਈਮਸ ਦੇ ਵਿੱਚ ਓਪਨ ਹੋ ਗਈ। ਫਿਰ ਐਪੀਡਾਈਮਸ ਜਿਹੜਾ ਅੱਗੇ ਜਾ ਕੇ ਵਾਸ ਡਿਫਰੈਂਸ ਦੇ ਵਿੱਚ ਓਪਨ ਹੋ ਗਿਆ। ਸੋ ਇਹ ਕਿਹੜੇ 4 ਮੇਲ ਸੈਕਸ ਐਕਸੈਸਰੀ ਡਕਟਸ ਸੀ। ਜਿਹੜੇ ਸੈਪਲੀਫੈਰਸ ਟਿਊਬਿਊਲਸ ਨੇ ਉਹ ਕਿਹਦੇ ਵਿੱਚ ਓਪਨ ਕਰਦੀਆਂ ਨੇ ਵਾਸਾ ਫ੍ਰੈਂਚੀਆ ਦੇ ਵਿੱਚ ਥਰੂ ਦ ਰੈਡੀਟੈਸਿਸ, ਮਤਲਬ ਰੈਡੀਟੈਸਿਸ ਦੇ ਵਿੱਚ ਓਪਨ ਕਰਕੇ ਫਿਰ ਉਹ ਕੀ ਆ ਵਾਸਾ ਫ੍ਰੈਂਚੀਆ ਦੇ ਵਿੱਚ ਉਹਦੀ ਜਿਹੜੀ ਜੋ ਵੀ ਆ ਉਹਦਾ ਚੱਲ ਜਾਂਦਾ ਹੈਗਾ। ਠੀਕ ਆ, ਜਿਹੜਾ ਵਾਸਾ ਫ੍ਰੈਂਚੀਆ ਹੈਗਾ ਉਹ ਕੀ ਆ ਟੈਸਟਿਸ ਨੂੰ ਲੀਵ ਕਰਦੇ ਆ ਅਤੇ ਓਪਨ ਕਰ ਦੇਗਾ ਐਪੀਡਾਈਮਸ ਦੇ ਵਿੱਚ। ਜਿਹੜਾ ਐਪੀਡਾਈਮਸ ਆ ਉਹ ਕਿੱਥੇ ਪ੍ਰੈਜ਼ੈਂਟ ਹੁੰਦਾ ਅਲੋਂਗ ਦਾ ਪੋਸਟੀਰੀਅਰ ਸਰਫੇਸ ਆਫ ਈਚ ਟੈਸਟਿਸ। ਠੀਕ ਆ, ਜਿਹੜਾ ਐਪੀਡਾਈਮਸ ਆ ਫਿਰ ਉਹਦੇ ਬਾਅਦ ਕੀ ਆ ਵਾਸ ਡਿਫਰੈਂਸ ਦੇ ਵਿੱਚ ਚੇਂਜ ਹੋ ਜਾਂਦਾ, ਅਤੇ ਜਿਹੜਾ ਵਾਸ ਡਿਫਰੈਂਸ ਆ ਉਹ ਕੀ ਆ ਅਸੈਂਡ ਕਰਦਾ ਫਰੋਮ ਦਾ ਸੈਕਰੋਟਮ ਟੂ ਦਾ ਐਬਡੋਮਨ। ਠੀਕ ਆ, ਮਤਲਬ ਉੱਪਰ ਨੂੰ ਜਾਂਦਾ, ਅਸੈਂਡ ਕਰਨਾ ਮੀਨਸ ਉੱਪਰ ਜਾਣਾ। ਠੀਕ ਹੈ, ਅਤੇ ਉਹਦੇ ਬਾਅਦ ਲੂਪ ਕਰ ਦੇਗਾ ਯੂਰੀਨਰੀ ਬਲੈਡਰ ਦੇ ਓਵਰ। ਠੀਕ ਹੈ, ਉੱਪਰ ਜਾ ਕੇ ਯੂਰੀਨਰੀ ਬਲੈਡਰ ਤੇ ਉੱਪਰੋਂ ਲੂਪ ਕਰਕੇ ਠੀਕ ਹੈ ਉੱਪਰ ਜਾ ਕੇ ਯੂਰੀਨਰੀ ਬਲੈਡਰ ਦੇ ਉੱਪਰੋਂ ਲੂਪ ਕਰਕੇ ਫਿਰ ਇਹ ਨੀਚੇ ਆਉਂਦਾ ਗਾ ਜਿਹੜਾ ਵਾਸ ਡਿਫਰੈਂਸ ਆ। ਠੀਕ ਆ, ਇਟ ਰਿਸੀਵਸ ਅ ਡਕਟ ਫਰੋਮ ਦ ਸੈਮੀਨਲ ਵੈਸੀਕਲ। ਠੀਕ ਹੈ, ਸੈਮੀਨਲ ਵੈਸੀਕਲ ਤੋਂ ਡਕਟ ਰਿਸੀਵ ਕਰਦਾ ਹੈਗਾ ਅਤੇ ਯੂਰੇਥਰਾ ਦੇ ਵਿੱਚ ਓਪਨ ਕਰਦਾ ਐਜ਼ ਦ ਇਜੈਕੂਲੇਟਰੀ ਡਕਟ। ਠੀਕ ਹੈ, ਵਾਸ ਡਿਫਰੈਂਸ ਅਤੇ ਜਿਹੜਾ ਸੈਮੀਨਲ ਵੈਸੀਕਲ ਆ ਵਾਸ ਡਿਫਰੈਂਸ ਅਤੇ ਸੈਮੀਨਲ ਵੈਸੀਕਲ ਜਿਹੜੇ ਆ ਦੋਨੋਂ ਕੀ ਆ ਇੱਕੋ ਡਕਟ ਦੇ ਵਿੱਚ ਓਪਨ ਕਰੇ ਕਿਹਦੇ ਵਿੱਚ ਇਜੈਕੂਲੇਟਰੀ ਡਕਟ ਦੇ ਵਿੱਚ, ਅਤੇ ਇਜੈਕੂਲੇਟਰੀ ਡਕਟ ਓਪਨ ਹੋਈ ਅੱਗੇ ਉਹਦੇ ਵਿੱਚ ਯੂਰੇਥਰਾ ਦੇ ਵਿੱਚ। ਠੀਕ ਆ, ਜਿਹੜਾ ਯੂਰੇਥਰਾ ਹੈਗਾ ਉਹ ਕਿਹਦੇ ਵਿੱਚ ਕਿੱਥੋਂ ਓਰੀਜੀਨੇਟ ਕਰਦਾ ਉਹ ਓਰੀਜੀਨੇਟ ਕਰ ਦੇਗਾ ਯੂਰੀਨਰੀ ਬਲੈਡਰ ਤੋਂ। ਠੀਕ ਆ, ਫਿਰ ਤੇ ਐਕਸਟੈਂਡ ਕਰਦਾ ਥਰੂ ਦ ਪੈਰਿਸ ਇਨਟੂ ਟੂ ਇਟਸ ਐਕਸਟਰਨਲ ਓਪਨਿੰਗ। ਐਕਸਟਰਨਲ ਓਪਨਿੰਗ ਨੂੰ ਕਹਿੰਦੇ ਆ ਯੂਰੇਥਰਾ ਦੀ ਐਕਸਟਰਨਲ ਓਪਨਿੰਗ ਨੂੰ ਆਪਾਂ ਕੀ ਕਹਿੰਦੇ ਆ ਯੂਰੇਥਰਲ ਮੀਟਸ। ਠੀਕ ਆ, ਉੱਥੇ ਲੇਬਲ ਨਹੀਂ ਕੀਤਾ ਹੋਇਆ ਬਟ ਲਿਖਿਆ ਹੋਇਆ ਇੱਥੇ। ਸੋ ਹੇਅਰ ਇਜ਼ ਦ ਸੈਕਸ਼ਨਲ ਵਿਊ ਆਫ ਲੋਬ। ਠੀਕ ਆ,
ਸੈਮਨੀਫੈਰਸ ਟਿਊਬਿਊਲ, ਡਾਇਗਰਮੈਟਿਕ ਸੈਕਸ਼ੂਅਲ ਵਿਊ। ਆ ਕੀ ਆ ਦਿਸ ਆ ਕੀ ਹੈ ਆਪਣੇ ਆ ਸੈਮਨੀਫੈਰਸ ਟਿਊਬਿਊਲਸ ਦੇ ਆ ਜਿਹੜੇ ਹੈਗੇ ਆ, ਤੇ ਉਹਦੇ ਬਾਹਰ ਜਿਹੜੀ ਆ ਸਪੇਸ ਆ, ਜਿਹੜੀ ਰੈਡਿਸ਼ ਸਪੇਸ ਆ, ਉਹ ਕੀ ਆ ਇੰਟਰਸਟੀਸ਼ੀਅਲ ਸਪੇਸ ਆ। ਸੈਮਨੀਫੈਰਸ ਟਿਊਬਿਊਲ ਦੇ ਅੰਦਰ ਆਪਾਂ ਨੂੰ ਕੀ ਦੇਖਣ ਨੂੰ ਮਿਲ ਰਿਹਾ ਹੈਗੇ, ਸਪਰਮੈਟੋਗੋਨੀਆ ਦੇਖਣ ਨੂੰ ਮਿਲ ਰਹੇ ਨੇ, ਤੇ ਆ ਕਾਫੀ ਸਪਰਮੈਟੋਜ਼ੋਆ ਦੇਖਣ ਨੂੰ ਮਿਲ ਰਹੇ ਨੇ, ਸਪਰਮਸਟੋਏ ਸਪਰਮੈਟੋਜ਼ੋਆ ਕਹਿੰਦੇ ਆ। ਤੇ ਕੁਝ ਵੱਡੇ ਵੱਡੇ ਸੈਲਸ ਦੇਖਣ ਨੂੰ ਮਿਲੇ ਜਿਹੜੇ ਕਿ ਨਰਿਸ਼ਮੈਂਟ ਦੇ ਲਈ ਰਿਸਪੌਂਸਿਬਲ ਹੁੰਦੇ ਨੇ, ਸਰਟੋਰੀ ਸੈਲਸ, ਠੀਕ ਆ। ਤੇ ਵਿਚਾਲੇ ਕੀ ਪ੍ਰੈਜ਼ੈਂਟ ਹੈ, ਇੰਟਰਸਟੀਸ਼ੀਅਲ ਸੈਲਸ ਪ੍ਰੈਜ਼ੈਂਟ ਹੈ। ਤੇ ਜਿਹੜਾ ਪੈਲਿਸ ਆ ਉਹ ਕਿਹਦਾ ਮੇਲ ਐਕਸੈਲਰ ਜੈਨੇਟੀਲੀਆ ਹੁੰਦਾ ਹੈਗਾ। ਪੈਲਿਸ ਕਾਹਦਾ ਬਣਿਆ ਹੁੰਦਾ ਹੈਗਾ, ਸਪੈਸ਼ਲ ਟਿਸ਼ੂ ਦਾ ਬਣਿਆ ਹੁੰਦਾ। ਜਿਹੜਾ ਸਪੈਸ਼ਲ ਟਿਸ਼ੂ ਆ ਉਹਦੀ ਇੱਕ ਐਬਿਲਿਟੀ ਹੁੰਦੀ ਆ, ਠੀਕ ਆ, ਇਰੈਕਸ਼ਨ ਦੀ ਐਬਿਲਿਟੀ ਹੁੰਦੀ ਆ, ਠੀਕ ਆ। ਜਿਹੜਾ ਸਪੈਸ਼ਲ ਟਿਸ਼ੂ ਆ ਉਹਦੇ ਵਿੱਚ ਕੀ ਹੁੰਦਾ ਹੈਗਾ, ਇਰੈਕਟਾਈਲ ਟਿਸ਼ੂ ਹੁੰਦਾ ਉਹਦੇ ਕੋਲ, ਜਿਹੜਾ ਕਿ ਟਾਈਟ ਹੋ ਸਕਦਾ, ਲੂਜ਼ ਹੋ ਸਕਦਾ, ਤੇ ਬਲੱਡ ਫਲੋ ਦੇ ਵਿੱਚ ਜਿਹੜਾ ਉਹ ਟਿਸ਼ੂ ਆ ਕਾਫੀ ਹੈਲਪ ਕਰਦਾ ਹੈਗਾ, ਠੀਕ ਆ। ਉਹਨਾਂ ਦਾ ਨਾਮ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ। ਤੇ ਜਿਹੜਾ ਸਪੈਸ਼ਲ ਟਿਸ਼ੂ ਕੀ ਹੈ, ਇਰੈਕਸ਼ਨ ਆਫ ਪੈਰਿਸ ਦੇ ਵਿੱਚ ਹੈਲਪ ਕਰਦਾ। ਤੇ ਇਰੈਕਸ਼ਨ ਆਫ ਪੈਰਿਸ ਦੇ ਨਾਲ ਕੀ ਹੋ ਜਾਂਦਾ, ਇਨਸੈਮੀਨੇਸ਼ਨ ਜਿਹੜੀ ਉਹ ਫੈਸਿਲੀਟੇਟ ਹੋ ਜਾਂਦੀ ਆ। ਜਿਹੜਾ ਪੈਰਿਸ ਦਾ ਐਨਲਾਰਜਡ ਐਂਡ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ, ਗਲਾਸ ਪੈਰਿਸ ਕਹਿੰਦੇ ਆ। ਉਹ ਕੀ ਆ, ਲੂਜ਼ ਫੋਲਡ ਆਫ ਸਕਿਨ ਦੇ ਨਾਲ ਕਵਰ ਹੁੰਦਾ, ਤੇ ਉਸ ਲੂਜ਼ ਫੋਲਡ ਨੂੰ ਆਪਾਂ ਕੀ ਕਹਿੰਦੇ ਆ, ਫੋਰਸਕਿਨ ਕਹਿੰਦੇ ਆ। ਮੇਲ ਐਕਸੈਸਰੀ ਗਲੈਂਡਸ ਦੇ ਵਿੱਚ ਕੀ ਆਉਂਦਾ ਹੈਗਾ, ਉਹਦੇ ਵਿੱਚ ਪੇਅਰਡ ਸੈਮਨੀਫੈਰਸ ਟਿਊਬਿਊਲ ਆਉਂਦੇ ਆ, ਇੱਕ ਪ੍ਰੋਸਟੇਟ ਆਉਂਦਾ, ਤੇ ਪੇਅਰਡ ਬਲਬੋਯੂਰੇਥਰਲ ਗਲੈਂਡ ਆਉਂਦੇ, ਮਤਲਬ ਟੋਟਲ 5 ਹੁੰਦੇ ਆ, 2 ਸੈਮਨੀਫੈਰਸ ਵੈਸਿਕਲਸ, ਠੀਕ ਹੈ, ਇੱਕ ਪ੍ਰੋਸਟੇਟ ਤੇ 2 ਬਲਬੋਯੂਰੇਥਰਲ ਗਲੈਂਡਸ। Secretion of these glands constitute the seminal plasma, which is rich in fructose, calcium, and certain enzymes, ਠੀਕ ਹੈ। ਤੇ ਇਹਨਾਂ ਸਾਰੇ ਦੇ ਸਿਕ੍ਰੀਸ਼ਨਸ ਕੀ ਬਣਾਉਂਦੇ ਨੇ, ਸੈਮੀਨਲ ਪਲਾਜ਼ਮਾ ਬਣਾਉਂਦੇ ਨੇ, ਠੀਕ ਆ। ਜਿਹੜਾ ਸੈਮੀਨਲ ਪਲਾਜ਼ਮਾ ਉਹਦੇ ਵਿੱਚ ਕੀ ਹੁੰਦਾ, ਫਰਕਟੋਜ਼ ਹੁੰਦਾ, ਫਰਕਟੋਜ਼ ਕੀ ਐਨਰਜੀ ਪ੍ਰੋਵਾਈਡ ਕਰਦੇ ਟੂ ਦ ਸਪਰਮਸ ਟੂ ਰੀਚ देयर ਏਮ, ਠੀਕ ਆ। ਤੇ ਕੈਲਸ਼ੀਅਮ ਵੀ ਹੁੰਦਾ ਇਹਦੇ ਕੋਲ, ਤੇ ਕਾਫੀ ਐਂਜ਼ਾਈਮਸ ਵੀ ਹੁੰਦੇ ਆ। ਇਹ ਐਂਜ਼ਾਈਮਸ ਕਿਹਦੇ ਵਿੱਚ ਹੈਲਪ ਕਰਦੇ ਆ, these enzymes make the semen semi liquid, ਠੀਕ ਆ। ਜਦੋਂ ਜਿਹੜਾ ਸੀਮਨ ਆ ਉਹ ਕੀ ਆ, ਮੇਲ ਬੋਡੀ ਤੋਂ ਬਾਹਰ ਆ ਜਾਂਦਾ ਤਾਂ ਉਹਨੂੰ ਕੀ ਸੈਮੀ ਲਿਕੁਇਡ ਫੋਰਮ ਦੇ ਦਿੰਦਾ ਇਹ ਐਂਜ਼ਾਈਮਸ, ਠੀਕ ਆ। ਜੇ ਸਿਕ੍ਰੀਸ਼ਨ ਜਿਹੜੇ ਹੁੰਦੇ ਬਲਬੋਯੂਰੇਥਰਲ ਗਲੈਂਡ ਦੇ, ਉਹ ਕਿਹਦੇ ਵਿੱਚ ਹੈਲਪ ਕਰਦੇ ਨੇ, ਲਿਊਬਰੀਕੇਸ਼ਨ ਆਫ ਪੈਰਿਸ ਦੇ ਵਿੱਚ ਹੈਲਪ ਕਰਦੀ ਆ। ਨੈਕਸਟ ਵੀ ਕਮ ਟੂ ਦ ਫੀਮੇਲ ਰਿਪਰੋਡਕਟਿਵ ਸਿਸਟਮ। ਫੀਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਕੀ ਹੁੰਦਾ, 2 ਓਵਰੀਜ਼ ਹੁੰਦੀਆਂ ਨੇ, 2 ਵਿਡਕਟਸ ਹੁੰਦੀਆਂ ਨੇ, ਯੂਟਰਸ ਹੁੰਦਾ, ਸਰਵਿਕਸ ਹੁੰਦਾ, ਵਜਾਈਨਾ ਹੁੰਦਾ, ਤੇ ਐਕਸਟਰਨਲ ਜੈਨੇਟੀਲੀਆ ਹੁੰਦਾ, ਜਿਹੜੇ ਕਿ ਇਸ ਹੱਦ ਤੱਕ ਹੈਗੇ ਨੇ ਪੈਲਵਿਕ ਰੀਜਨ ਦੇ ਵਿੱਚ, ਠੀਕ ਆ। ਇਹ ਸਾਰੇ ਪਾਰਟਸ ਪਲੱਸ ਦਾ ਮੈਮਰੀ ਗਲੈਂਡਸ, ਇਹ ਸਭ ਕੀ ਆ, ਸਟਰਕਚਰਲੀ ਤੇ ਫੰਕਸ਼ਨਲੀ ਇੰਟੀਗ੍ਰੇਟਡ ਹੁੰਦੇ ਨੇ, ਕਾਹਦੇ ਲਈ, ਓਵੂਲੇਸ਼ਨ, ਫਰਟੀਲਾਈਜੇਸ਼ਨ, ਪ੍ਰੈਗਨੈਂਸੀ, ਚਾਈਲਡ ਕੇਅਰ ਵਰਗੀ ਇਵੈਂਟਸ ਨੂੰ ਸਪੋਰਟ ਕਰਨ ਦੇ ਲਈ, ਠੀਕ ਆ। ਓਵਰੀਜ਼ ਜਿਹੜੇ ਆ ਉਹ ਕੀ ਆ, ਪ੍ਰਾਇਮਰੀ ਫੀਮੇਲ ਸੈਕਸ ਆਰਗਨ ਆ। ਪ੍ਰਾਇਮਰੀ ਸੈਕਸ ਆਰਗਨ ਉਹਨੂੰ ਕਿਹਾ ਜਾਂਦਾ ਜਿਹੜਾ ਕਿ ਗੈਮੀਟ ਪ੍ਰੋਡਿਊਸ ਕਰੇ ਪਲੱਸ ਹਾਰਮੋਨਸ ਪ੍ਰੋਡਿਊਸ ਕਰੇ। ਲਾਈਕ ਮੇਲ ਦੇ ਵਿੱਚ ਪ੍ਰਾਇਮਰੀ ਸੈਕਸ ਆਰਗਨ ਕੀ ਹੈਗਾ, that is testis, ਠੀਕ ਹੈ। ਉਹ ਕੀ ਆ, ਗੈਮੀਟਸ ਸਪਰਮਸ ਵੀ ਪ੍ਰੋਡਿਊਸ ਕਰਦਾ, ਪਲੱਸ ਹਾਰਮੋਨਸ, ਟੈਸਟੀਕੂਲਰ ਹਾਰਮੋਨਸ ਵੀ ਉਹ ਪ੍ਰੋਡਿਊਸ ਕਰਦਾ। ਸਿਮਿਲਰਲੀ ਫੀਮੇਲ ਦੇ ਵਿੱਚ ਪ੍ਰਾਇਮਰੀ ਸੈਕਸ ਆਰਗਨ ਓਵਰੀਜ਼ ਆ, ਕਿਉਂਕਿ ਕੀ ਆ, ਉਹ ਗੈਮੀਟ ਮਤਲਬ ਸੈਕੰਡ ਓਵਮ ਵੀ ਪ੍ਰੋਡਿਊਸ ਕਰਦਾ, ਐਂਡ ਉਹ ਕੀ ਆ, ਓਵਰੀਨ ਹਾਰਮੋਨਸ ਵੀ ਪ੍ਰੋਡਿਊਸ ਕਰਦਾ, ਠੀਕ ਆ। ਤੇ ਇਹ ਕੀ ਬਣਾਉਂਦਾ ਹੈਗਾ, ਫੀਮੇਲ ਗੈਮੀਟ ਓਵਮ ਬਣਾਉਂਦਾ ਹੈਗਾ, ਤੇ ਸੈਵਰਲ ਸਟੀਰੋਇਡ ਹਾਰਮੋਨ ਜਿਹੜਾ ਕਿ ਆਪਾਂ ਓਵੇਰੀਅਨ ਹਾਰਮੋਨਸ ਕਹਿੰਦੇ ਉਹ ਵੀ ਬਣਾਉਂਦਾ ਹੈਗਾ। ਓਵਰੀਜ਼ ਜਿਹੜੇ ਆ ਉਹ ਕੀ ਆ, ਲੋਅਰ ਐਬਡੋਮੀਨਲ ਦੇ ਸਾਈਡ ਦੇ ਉੱਪਰ ਪ੍ਰੈਜ਼ੈਂਟ ਆ, ਠੀਕ ਹੈ। ਲਾਈਕ ਦਿਸ ਇਜ਼ ਦਾ ਐਬਡੋਮਨ, ਠੀਕ ਹੈ, ਇਹਦੇ ਸਾਈਡਸ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ ਓਵਰੀਜ਼, ਠੀਕ ਹੈ। ਐਬਡੋਮਨ ਦੇ ਲੋਅਰ, ਠੀਕ ਹੈ, ਲੋਅਰ ਐਬਡੋਮਨ ਦੇ ਵਿੱਚ, ਠੀਕ ਹੈ। ਈਚ ਓਵਰੀ ਜਿਹੜੀ ਹੁੰਦੀ ਆ 2 to 4 ਸੈਂਟੀਮੀਟਰ ਹੁੰਦੀ ਹੈ ਲੈਂਥ ਦੇ ਵਿੱਚ, ਤੇ ਕਨੈਕਟਡ ਹੁੰਦੀ ਹੈ ਟੂ ਦਾ ਪੈਲਵਿਕ ਵੋਲ ਐਂਡ ਦ ਯੂਟਰਸ ਵੋਲ ਬਾਈ ਦ ਲਿਗਾਮੈਂਟਸ, ਠੀਕ ਆ। ਆਹ ਯੂਟਰਸ ਆ, ਤਾਂ ਯੂਟਰਸ ਦੇ ਨਾਲ ਓਵਰੀ ਕਾਹਦੇ ਨਾਲ ਅਟੈਚ ਹੋਗੀ, ਲਿਗਾਮੈਂਟਸ ਦੇ ਨਾਲ ਅਟੈਚ ਹੋਗੀ। ਤਾਂ ਵਾਲ ਆ ਬੋਡੀ ਦੀ ਪੈਲਵਿਕ ਵਾਲ, ਤੇ ਇਹਦੇ ਨਾਲ ਵੀ ਇਹ ਕਿ ਲਿਗਾਮੈਂਟਸ ਦੀ ਹੈਲਪ ਦੇ ਨਾਲ ਇਹ ਅਟੈਚਡ ਹੋਊਗੀ ਓਵਰੀ। ਈਚ ਓਵਰੀ ਕੀ ਹੁੰਦੀ ਆ, ਇਹ ਕੀ ਆ, ਥਿਨ ਐਪੀਥੀਲੀਅਮ ਨਾਲ ਕਵਰਡ ਹੁੰਦੀ ਆ, ਠੀਕ ਆ। ਤੇ ਜਿਹੜਾ ਐਪੀਥੀਲੀਅਮ ਆ ਉਹ ਕੀ ਆ, ਓਵੇਰੀਅਨ ਸਟ੍ਰੋਮਾ ਨੂੰ ਐਨਕਲੋਜ਼ ਕਰਦਾ ਗਾ, ਠੀਕ ਹੈ। ਬਾਹਰ ਓਵਰੀ ਦੇ ਐਪੀਥੀਲੀਅਮ ਪ੍ਰੈਜ਼ੈਂਟ ਹੁੰਦਾ, ਤੇ ਅੰਦਰ ਜਿਹੜਾ ਸਾਰਾ ਪ੍ਰੈਜ਼ੈਂਟ ਹੁੰਦਾ ਦਾ ਸਰਫੇਸ, ਉਹਨੂੰ ਆਪਾਂ ਕੀ ਕਹਿੰਦੇ ਆ, ਓਵੇਰੀਅਨ ਸਟ੍ਰੋਮਾ ਕਹਿੰਦੇ ਆ। ਓਵੇਰੀਅਨ ਸਟ੍ਰੋਮਾ ਦੇ 2 ਪਾਰਟਸ ਹੁੰਦੇ ਨੇ, ਜਿਹੜਾ ਕਿ ਪੈਰੀਫੈਰਲ ਹੁੰਦਾ, ਠੀਕ ਹੈ। ਪੈਰੀਫੈਰਲ ਪਾਰਟ ਨੂੰ ਆਪਾਂ ਕਹਿ ਰਹੇ ਹੈਗੇ ਮੈਡਿਊਲਾ ਕੋਰਟੈਕਸ, ਤੇ ਇਧਰ ਪਾਰਟ ਨੂੰ ਆਪਾਂ ਕਹਿ ਰਹੇ ਹਾਂ ਮੈਡਿਊਲਾ, ਠੀਕ ਆ। ਜਿਹੜਾ ਸਟ੍ਰੋਮਾ ਹੈਗਾ ਉਹ 2 ਪਾਰਟਸ ਦੇ ਵਿੱਚ ਡਿਵਾਈਡਡ ਆ, 2 ਜ਼ੋਨਸ ਦੇ ਵਿੱਚ ਡਿਵਾਈਡਡ ਆ, ਪਾਰਟਸ ਦੀ ਆਪਾਂ 2 ਜ਼ੋਨਸ ਕਹਿ ਸਕਦੇ ਹਾਂ, ਬੈਟਰ ਵਰਡ, ਠੀਕ ਹੈ। ਪੈਰੀਫੈਰਲ ਕੋਰਟੈਕਸ, ਪੈਰੀਫੈਰੀ ਵਾਲਾ ਕੋਰਟੈਕਸ, ਤੇ ਇਧਰ ਮੈਡਿਊਲਾ। ਸੋ ਇੱਥੇ ਆਪਣੇ ਕੋਲ ਹੈਗਾ ਡਾਇਗਰਾਮੈਟਿਕ ਸੈਕਸ਼ਨਲ ਵਿਊ ਫੀਮੇਲ ਪੈਲਵਿਸ ਦਾ, ਜਿਹੜਾ ਕਿ ਰੀਪਰੋਡਕਟਿਵ ਸਿਸਟਮ ਸ਼ੋ ਕਰ ਰਿਹਾ ਹੈਗਾ।
ਸੋ ਸਭ ਤੋਂ ਪਹਿਲਾਂ ਤਾਂ ਇਹ ਤਾਂ ਰੀਪਰੋਡਕਟਿਵ ਸਿਸਟਮ ਦਾ ਪਾਰਟ ਨਹੀਂ ਹੈਗਾ, ਇਹ ਤਾਂ ਜਿਹੜੀ ਉਹ ਹੁੰਦੀ ਹੈਗੀ ਐਕਸਕ੍ਰੀਸ਼ਨ, ਠੀਕ ਹੈ, ਉਹ ਕਰਦਾ ਹੈਗਾ ਰੈਕਟਮ ਐਂਡ ਦਿਸ ਇਜ਼ ਦ ਐਨਐਸ, ਠੀਕ ਆ, ਜੋ ਵੀ ਆਪਣਾ ਡਾਈਜੈਸਟਿਵ ਵੇਸਟ ਦਾ ਉਹ ਐਕਸਕ੍ਰੀਟ ਕਰਦਾ, ਠੀਕ ਆ ਇਹ। ਸੋ ਇੱਥੇ ਦੇਖੋ ਆਪਣੇ ਕੋਲ ਹੈਗਾ ਗਾ ਸਭ ਤੋਂ ਪਹਿਲਾਂ ਇੱਥੇ ਪਿਊਬਿਕ ਸਿੰਫਾਈਸਿਸ ਆ, ਓਕੇ, ਇਹ ਬੇਸਿਕਲੀ ਇਹ ਕੀ ਆ ਡਾਇਲੇਟ ਹੋ ਜਾਂਦਾ ਹੈਗਾ ਡਿਊਰਿੰਗ ਦ ਬਰਥ ਆਫ ਦ ਬੇਬੀ। ਸੋ ਇੱਥੇ ਆਪਣੇ ਕੋਲ ਯੂਰੀਨਰੀ ਬਲੈਡਰ ਆ, ਯੂਰੀਨਰੀ ਬਲੈਡਰ ਯੂਰੇਥਰਲ ਓਪਨਿੰਗ ਦੇ ਵਿੱਚ ਜਿਹੜਾ ਹੈਗਾ ਉਹ ਕੀ ਆ ਓਪਨ ਹੁੰਦਾ, ਤੇ ਆ ਛੋਟਾ ਜਿਹਾ ਯੂਰੇਥਰਾ ਹੈਗਾ, ਠੀਕ ਆ, ਤੇ ਇੱਥੇ ਯੂਰੇਥਰਲ ਓਪਨਿੰਗ ਹੁੰਦੀ ਆ। ਇਹਦੇ ਥੱਲੇ ਹੈਗਾ ਗਾ ਐਕਸਟਰਨਲ ਜੈਨੀਟੀਲੀਆ, ਐਕਸਟਰਨਲ ਜੈਨੀਟੀਲੀਆ ਦੇ ਵਿੱਚ ਆਪਾਂ ਦੇਖਣ ਨੂੰ ਮਿਲੇਗਾ ਕਲਾਈਟੋਰਿਸ, ਇੱਕ ਯੂਰੇਥਰਲ ਓਪਨਿੰਗ ਆ ਐਂਡ ਇੱਥੇ ਇੱਕ ਵਜਾਈਨਲ ਓਪਨਿੰਗ ਆ, ਠੀਕ ਆ, ਵਜਾਈਨਲ ਓਪਨਿੰਗ ਆ, ਯੂਰੇਥਰਲ ਓਪਨਿੰਗ ਆ, ਕਲਾਈਟੋਰਿਸ ਆ, ਤੇ ਇੱਥੇ ਅੰਦਰਲੇ ਪਾਸੇ ਲੇਬੀਆ ਮਾਈਨੋਰਾ ਤੇ ਬਾਹਰਲੇ ਪਾਸੇ ਕੀ ਆ ਲੇਬੀਆ ਮੈਜੋਰਾ ਹੈਗਾ, ਓਕੇ। ਐਂਡ ਇੱਥੇ ਆਪਣਾ ਕੀ ਆ ਯੂਟੇਰਸ ਆ, ਯੂਟੇਰਸ ਜਿਹੜਾ ਹੈ ਯੂਟੇਰਸ ਦਾ ਇੱਥੇ ਸਰਵਿਕਸ ਆ ਜਿੱਥੇ ਯੂਟੇਰਸ ਓਪਨ ਹੁੰਦਾ ਹੈਗਾ, ਤੇ ਇੱਥੇ ਆਪਾਂ ਨੂੰ ਬੜੀ ਸਾਰੀ ਦੇਖਣ ਨੂੰ ਮਿਲ ਰਹੀ ਹੈ ਕਿ ਵਜਾਈਨਲ ਓਪਨਿੰਗ, ਸੋਰੀ ਵਜਾਈਨਾ ਅੱਗੇ ਜਾ ਕੇ ਵਜਾਈਨਲ ਓਪਨਿੰਗ ਦੇ ਵਿੱਚ ਓਪਨ ਹੋ ਰਿਹਾ ਹੈਗਾ, ਔਰ ਇਹਨੂੰ ਆਪਾਂ ਵੈਜਾਈਨਲ ਔਰੀਫਿਸ ਵੀ ਕਹਿ ਸਕਦੇ ਹਾਂ। ਤੇ ਆ ਆਪਣਾ ਅੰਦਰਲਾ ਹੈਗਾ ਗਾ ਲੇਬੀਆ ਮਾਈਨੋਰਾ ਤੇ ਬਾਹਰਲਾ ਹੈਗਾ ਗਾ ਲੇਬੀਆ ਮੈਜੋਰਾ, ਓਕੇ। ਜਿਹੜੇ ਓਵਰਡਕਟਸ ਹੁੰਦੇ ਨੇ, ਜਿਹੜੇ ਫੈਲੋਪੀਅਨ ਟਿਊਬਸ ਹੁੰਦੇ ਨੇ ਯੂਟਰਸ ਤੇ ਵਜਾਈਨਾ, ਇਹ ਸਾਰੇ ਕਨਸਟੀਟਿਊਟ ਕਰਦੇ ਨੇ ਫੀਮੇਲ ਐਕਸੈਸਰੀ ਡਕਟਸ, ਠੀਕ ਹੈ, ਕਿਹੜੇ ਕਿਹੜੇ ਓਵਰਡਕਟਸ ਯੂਟਰਸ ਤੇ ਵਜਾਈਨਾ। ਜਿਹੜੀ ਈਚ ਫੈਲੋਪੀਅਨ ਟਿਊਬ ਆ ਉਹ ਕੀ ਆ 10 to 12 ਸੈਂਟੀਮੀਟਰ ਲੌਂਗ ਹੁੰਦੀ ਆ, ਤੇ ਪੈਰੀਫੇਰੀ ਆਫ ਦ ਓਵਰੀ ਤੋਂ ਯੂਟਰਸ ਤੱਕ ਇਹ ਐਕਸਟੈਂਡ ਕਰਦੀ ਆ। ਜਿਹੜਾ ਪਾਰਟ ਓਵਰੀ ਦੇ ਕੋਲੇ ਹੁੰਦਾ ਹੈਗਾ, ਠੀਕ ਹੈ, ਉਹ ਫਨਲ ਸ਼ੇਪਡ ਹੁੰਦਾ ਕਿਉਂਕਿ ਉਹਨੇ ਓਵਮ ਨੂੰ ਕਲੈਕਟ ਕਰਨਾ ਹੁੰਦਾ ਹੈਗਾ, ਤੇ ਉਸ ਪਾਰਟ ਨੂੰ ਆਪਾਂ ਕਹਿੰਦੇ ਹਾਂ ਕਿ ਇਨਫਰਟੀਬੁਲਮ, ਠੀਕ ਹੈ। ਤੇ ਐਜਿਸ ਜਿਹੜੇ ਹੁੰਦੇ ਆ ਇਨਫਰਟੀਬੁਲਮ ਦੇ, ਉਹਨਾਂ ਕੋਲ ਫਿੰਗਰ ਲਾਈਕ ਪ੍ਰੋਜੈਕਸ਼ਨਸ ਹੁੰਦੀਆਂ ਨੇ ਜਿਹਦੇ ਨਾਲ ਕਿ ਉਹ ਜਿਹੜੇ ਕਿ ਫੈਸਿਲਿਟੇਟ ਕਰਦੀਆਂ ਨੇ ਓਵਾ ਦੀ ਕਲੈਕਸ਼ਨ ਨੂੰ, ਠੀਕ ਆ, ਤੇ ਉਹਨਾਂ ਫਿੰਗਰ ਲਾਈਕ ਪ੍ਰੋਜੈਕਸ਼ਨਸ ਨੂੰ ਆਪਾਂ ਕਹਿੰਦੇ ਹੈਗੇ ਫਿਬਰੀ, ਠੀਕ ਆ। ਤੇ ਫਿਬਰੀ ਜਿਹੜੇ ਕਲੈਕਸ਼ਨ ਓਵਮ ਦੇ ਵਿੱਚ ਉਹ ਓਵਮ ਦੀ ਕਲੈਕਸ਼ਨ ਦੇ ਵਿੱਚ ਹੈਲਪ ਕਰਦੇ ਨੇ ਆਫਟਰ ਓਵੂਲੇਸ਼ਨ। ਇਨਫਰਟੀਬੁਲਮ ਤੋਂ ਅੱਗੇ ਆਪਣੇ ਕੋਲ ਇੱਕ ਵਾਈਡਰ ਕੈਵਿਟੀ ਆਉਂਦੀ ਆ, ਠੀਕ ਹੈ, ਵਾਈਡਰ ਪਾਰਟ ਆਉਂਦਾ ਓਵਿਡਕਟ ਦਾ, ਵਾਈਡਰ ਪਾਰਟ ਨੂੰ ਆਪਾਂ ਕਹਿੰਦੇ ਆ ਐਪਿਊਲਾ। ਕਿਸੇ ਵੀ ਚੀਜ਼ ਦਾ ਵਾਈਡਰ ਪਾਰਟ ਹੈ, ਵਾਸ ਡਿਫਰੈਂਸ ਦਾ ਵਾਈਡਰ ਪਾਰਟ ਉਹਨੂੰ ਵੀ ਆਪਾਂ ਐਪਿਊਲਾ ਕਹਿੰਦੇ, ਵੈਲੋਪਿਟਿਵ ਦਾ ਵਾਈਡਰ ਪਾਰਟ ਉਹਨੂੰ ਵੀ ਆਪਾਂ ਐਪਿਊਲਾ ਕਹਿੰਦੇ ਆ। ਅਗਰ ਮੈਮਰੀ ਗਲੈਂਡਸ ਦੇ ਵਿੱਚ ਵਾਈਡਰ ਪਾਰਟ ਉਹਨੂੰ ਵੀ ਆਪਾਂ ਕੀ ਕਹਿੰਦੇ ਆ ਐਪਿਊਲਾ ਹੀ ਕਹਿੰਦੇ ਆ, ਠੀਕ ਹੈ। ਲਾਸਟ ਪਾਰਟ ਜਿਹੜਾ ਓਵਿਡਕਟ ਦਾ ਉਹ ਕੀ ਇਸਟਮਸ ਹੁੰਦਾ, ਕਾਫੀ ਨੈਰੋ ਹੁੰਦਾ, ਕਾਫੀ ਪਤਲਾ ਲਿਬਰ ਹੁੰਦਾ ਜਿਹੜਾ, ਤੇ ਇਹ ਕੀ ਆ ਯੂਟਰਸ ਦੇ ਨਾਲ ਜੁਆਇਨ ਕਰਦਾ ਹੈਗਾ। ਸੋ ਬਿਫੋਰ ਮੂਵਿੰਗ ਫਰਦਰ ਆਪਾਂ ਕਿਉਂ ਯੂਟਰਸ ਦਾ ਸਟਰਕਚਰ ਹੀ ਦੇਖ ਲਈਏ, ਠੀਕ ਆ। ਸਭ ਤੋਂ ਪਹਿਲਾਂ ਇੱਥੇ ਓਵਰੀ ਆ, ਪੈਰੀਫੇਰੀ ਆਫ ਦ ਓਵਰੀ ਤੋਂ ਲੈ ਕੇ ਜਿਹੜੀ ਫੈਲੋਪੀਅਨ ਟਿਊਬ ਯੂਟਰਸ ਤੱਕ ਐਕਸਟੈਂਡ ਕਰਦੀ ਆ, ਟੋਟਲ ਇਹਦੀ ਲੈਂਥ ਕੀ ਹੈ ਲਗਭਗ 10 to 12 ਸੈਂਟੀਮੀਟਰ ਹੁੰਦੀ ਆ। ਜਿਹੜਾ ਪਾਰਟ ਸਭ ਤੋਂ ਨੇੜੇ ਹੁੰਦਾ ਹੈਗਾ ਓਵਰੀ ਦੇ ਤੋਂ ਆਪਾਂ ਇਨਫਰਟੀਬੁਲਮ ਕਹਿ ਰਹੇ ਹਾਂ, ਤੇ ਉਹਦੇ ਕੋਲ ਫਿੰਗਰ ਲਾਈਕ ਪ੍ਰੋਜੈਕਸ਼ਨ ਹੁੰਦੀਆਂ ਨੇ। ਫਿਰ ਅੱਗੇ ਵਾਈਡਰ ਪਾਰਟ ਹੁੰਦਾ ਜਿਹਨੂੰ ਕਿ ਆਪਾਂ ਐਪਿਊਲਾ ਕਹਿ ਰਹੇ ਹਾਂ, ਤੇ ਐਪਿਊਲਾ ਇਜ਼ ਅ ਰੀਜਨ ਜਿੱਥੇ ਕਿ ਫਰਟੀਲਾਈਜੇਸ਼ਨ ਹੁੰਦੀ ਹੈ, ਇਟ ਇਜ਼ ਦ ਸਾਈਟ ਆਫ ਦ ਫਰਟੀਲਾਈਜੇਸ਼ਨ। ਫਿਰ ਇਸਟਮਸ ਹੁੰਦਾ, ਇਸਟਮਸ ਦਾ ਸਭ ਤੋਂ ਲੰਬਾ ਪਾਰਟ ਵੀ ਆਪਾਂ ਕਹਿ ਸਕਦੇ ਹਾਂ ਇਸਟਮਸ ਤੋਂ, ਤੇ ਇਹਦੇ ਕੋਲ ਕੀ ਹੁੰਦਾ ਹੈਗਾ ਨੈਰੋ ਲਿਊਮਨ ਹੁੰਦਾ ਹੈਗਾ ਐਂਡ ਹੀ ਯੂਟਰਸ ਤੋਂ ਜਾ ਕੇ ਜੁਆਇਨ ਕਰਦਾ ਹੈਗਾ। ਫਿਰ ਅੱਗੇ ਆਪਣੇ ਕੋਲ ਆ ਗਿਆ ਯੂਟਰਸ ਦੇ ਜਿਹੜੇ ਆ ਟੋਟਲ 3 ਲਾਈਨਿੰਗਸ ਹੁੰਦੀਆਂ ਨੇ। ਸਭ ਤੋਂ ਬਾਹਰਲੀ ਹੁੰਦੀ ਹੈ ਪੈਰੀਪੇਟਰੀਅਮ ਥਿਨ ਮੈਮਬਰੇਨਸ ਲੇਅਰ ਹੁੰਦੀ ਹੈਗੀ, ਠੀਕ ਆ, ਆਊਟਰ ਮੋਸਟ ਲੇਅਰ ਹੁੰਦੀ ਹੈਗੀ, ਤੇ ਵਿਚਾਲੇ ਹੁੰਦੀ ਆ ਮਿਡਲ ਲੇਅਰ ਹੁੰਦੀ ਹੈਗੀ ਮੇਓਮੈਟਰੀਅਮ। ਜਿਹੜੀ ਮੇਓਮੈਟਰੀਅਮ ਹੁੰਦੀ ਆ ਉਹ ਮਸਕੂਲਰ ਲੇਅਰ ਹੁੰਦੀ ਆ, ਸਮੂਥ ਮਸਲਸ ਦੀ ਹੁੰਦੀ ਆ, ਤੇ ਇਹ ਕੀ ਆ ਡਿਲੀਵਰੀ ਦੇ ਵਿੱਚ ਜਾਂ ਤੁਸੀਂ ਕਹਿ ਸਕਦੇ ਹੋ ਪਾਰਚੂਰੇਸ਼ਨ ਦੇ ਵਿੱਚ ਹੈਲਪ ਕਰਦੀ ਹੈ, ਕਿਉਂਕਿ ਇਹਦੇ ਕੋਲ ਸਮੂਥ ਮਸਲਸ ਹੁੰਦੀਆਂ ਤਾਂ ਉਦੋਂ ਜਿਹੜੀਆਂ ਕੰਟਰੈਕਸ਼ਨਸ ਹੁੰਦੀਆਂ ਨੇ, ਠੀਕ ਹੈ, ਡਿਲੀਵਰੀ ਵੇਲੇ ਉਹ ਕੀ ਆ ਮੇਓਮੈਟਰੀਅਮ ਦੇ ਅੰਦਰ ਹੀ ਹੁੰਦੀਆਂ ਨੇਗੀਆਂ, ਠੀਕ ਆ। ਐਂਡ ਨੈਕਸਟ ਇਜ਼ ਐਂਡੋਮੀਟਰੀਅਮ, ਠੀਕ ਹੈ, ਦਿਸ ਇਜ਼ ਦਾ ਐਂਡੋਮੀਟਰੀਅਮ। ਜਿਹੜਾ ਐਂਡੋਮੀਟਰੀਅਮ ਆ ਉਹ ਗਲੈਂਡੂਲਰ ਲੇਅਰ ਹੁੰਦੀ ਹੈ, ਤੇ ਇਹ ਸਾਈਕਲੀਕਲ ਚੇਂਜਸ ਅੰਡਰਗੋ ਕਰਦੀ ਹੈ, ਠੀਕ ਹੈ, ਇਹੀ ਸ਼ੈਡ ਹੁੰਦੀ ਆ, ਫਾਰਮ ਹੁੰਦੀ ਆ ਮੈਂਸਟਰੁਅਲ ਸਾਈਕਲ ਦੇ ਦੌਰਾਨ, ਓਕੇ। ਤੇ ਉਹਦੇ ਬਾਅਦ ਜਿਹੜਾ ਅੱਗੇ ਜਾ ਕੇ ਯੂਟਰਸ ਦੇ ਅਗਲਾ ਪਾਰਟ ਆ ਸਰਵਿਕਸ, ਠੀਕ ਹੈ, ਨੀਚੇ ਵਾਲਾ ਪਾਰਟ ਆ ਜਿਹਦੇ ਵਿੱਚ ਕੀ ਹੈ ਸਰਵਿਕਲ ਕਨਾਲ ਪ੍ਰੈਜ਼ੈਂਟ ਹੁੰਦੀ ਆ, ਤੇ ਅੱਗੇ ਜਾ ਕੇ ਉਹ ਵਜਾਈਨਾ ਦੇ ਵਿੱਚ ਓਪਨ ਹੋ ਜਾਂਦਾ। ਤੇ ਸਰਵਿਕਲ ਕਨਾਲ ਤੇ ਵਜਾਈਨਾ ਦੋਨੇ ਮਿਲ ਕੇ ਕਨਸਟੀਟਿਊਟ ਕਰਦੇ ਨੇ ਬਰਥ ਕੈਨਾਲ। ਤੇ ਯੂਟਰਸ ਜਿਹੜਾ ਸ਼ੇਪ ਆ ਯੂਟਰਸ ਦੀ ਸ਼ੇਪ ਕੀ ਹੁੰਦੀ ਆ ਇਨਵਰਟਡ ਪੀਅਰ ਸ਼ੇਪਡ ਹੁੰਦਾ ਹੈ ਯੂਟਰਸ ਜਿਹੜਾ, ਤੇ ਯੂਟਰਸ ਦੇ ਉੱਪਰ ਵਾਲਾ ਰੀਜਨ ਜਿਹੜਾ ਆਪਾਂ ਕਹਿੰਦੇ ਹਾਂ ਯੂਟੇਰਾਈਨ ਫੰਡਸ, ਤੇ ਅੰਦਰ ਵਾਲੀ ਸਪੇਸ ਨੂੰ ਆਪਾਂ ਕਹਿੰਦੇ ਹਾਂ ਯੂਟੇਰਾਈਨ ਕੈਵਿਟੀ। So now let us read it.
यूटेरस सिंगल ਹੁੰਦਾ ਮਤਲਬ ਉਹ ਪੇਅਰ ਦੇ ਵਿੱਚ ਨਹੀਂ ਪ੍ਰੈਜ਼ੈਂਟ ਹੁੰਦਾ ਤੇ यूटेरस ਨੂੰ ਆਪਾਂ ਵੋਮ ਵੀ ਕਹਿੰਦੇ ਹੈਗੇ। ਜਿਹੜੀ ਸ਼ੇਪ ਹੁੰਦੀ ਹੈ यूटेरस ਦੀ ਉਹ ਕੀ ਹੁੰਦੀ ਹੈ ਇਨਵਰਟਡ ਪੇਅਰ ਵਾਂਗੂ ਹੁੰਦੀ ਆ ਤੇ ਇਹ ਕੀ ਆ ਲਿਗਾਮੈਂਟਸ ਦੇ ਨਾਲ ਸਪੋਰਟਡ ਹੁੰਦਾ ਜਿਹੜਾ यूटेरस ਆ ਲਿਗਾਮੈਂਟਸ ਦੇ ਨਾਲ ਸਪੋਰਟਡ ਹੁੰਦਾ ਜਿਹੜੇ ਕਿ ਪੈਲਵਿਕ ਵਾਲ ਦੇ ਨਾਲ यूटेरस ਨੂੰ ਅਟੈਚ ਕਰਦੇ ਆ ਠੀਕ ਆ ਜਿਹੜੇ ਲਿਗਾਮੈਂਟਸ ਦੇ यूटेरस ਦੇ ਨਾਲ ਪੈਲਵਿਕ ਵਾਲ ਨੂੰ ਅਟੈਚ ਕਰਦੇ यूटेरस ਤੋਂ ਜਿਹੜੇ यूटेरस ਆ ਉਹ ਕੀ ਓਪਨ ਕਰਦਾ ਵਜਾਈਨਾ ਦੇ ਵਿੱਚ ਠੀਕ ਹੈ ਵਜਾਈਨਾ ਦੇ ਵਿੱਚ ਓਪਨ ਕਰਦਾ ਥਰੂ ਅ ਨੈਰੋ ਸਰਵਿਕਸ ਠੀਕ ਆ ਜਿਹੜੀ ਕੈਵਿਟੀ ਹੁੰਦੀ ਆ ਸਰਵਿਕਸ ਦੀ ਉਹਨੂੰ ਆਪਾਂ ਸਰਵਿਕਲ ਕੈਨਾਲ ਕਹਿੰਦੇ ਆ ਠੀਕ ਆ ਸਰਵਿਕਲ ਕੈਨਾਲ ਤੇ ਵਜਾਈਨਾ ਦੋਨੋਂ ਮਿਲ ਕੇ ਕੀ ਬਣਾਉਂਦੇ ਨੇ ਬਰਥ ਕੈਨਾਲ ਬਣਾਉਂਦੇ ਨੇ ਵਾਲ ਹੁੰਦੀ ਜਿਹੜੀ यूटेरस ਦੀ ਠੀਕ ਆ ਉਹਦੇ ਕੋਲ ਕੀ ਹੁੰਦੇ 3 ਲੇਅਰਸ ਹੁੰਦੀਆਂ ਟਿਸ਼ੂ ਦੀਆਂ ਠੀਕ ਆ ਸਭ ਤੋਂ ਪਹਿਲਾਂ ਜਿਹੜੀ ਥਿਨ ਮੈਮਬ੍ਰੇਨਸ ਸਭ ਤੋਂ ਐਕਸਟਰਨਲ ਸਭ ਤੋਂ ਬਾਹਰ ਵਾਲੀ ਥਿਨ ਮੈਮਬ੍ਰੇਨਸ ਲੇਅਰ ਹੁੰਦੀ ਉਹਨੂੰ ਆਪਾਂ ਪੈਰੀਮੀਟਰ ਕਹਿੰਦੇ ਆ ਉਹਦੇ ਬਾਅਦ ਜਿਹੜੀ ਵਿਚਾਲੇ ਲੇਅਰ ਪ੍ਰੈਜ਼ੈਂਟ ਹੁੰਦੀ ਆ ਕਾਫੀ ਥਿਕ ਹੁੰਦੀ ਆ ਠੀਕ ਆ ਤੇ ਇਹ ਸਮੂਥ ਮਸਲਸ ਦੀ ਬਣੀ ਹੁੰਦੀ ਆ ਉਸ ਤੋਂ ਆਪਾਂ ਕਹਿੰਦੇ ਆਗੇ ਮੇਓਮੈਟਰੀਅਮ ਤੇ ਸਭ ਤੋਂ ਅੰਦਰਲੀ ਗਲੈਂਡੂਲਰ ਲੇਅਰ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਆ ਐਂਡੋਮੈਟਰੀਅਮ ਤੇ ਐਂਡੋਮੈਟਰੀਅਮ ਹੀ ਯੂਟੇਰਾਈਨ ਕੈਵਿਟੀ ਨੂੰ ਲਾਈਨ ਕਰਦੀ ਆ ਜਿਹੜਾ ਐਂਡੋਮੈਟਰੀਅਮ ਆ ਉਹੀ ਸਾਈਕਲੀਕਲ ਚੇਂਜਸ ਅੰਡਰਗੋ ਕਰਦਾ ਕਾ ਮੈਂਸਟਰੁਅਲ ਸਾਈਕਲ ਦੇ ਦੌਰਾਨ ਤੇ ਜਿਹੜਾ ਮੇਓਮੈਟਰੀਅਮ ਆ ਉਹ ਕੀ ਆ ਸਟਰੋਂਗ ਕੰਟਰੈਕਸ਼ਨਸ ਐਕਸੀਬਿਟ ਕਰਦਾ ਜਦੋਂ ਡਿਲੀਵਰੀ ਹੋਣੀ ਹੁੰਦੀ ਹੈ ਬੇਬੀ ਦੀ ਠੀਕ ਆ ਬੇਬੀ ਦੀ ਡਿਲੀਵਰੀ ਵੇਲੇ ਪਾਸਚੁਰੇਸ਼ਨ ਵੇਲੇ ਚਾਈਲਡ ਬਰਥ ਵੇਲੇ ਸਟਰੋਂਗ ਕੰਟਰੈਕਸ਼ਨ ਜਿਹੜੀ ਹੁੰਦੀ ਨੇ ਉਹ ਮੇਓਮੈਟਰੀਅਮ ਦੀ ਹੁੰਦੀਆਂ ਨੇ ਕਿਉਂਕਿ ਉਹੀ ਮਸਕੂਲਰ ਲੇਅਰ ਆ ਸਮੂਥ ਮਸਲਸ ਦੀ ਉਹ ਬਣੀ ਹੋਈ ਹੈ ਠੀਕ ਆ ਫੀਮੇਲ ਐਕਸਟਰਨਲ ਜੈਨੀਟੀਲੀਆ ਦੇ ਵਿੱਚ ਕੀ ਹੁੰਦਾ ਬੋਨਸ ਪਿਊਬਿਸ ਹੁੰਦਾ ਲੇਬੀਆ ਮੈਜੋਰਾ ਹੁੰਦਾ ਲੇਬੀਆ ਮਾਈਨੋਰਾ ਹੁੰਦਾ ਹਾਈਪਨ ਹੁੰਦਾ ਕਲੈਟੋਰਿਸ ਹੁੰਦਾ ਜਿਹੜਾ ਬੋਨਸ ਪਿਊਬਿਸ ਆ ਉਹ ਕੀ ਆ ਫੈਟੀ ਟਿਸ਼ੂ ਦਾ ਕੀ ਹੁੰਦਾਗਾ ਫੈਟੀ ਟਿਸ਼ੂ ਦਾ ਕੁਐਸਚਨ ਹੁੰਦਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਹ ਆ ਠੀਕ ਆ ਫੈਟੀ ਟਿਸ਼ੂ ਦਾ ਕੁਐਸਚਨ ਆ ਠੀਕ ਆ ਦਿਸ ਵਨ ਆ ਸਾਰਾ ਫੈਟੀ ਟਿਸ਼ੂ ਹੈ ਇੱਥੇ ਠੀਕ ਆ ਤੇ ਇਹਨੂੰ ਆਪਾਂ ਕੀ ਕਹਿੰਦੇ ਆ ਬੋਨਸ ਪਿਊਬਿਸ ਕਹਿੰਦੇ ਆ ਜਿਹੜਾ ਬੋਨਸ ਪਿਊਬਿਸ ਆ ਉਹ ਕੀ ਹੁੰਦਾ ਫੈਟੀ ਟਿਸ਼ੂ ਦਾ ਕੁਸ਼ਨ ਹੁੰਦਾ ਜਿਹਦੇ ਉੱਪਰ ਕੀ ਆ ਸਕਿਨ ਪ੍ਰੈਜ਼ੈਂਟ ਹੁੰਦੀ ਆ ਤੇ ਪਿਊਬਿਕ ਹੇਅਰ ਪ੍ਰੈਜ਼ੈਂਟ ਹੁੰਦੇ ਆ ਸਭ ਤੋਂ ਪਹਿਲਾਂ ਦੇਖੋ ਉੱਪਰ ਬੋਨਸ ਪਿਊਬਿਸ ਹੁੰਦਾਗਾ ਜਿਹਦੇ ਉੱਪਰ ਸਕਿਨ ਪ੍ਰੈਜ਼ੈਂਟ ਹੁੰਦੀ ਆ ਤੇ ਪਿਊਬਿਕ ਹੇਅਰ ਪ੍ਰੈਜ਼ੈਂਟ ਹੁੰਦੇ ਆ ਸਾਰੇ ਪਿਊਬਿਕ ਹੇਅਰ ਨੇ ਅੱਗੇ ਉਹ ਨੀਚੇ ਐਕਸਟੈਂਡ ਕਰਦਾ ਠੀਕ ਆ ਬੈਕ ਸੈਲ ਜੈਨੀਟੀਲੀਆ ਬਣਾ ਰਹੀ ਹੈ ਇੱਥੇ ਨੀਚੇ ਐਕਸਟੈਂਡ ਕਰਦਾ ਬੋਨਸ ਪਿਊਬਿਸ ਤੇ ਉਹ ਬਣਾਉਂਦਾਗਾ ਲੇਬੀਆ ਮੈਜੋਰਾ ਦੇ ਵਿੱਚ ਆਪਾਂ ਨੂੰ ਅੰਦਰ ਦੇਖਣ ਨੂੰ ਮਿਲਦੇ ਆ ਲੇਬੀਆ ਮਾਈਨੋਰਾ ਠੀਕ ਆ ਲੇਬੀਆ ਮੈਜੋਰਾ ਦੇ ਅੰਦਰ ਲੇਬੀਆ ਮਾਈਨੋਰਾ ਦੇਖਣ ਨੂੰ ਮਿਲਦੇ ਆ ਤੇ ਲੇਬੀਆ ਮਾਈਨੋਰਾ ਕੀ ਹੁੰਦੇ ਨੇ ਲਿਪ ਲਾਈਕ ਸਟਰਕਚਰਸ ਹੁੰਦੇ ਆ ਠੀਕ ਹੈ ਲਿਪ ਲਾਈਕ ਫੋਲਡਸ ਹੁੰਦੇ ਆ ਜਿਨ੍ਹਾਂ ਦੇ ਉੱਪਰ ਅਪਰ ਜੰਕਸ਼ਨ ਦੇ ਉੱਪਰ ਲੇਬੀਆ ਮਾਈਨੋਰਾ ਦੇ ਅਪਰ ਜੰਕਸ਼ਨ ਦੇ ਉੱਪਰ ਆਪਾਂ ਨੂੰ ਇਰੈਕਟਾਈਲ ਟਿਸ਼ੂ ਪ੍ਰੈਜ਼ੈਂਟ ਹੁੰਦਾਗਾ ਆਪਾਂ ਨੂੰ ਪੈਨਿਸ ਦੇ ਹੋਮੋਲੋਗਸ ਆਰਗਨ ਦੇਖਣ ਨੂੰ ਮਿਲਦਾ ਜਿਹਨੂੰ ਕਿ ਆਪਾਂ ਕਲਾਈਟੋਰਿਸ ਕਹਿੰਦੇ ਆ ਤੇ ਲੇਬੀਆ ਮਾਈਨੋਰਾ ਦੇ ਅੰਦਰ ਠੀਕ ਆ ਲੇਬੀਆ ਮਾਈਨੋਰਾ ਦੇ ਅੰਦਰ ਆਪਾਂ ਨੂੰ ਦੋ ਓਪਨਿੰਗਸ ਦੇਖਣ ਨੂੰ ਮਿਲਦੀਆਂ ਨੇ ਇੱਕ ਤਾਂ ਹੁੰਦੀ ਹੈ ਯੂਰੇਥਰਲ ਓਪਨਿੰਗ ਠੀਕ ਆ ਜਿਹੜੀ ਕਿ ਛੋਟੀ ਜਿਹੀ ਹੁੰਦੀ ਹੈ ਤੇ ਇੱਕ ਹੁੰਦੀ ਹੈ ਵਜਾਈਨਲ ਓਪਨਿੰਗ ਜਿਹੜੀ ਥੋੜੀ ਵੱਡੀ ਹੁੰਦੀ ਹੈਗੀ ਤੇ ਸਭ ਤੋਂ ਬਾਹਰ ਆਪਾਂ ਨੂੰ ਨੀਚੇ ਦੇਖਣ ਨੂੰ ਮਿਲਦੀ ਹੈ ਕਿ ਐਨਲ ਓਪਨਿੰਗ ਦੇਖਣ ਨੂੰ ਮਿਲਦੀ ਆ ਸੋ ਦਿਸ ਇਜ਼ ਦਾ ਐਕਸਟਰਨਲ ਜੈਨੀਟੀਲੀਆ ਜਿਹੜੇ ਲੇਬੀਆ ਮੈਜੋਰਾ ਹੁੰਦੇ ਆ ਉਹ ਕੀ ਹੁੰਦੇ ਨੇ ਫਲੈਸ਼ੀ ਫੋਲਡਸ ਹੁੰਦੇ ਨੇ ਟਿਸ਼ੂ ਦੇ ਜਿਹੜੇ ਕਿ ਬੋਨਸ ਪਿਊਬਿਸ ਤੋਂ ਥੱਲੇ ਐਕਸਟੈਂਡ ਕਰਦੇ ਨੇ ਤੇ ਵਜਾਈਨਲ ਓਪਨਿੰਗ ਨੂੰ ਸਰਾਊਂਡ ਕਰਦੇ ਆ ਜਿਹੜਾ ਲੇਬੀਆ ਮਾਈਨੋਰਾ ਉਹ ਕੀ ਆ ਪੇਅਰਡ ਫੋਲਡਸ ਹੁੰਦੇ ਨੇ ਤੇ ਇਹ ਕੀ ਲੇਬੀਆ ਮੈਜੋਰਾ ਦੇ ਅੰਡਰ ਪ੍ਰੈਜ਼ੈਂਟ ਹੁੰਦਾ ਜਿਵੇਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਬਾਹਰ ਠੀਕ ਹੈ ਬਾਹਰਲੇ ਪਾਸੇ ਲੇਬੀਆ ਮੈਜੋਰਾ ਪ੍ਰੈਜ਼ੈਂਟ ਹੈ ਤੇ ਉਹਦੇ ਅੰਡਰ ਠੀਕ ਹੈ ਉਹਦੇ ਅੰਦਰ ਕੀ ਆ ਲੇਬੀਆ ਮਾਈਨੋਰਾ ਪ੍ਰੈਜ਼ੈਂਟ ਹੈਗਾ ਜਿਹੜੀ ਓਪਨਿੰਗ ਹੁੰਦੀ ਹੈ ਵਜਾਈਨਾ ਦੀ ਉਹ ਕੀ ਆ ਜ਼ਿਆਦਾਤਰ ਟਾਈਮਸ ਮੋਸਟ ਆਫ ਦ ਟਾਈਮਸ ਕੀ ਆ ਪਾਰਸ਼ਲੀ ਕਵਰਡ ਹੁੰਦੀ ਆ ਬਾਈ ਅ ਮੈਬਰਿਨ ਠੀਕ ਆ ਉਹ ਮੈਬਰਿਨ ਨੂੰ ਆਪਾਂ ਕਹਿੰਦੇ ਹਾਈਮਨ ਕਹਿੰਦੇ ਆ ਜਿਹੜਾ ਕਲਾਈਟੋਰਿਸ ਆ ਉਹ ਕੀ ਆ ਟਾਈਨੀ ਫਿੰਗਰ ਲਾਈਕ ਸਟਰਕਚਰ ਹੁੰਦਾ ਜਿਹੜਾ ਕਿ ਦੋ ਲੇਬੀਆ ਮਾਈਨੋਰਾ ਦੇ ਅਪਰ ਜੰਕਸ਼ਨ ਦੇ ਉੱਪਰ ਪ੍ਰੈਜ਼ੈਂਟ ਹੁੰਦਾ ਯੂਰੇਥਰਲ ਓਪਨਿੰਗ ਦੇ ਵੀ ਉੱਪਰ ਤੇ ਉਹਨੂੰ ਆਪਾਂ ਕਲਾਈਟੋਰਿਸ ਕਹਿੰਦੇ ਆ ਤੁਸੀਂ ਦੇਖ ਸਕਦੇ ਹੋ ਕੀ ਆ ਕਲਾਈਟੋਰਿਸ ਟਾਈਨੀ ਫਿੰਗਰ ਲਾਈਕ ਸਟਰਕਚਰ ਆ ਸੈਕਸ਼ੂਅਲ ਅਰਾਊਜ਼ਲ ਦੇ ਟਾਈਮ ਇਹ ਕੀ ਹੋ ਜਾਂਦਾ ਇਰੈਕਟ ਹੋ ਜਾਂਦਾ ਅਗਰ ਕਿਸੇ ਫੀਮੇਲ ਨੂੰ ਸੈਕਸ਼ੂਅਲੀ ਅਰਾਊਜ਼ ਕਰਨਾ ਹੋਵੇ ਤਾਂ ਕਲਾਈਟੋਰਿਸ ਨੂੰ ਰਬ ਕੀਤਾ ਜਾਂਦਾਗਾ ਠੀਕ ਆ ਤੇ ਇਹਦੇ ਨਾਲ ਕੀ ਆ ਉਹ ਸੈਕਸ਼ੂਅਲੀ ਅਰਾਊਜ਼ ਹੋ ਜਾਂਦੀ ਆ ਸੋ
ਜਿਹੜਾ ਹਾਈਮਨ ਆ ਉਹ ਕੀ ਆ ਆਫਰ ਫਸਟ ਕੁਆਰਟਸ ਵੇਲੇ ਫਸਟ ਇੰਟਰਕੋਰਸ ਵੇਲੇ ਕੀ ਹੋ ਜਾਂਦਾ ਗਾ ਟੌਰਨ ਹੋ ਜਾਂਦਾ ਫਟ ਜਾਂਦਾ ਬਟ ਇਹ ਕੀ ਆ ਕਿਸੇ ਸਡਨ ਫਾਲ ਜਾਂ ਜੋਲਟ ਕਾਰਨ ਜਾਂ ਵਜਾਈਨਲ ਟੈਂਪੋਰ ਜਾਂ ਮੈਸਟਰਲ ਕੰਪਲੀਟ ਸਰਜਰੀ ਦੇ ਕਾਰਨ ਜਾਂ ਹੋਰਸ ਬੈਕ ਰਾਈਡਿੰਗਸ ਤੇ ਸਾਈਕਲਿੰਗ ਵਰਗੀ ਐਕਟਿਵ ਸਪੋਰਟਸ ਦੇ ਵਿੱਚ ਪਾਰਟਿਸਿਪੇਸ਼ਨ ਦੇ ਕਾਰਨ ਵੀ ਕੀ ਹੋ ਸਕਦਾ ਹੈਗਾ ਫਟ ਸਕਦਾ ਹੈਗਾ ਠੀਕ ਆ ਤੇ ਕੁਝ ਵਿਮਨ ਦੇ ਵਿੱਚ ਜਿਹੜਾ ਕਲਾਇੰਟ ਜਿਹੜਾ ਹਾਈਮਨ ਆ ਉਹ ਕੁਆਰਟਸ ਤੋਂ ਬਾਅਦ ਵੀ ਪਰਸਿਸਟ ਕਰਦਾ ਹੋ ਸਕਦਾ ਕਿ ਕੁਆਰਟਸ ਤੋਂ ਬਾਅਦ ਸੈਕਸ਼ੂਅਲ ਇੰਟਰਕੋਰਸ ਤੋਂ ਬਾਅਦ ਵੀ ਉਹ ਨਾ ਫਟੀ ਸੋ ਹਾਈਮਨ ਦੀ ਪ੍ਰੈਜ਼ੈਂਸ ਜਾਂ ਫਿਰ ਐਬਸੈਂਸ ਕੋਈ ਵੀ ਰਿਲਾਇਬਲ ਇੰਡੀਕੇਟਰ ਨਹੀਂ ਹੈਗਾ ਵਰਜਿਨਿਟੀ ਦਾ ਜਾਂ ਸੈਕਸ਼ੂਅਲ ਐਕਸਪੀਰੀਅੰਸ ਦਾ ਇਹ ਲਾਈਨ ਕਿਉਂ ਲਿਖੀ ਗਈ ਹੈ ਕਿਉਂਕਿ ਇਹ ਮੰਨਿਆ ਜਾਂਦਾ ਕਿ ਅਗਰ ਕਿਸੇ ਫੀਮੇਲ ਦਾ ਜਿਹੜਾ ਹਾਈਮਨ ਆ ਉਹ ਟੌਰ ਦਾ ਠੀਕ ਆ ਤਾਂ ਜਿਹੜੀ ਉਹ ਵਰਜਨ ਨਹੀਂ ਹੈਗੀ ਠੀਕ ਆ ਉਹਨੇ ਪਹਿਲਾਂ ਕਦੇ ਸੈਕਸ਼ੂਅਲ ਇੰਟਰਕੋਰਸ ਕੀਤਾ ਹੋਏਗਾ ਬਟ ਹੁਣ ਇਹ ਸਾਰੇ ਤੁਹਾਨੂੰ ਕਾਰਨ ਦੱਸ ਦਿੱਤੇ ਗਏ ਆ ਜਿੰਨਾ 'ਚ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਦੈਟ ਇਟ ਇਜ਼ ਨਾਟ ਐਨੀ ਰਿਲਾਇਬਲ ਇੰਡੀਕੇਟਰ ਕਿ ਫੀਮੇਲ ਵਰਜਨ ਆ ਕੇ ਨਹੀਂ ਹੈਗੀ ਹੋ ਕਿ ਹਾਈਮਨ ਨਹੀਂ ਡਿਸਾਈਡ ਕਰ ਸਕਦਾ ਠੀਕ ਆ ਸੋ ਹੇਅਰ ਇਜ਼ ਦ ਡਾਇਗ੍ਰਾਮੈਟਿਕ ਸੈਕਸ਼ਨਲ ਵਿਊ ਆਫ ਮੈਮਰੀ ਗਲੈਂਡ ਸੋ ਇਸ ਡਾਇਗਰਾਮ ਨੂੰ ਦੇਖਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬਣਾ ਕੇ ਦੇਖ ਲੈਂਦੇ ਹਾਂ ਸੋ ਇੱਕ ਮੈਮਰੀ ਲੋਬ ਹੁੰਦੀ ਆ ਆਹ ਮੈਮਰੀ ਲੋਬ ਆ ਇੱਕ ਮੈਮਰੀ ਲੋਬ ਦੇ ਵਿੱਚ ਨਾ ਕਲਸਟਰਸ ਆਫ ਸੈਲਸ ਪ੍ਰੈਜ਼ੈਂਟ ਹੁੰਦੇ ਆ ਠੀਕ ਹੈ ਉਹ ਸੈਲਸ ਨੂੰ ਆਪਾਂ ਕਹਿੰਦੇ ਆ ਐਲਵੀਓਲਾਈ ਦੇ ਜਿਹੜੇ ਸੈਲਸ ਆ ਐਲਵੀਓਲਾਈ ਦੇ ਜਿਹੜੇ ਸੈਲਸ ਹੁੰਦੇ ਆ ਉਹ ਮਿਲਕ ਪ੍ਰੋਡਿਊਸ ਕਰਦੇ ਆ ਤੇ ਉਹਨੂੰ ਸੀਕ੍ਰੀਟ ਕਰਦੇ ਆ ਐਲਵੀਓਲਰ ਕੈਵਿਟੀ ਦੇ ਵਿੱਚ ਠੀਕ ਹੈ ਐਲਵੀਓਲਰ ਕੈਵਿਟੀ ਦੇ ਵਿੱਚ ਜਿਹੜਾ ਮਿਲਕ ਆ ਉਹ ਸਟੋਰਡ ਰਹਿੰਦਾ ਥੋੜੇ ਚਿਰ ਦੇ ਲਈ ਠੀਕ ਆ ਜਾਂ ਜਦੋਂ ਤੱਕ ਕਿ ਬੱਚਾ ਸੱਕ ਨਹੀਂ ਕਰਦਾ ਠੀਕ ਹੈ ਉਦੋਂ ਤੱਕ ਐਲਵੀਓਲਰ ਕੈਵਿਟੀ ਦੇ ਅੰਦਰ ਜਿਹੜਾ ਮਿਲਕ ਆ ਸਟੋਰਡ ਰਹਿੰਦਾ ਫਿਰ ਜਿਹੜੇ ਐਲਵੀਓਲਾਈ ਆ ਉਹ ਅੱਗੇ ਜਾ ਕੇ ਓਪਨ ਹੁੰਦੇ ਆ ਮੈਮਰੀ ਟਿਊਬਿਊਲਸ ਦੇ ਵਿੱਚ ਠੀਕ ਹੈ ਮੈਮਰੀ ਟਿਊਬਿਊਲਸ ਦੇ ਵਿੱਚ ਐਲਵੀਓਲਾਈ ਓਪਨ ਹੋ ਜਾਂਦੇ ਆ ਤੇ ਕਾਫੀ ਸਾਰੇ ਮੈਮਰੀ ਟਿਊਬਿਊਲਸ ਮਿਲ ਕੇ ਬਣਾਉਂਦੇ ਨੇ ਮੈਮਰੀ ਡਕਟ ਠੀਕ ਆ ਮੈਮਰੀ ਡਕਟ ਬਣ ਗਈ ਮੈਮਰੀ ਡਕਟ ਅੱਗੇ ਇੱਕ ਵਾਈਡਰ ਰੀਜਨ ਦੇ ਵਿੱਚ ਓਪਨ ਹੁੰਦੀ ਆ ਇੱਕ ਮਿੰਟ ਵਾਈਡਰ ਰੀਜਨ ਥੋੜਾ ਵਾਈਡ ਹੀ ਬਣਾ ਲਿਆ ਵਾਈਡਰ ਰੀਜਨ ਦੇ ਵਿੱਚ ਓਪਨ ਹੁੰਦੀ ਆ ਉਸ ਵਾਈਡਰ ਰੀਜਨ ਨੂੰ ਆਪਾਂ ਕਹਿੰਦੇ ਆ ਐਪਿਊਲਾ ਠੀਕ ਆ ਤੇ ਐਪਿਊਲਾ ਅੱਗੇ ਜਾ ਕੇ ਬਿਲਕੁਲ ਹੀ ਪਤਲੀ ਲੈਕਟੀਫਰਸ ਡਕਟ ਦੇ ਵਿੱਚ ਓਪਨ ਹੁੰਦੀ ਹੈ ਜਿਹੜੀ ਕਿ ਬਾਹਰ ਐਕਸਟਰਨਲੀ ਓਪਨ ਹੋ ਜਾਂਦੀ ਹੈ ਸੋ ਦਿਸ ਇਜ਼ ਦਾ ਬੇਸਿਕ ਸਟਰਕਚਰ ਆਫ ਅ ਮੈਮਰੀ ਲੋਬ ਐਂਡ ਸਾਰਾ ਜਿਹੜਾ ਵੀ ਸਟਰਕਚਰ ਪ੍ਰੈਜ਼ੈਂਟ ਹੁੰਦੇ ਆ ਉਹਦੇ ਠੀਕ ਆ ਮੈਮਰੀ ਗਲੈਂਡ ਦੇ ਤੁਸੀਂ ਕਹਿ ਸਕਦੇ ਹੋ ਜਿਹੜਾ ਮੈਮਰੀ ਗਲੈਂਡ ਆ ਔਰ ਜਿਹਨੂੰ ਤੁਸੀਂ ਬ੍ਰੈਸਟ ਵੀ ਕਹਿ ਰਹੇ ਹੋ ਸੋ ਦੋ ਪਾਰਟਸ ਦਾ ਬਣਿਆ ਹੁੰਦਾ ਇੱਕ ਹੁੰਦਾ ਹੈਗਾ ਫੈਟ ਐਂਡ ਸੈਕਿੰਡ ਇਜ਼ ਦ ਗਲੈਂਡੂਲਰ ਟਿਸ਼ੂ ਠੀਕ ਆ ਜਿਹੜਾ ਗਲੈਂਡੂਲਰ ਟਿਸ਼ੂ ਆ ਲਗਭਗ ਸਾਰੀ ਫੀਮੇਲਸ ਦੇ ਵਿੱਚ ਸੇਮ ਹੀ ਹੁੰਦਾ ਠੀਕ ਆ ਜਿਹੜਾ ਫੈਟ ਆ ਵੱਧ ਘੱਟ ਹੁੰਦਾ ਤੇ ਫੈਟ ਹੀ ਬ੍ਰੈਸਟ ਦਾ ਸਾਈਜ਼ ਡਿਟਰਮਾਈਨ ਕਰਦਾ ਜਿੰਨਾ ਵੱਧ ਅਮਾਊਂਟ ਆਫ ਫੈਟ ਹੁੰਦਾ ਹੈਗਾ ਬ੍ਰੈਸਟ ਦੇ ਅੰਦਰ ਉਨਾ ਵੱਡਾ ਸਾਈਜ਼ ਹੁੰਦਾ ਹੈਗਾ ਸੋ ਪਹਿਲਾਂ ਇਹ ਮੰਨਿਆ ਜਾਂਦਾ ਸੀ ਐਂਡ ਹੁਣ ਵੀ ਬਹੁਤ ਲੋਕ ਮੰਨਦੇ ਆ ਕਿ ਜਿੱਡਾ ਵੱਡਾ ਸਾਈਜ਼ ਹੁੰਦਾ ਉਹਨਾਂ ਵੱਧ ਮਿਲਕ ਸਿਕ੍ਰੀਟ ਕਰ ਸਕਦੀ ਹੈ ਬੰਦਾ ਦੈਟ ਇਜ਼ ਨਾਟ ਕਰੈਕਟ ਠੀਕ ਆ ਮਿਲਕ ਸਿਕ੍ਰੀਸ਼ਨ ਜਿਹੜੀ ਹੈ ਸਾਈਜ਼ ਦੇ ਉੱਪਰ ਨਹੀਂ ਡਿਪੈਂਡ ਕਰਦੀ ਠੀਕ ਆ ਕਿਉਂਕਿ ਸਾਈਜ਼ ਤੇ ਫੈਟ ਡਿਟਰਮਾਈਨ ਕਰਦਾ ਤੇ ਫੈਟ ਤਾਂ ਦੁੱਧ ਨਹੀਂ ਦੇਣ ਲੱਗਿਆ ਹੈ ਨਾ ਦੁੱਧ ਦੇਣਾ ਤਾਂ ਉਹ ਗਲੈਂਡੂਲਰ ਟਿਸ਼ੂ ਨੂੰ ਦੇਣਾ ਤੇ ਗਲੈਂਡੂਲਰ ਟਿਸ਼ੂ ਨਹੀਂ ਸਾਈਜ਼ ਦਾ ਡਿਪੈਂਡ ਕਰਦਾ ਠੀਕ ਆ ਸੋ ਆ ਕੀ ਆ ਸਾਰਾ ਕੀ ਆ ਇੱਥੇ ਫੈਟ ਆ ਐਂਡ ਇਹ ਕੀ ਆ ਇੱਕ ਮੈਮਰੀ ਲੋਬ ਆ ਮੈਮਰੀ ਲੋਬ ਦੇ ਵਿੱਚ ਕੀ ਆ ਕਾਫੀ ਸਾਰੇ ਕੀ ਆ ਕਲਸਟਰ ਆਫ ਸੈਲਸ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਜਿਹਨੂੰ ਕਿ ਆਪਾਂ ਐਲਵੀਓਲਾਈ ਕਹਿੰਦੇ ਆ ਫਿਰ ਐਲਵੀਓਲਾਈ ਅੱਗੇ ਜਾ ਕੇ ਮੈਮਰੀ ਟਿਊਬਿਊਲ ਦੇ ਵਿੱਚ ਓਪਨ ਹੁੰਦੇ ਨੇ ਮੈਮਰੀ ਟਿਊਬਿਊਲਸ ਨੇ ਕੀ ਬਣਾ ਲਿਆ ਕਿ ਮੈਮਰੀ ਡਕਟ ਅੱਗੇ ਜਾ ਕੇ ਵਾਈਡਰ ਕੈਵਿਟੀ ਐਂਬਿਊਲਾ ਦੇ ਵਿੱਚ ਓਪਨ ਹੋਈ ਤੇ ਜਿਹੜਾ ਐਂਬਿਊਲਾ ਹੈ ਉਹ ਅੱਗੇ ਲੈਕਟੀਫਰਸ ਡਕਟ ਦੇ ਵਿੱਚ ਓਪਨ ਹੋਇਆ ਤੇ ਫਾਈਨਲੀ ਨਿਪਲ ਦੇ ਥਰੂ ਸਭ ਕੁਝ ਬਾਹਰ ਨਿਕਲਿਆ ਐਂਡ ਦੁੱਧ ਵੀ ਇਹਦੇ ਥਰੂ ਬਾਹਰ ਨਿਕਲ ਜੂਗਾ ਐਰੀਊਲਾ ਕੀ ਹੁੰਦਾ ਐਰੀਊਲਾ ਜਿਹੜੀ ਥੋੜੀ ਡਾਰਕ ਸਪੇਸ ਹੁੰਦੀ ਆ ਅਰਾਊਂਡ ਦਾ ਨਿਪਲ ਉਹਨੂੰ ਆਪਾਂ ਐਰੀਊਲਾ ਕਹਿੰਦੇ ਆ ਸੋ ਇਹ ਰਿਬਸ ਨੇ ਤੇ ਆ ਰਿਬਸ ਦੇ ਵਿਚਾਲੇ ਵਾਲੇ ਮਸਲਸ ਨੇ ਤੇ ਇੱਥੇ ਕੀ ਆ ਪੈਕਟੋਰਲਿਸ ਮੇਜਰ ਮਸਲ ਠੀਕ ਆ ਸੋ ਹੁਣ ਆਪਾਂ ਅੱਗੇ ਚੱਲਦੇ ਆ ਅ ਫੰਕਸ਼ਨਲ ਮੈਮਰੀ ਗਲੈਂਡ ਇਜ਼ ਕੈਰੈਕਟਰਿਸਟਿਕ ਆਫ ਆਲ ਫੀਮੇਲ ਮੈਮਲ ਸਾਰੇ ਫੀਮੇਲ ਮੈਮਲਸ ਦਾ ਕੈਰੈਕਟਰਿਸਟਿਕ ਕੀ ਆ ਫੰਕਸ਼ਨਲ ਮੈਮਰੀ ਗਲੈਂਡ ਆ ਜਿਹੜੇ ਮੈਮਰੀ ਗਲੈਂਡਸ ਹੁੰਦੇ ਆ ਪੇਅਰਡ ਸਟਰਕਚਰ ਹੁੰਦੇ ਆ ਜਿਹਨੂੰ ਕਿ ਆਪਾਂ ਬ੍ਰੈਸਟ ਵੀ ਕਹਿੰਦੇ ਆ ਤੇ ਇਹਦੇ ਅੰਦਰ ਕੀ ਹੁੰਦਾ ਗਲੈਂਡੂਲਰ ਟਿਸ਼ੂ ਹੁੰਦਾ ਤੇ ਵੇਰੀਏਬਲ ਅਮਾਊਂਟ ਆਫ ਫੈਟ ਹੁੰਦਾ ਜਿਹੜਾ ਗਲੈਂਡੂਲਰ ਟਿਸ਼ੂ ਆ ਹਰੇਕ ਬ੍ਰੈਸਟ ਦਾ ਉਹ ਕੀ ਆ 15 to 20 ਮੈਮਰੀ ਲੋਬਸ ਦੇ ਵਿੱਚ ਡਿਵਾਈਡਡ ਹੁੰਦਾ ਠੀਕ ਹੈ 15 16 17 18 ਜਿੰਨੇ ਵੀ ਮੈਮਰੀ ਲੋਬਸ ਹੋ ਸਕਦੇ ਆ ਠੀਕ ਆ ਤੇ ਮੈਮਰੀ ਲੋਬਸ ਦੇ ਅੰਦਰ ਕੀ ਹੁੰਦੇ ਆ ਕਲਸਟਰ ਆਫ ਸੈਲਸ ਹੁੰਦੇ ਆ ਜਿਹਨਾਂ ਨੂੰ ਕਿ ਆਪਾਂ ਐਲਵੀਓਲਾਈ ਕਹਿੰਦੇ ਆ ਜਿਹੜੇ ਐਲਵੀਓਲਾਈ ਦੇ ਸੈਲਸ ਹੁੰਦੇ ਆ ਉਹ ਕੀ ਕਰਦੇ ਆ ਮਿਲਕ ਸਿਕ੍ਰੀਟ ਕਰਦੇ ਆ ਤੇ ਜਿਹੜਾ ਮਿਲਕ ਆ ਉਹ ਅੰਦਰ ਕੈਵਿਟੀ ਦੇ ਵਿੱਚ ਠੀਕ ਆ ਕੈਵਿਟੀ ਦੇ ਵਿੱਚ ਸਟੋਰਡ ਹੁੰਦਾ ਐਲਵੀਓਲਾਈ ਦੇ ਕੈਵਿਟੀ ਦੇ ਵਿੱਚ ਐਲਵੀਓਲਰ ਕੈਵਿਟੀ ਦੇ ਵਿੱਚ ਜਾਂ ਐਲਵੀਓਲਾਈ ਦੀ ਲਿਊਮਨ ਦੇ ਵਿੱਚ ਸਟੋਰਡ ਹੁੰਦਾ ਫਿਰ ਅੱਗੇ ਐਲਵੀਓਲਾਈ ਓਪਨ ਕਰਦੇ ਆ ਮੈਮਰੀ ਟਿਊਬਿਊਲਸ ਦੇ ਵਿੱਚ ਜਿਹੜਾ ਟਿਊਬਿਊਲਸ ਦੇ
ਉਹ ਕੀ ਆ ਜੁਆਇਨ ਕਰਕੇ ਫੋਰਮ ਬਣਾਉਂਦੇ ਆ ਮੈਮਰੀ ਡਕਟ। ਠੀਕ ਹੈ, ਹਰੇਕ ਲੋਬ ਦੇ ਜਿੰਨੇ ਵੀ ਟਿਊਬਿਊਲਸ ਹੋਣਗੇ ਇੱਕ ਲੋਬ ਦੇ, ਉਹ ਸਾਰੇ ਇੱਕ ਲੋਬ ਦਾ ਮਤਲਬ ਤੁਸੀਂ ਕਹਿ ਸਕਦੇ ਹੋ 15 ਤੋਂ 20 ਕੀ ਹੋਣਗੇ ਮੈਮਰੀ ਲੋਬਸ ਦੇ, ਤਾਂ 15 ਤੋਂ 20 ਹੀ ਮੈਮਰੀ ਡਕਟਸ ਹੋਣਗੇ। ਇੱਕ ਲੋਬ ਦੀ ਇੱਕੋ ਹੀ ਡਕਟ ਹੋਊਗੀ ਕਿਉਂਕਿ ਇੱਕ ਲੋਬ ਦੇ ਜਿੰਨੇ ਵੀ ਟਿਊਬਿਊਲਸ ਹੋਣਗੇ ਹੈ ਨਾ ਉਹ ਸਾਰੇ ਮਿਲ ਕੇ ਇੱਕ ਡਕਟ ਬਣਾ ਲੈਣਗੇ। ਸੈਵਰਲ ਮੈਮਰੀ ਡਕਟਸ, ਠੀਕ ਹੈ, ਸੈਵਰਲ ਮੈਮਰੀ ਡਕਟਸ ਜਿਹੜੇ ਆ ਤਾਂ ਮਤਲਬ 3-4 ਲੋਬਸ ਦੇ ਜਿਹੜੇ ਮੈਮਰੀ ਡਕਟਸ ਦੇ, ਠੀਕ ਆ, ਉਹ ਇਕੱਠੇ ਹੋਣਗੇ। 3-4 ਲੋਬਸ ਦੇ ਮੈਮਰੀ ਡਕਟਸ ਇਕੱਠੇ ਹੋ ਕੇ ਇੱਕ ਐਂਪੂਲਾ ਦੇ ਵਿੱਚ ਕੀ ਓਪਨ ਕਰ ਜਾਣਗੇ ਅਤੇ ਉਹਨਾਂ ਦੇ ਜਿਹੜੇ ਫਿਰ ਉਹ ਕੀ ਐਂਪੂਲਾ ਅੱਗੇ ਜਾ ਕੇ ਲੈਕਟੀਫੈਰਸ ਡਕਟ ਦੇ ਨਾਲ ਕਨੈਕਟ ਕਰ ਦਿੰਦਾ ਗਾ। ਤਾਂ ਲਗਭਗ ਤੁਸੀਂ ਕਹਿ ਸਕਦੇ ਹੋ ਕਿ 3-4 ਲੈਕਟੀਫੈਰਸ ਡਕਟ ਐਂਡ ਦੇ ਉੱਪਰ ਨਿੱਪਲ ਦੇ ਥਰੂ ਓਪਨ ਹੁੰਦੇ ਆ ਬਾਹਰ। ਠੀਕ ਹੈ, ਅਤੇ 3-4 ਹੀ ਕੀ ਹੋਣਗੇ ਐਂਪੂਲਾ ਹੋਣਗੇ। ਠੀਕ ਆ, ਅਤੇ ਫਿਰ ਲੈਕਟੀਫੈਰਸ ਡਕਟ ਦੇ ਥਰੂ ਜਿਹੜਾ ਹੈ ਮਿਲਕ ਬਾਹਰ ਐਕਸਪ੍ਰੈਸ ਹੁੰਦਾ ਬ੍ਰੈਸਟ ਫੀਡਿੰਗ ਦੇ ਦੌਰਾਨ। ਨੈਕਸਟ ਟੋਪਿਕ ਇਜ਼ ਗੈਮੀਟੋਜੈਨੇਸਿਸ। ਸੋ ਪ੍ਰਾਇਮਰੀ ਸੈਕਸ ਆਰਗਨਸ ਜਿਹੜਾ ਹੈਗਾ ਜਿਹੜੇ ਆ ਟੈਸਟਿਸ ਮੇਲਸ ਦੇ ਵਿੱਚ ਅਤੇ ਓਵਰੀ ਫੀਮੇਲ ਦੇ ਵਿੱਚ ਉਹ ਗੈਮੀਟਸ ਪ੍ਰੋਡਿਊਸ ਕਰਦੇ ਆ। ਸਪਰਮ ਮੇਲ ਦੇ ਵਿੱਚ ਪ੍ਰੋਡਿਊਸ ਹੁੰਦਾ ਅਤੇ ਓਵਮ ਫੀਮੇਲ ਦੇ ਵਿੱਚ ਪ੍ਰੋਡਿਊਸ ਹੁੰਦਾ ਹੈਗਾ। ਠੀਕ ਹੈ, ਅਤੇ ਇਹਨਾਂ ਦੇ ਪ੍ਰੋਡਕਸ਼ਨ ਦੇ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ ਗੈਮੀਟੋਜੈਨੇਸਿਸ ਕਹਿੰਦੇ ਹਾਂ। ਟੈਸਟਿਸ ਦੇ ਵਿੱਚ ਜਿਹੜੇ ਇਮੈਚੁਰ ਮੇਲ ਜਰਮ ਸੈਲਸ ਨੇ, ਠੀਕ ਹੈ, ਜਿਹਨੂੰ ਕਿ ਆਪਾਂ ਸਪਰਮੈਟੋਗੋਨੀਆ ਕਹਿੰਦੇ ਹਾਂ, ਉਹ ਸਪਰਮਸ ਪ੍ਰੋਡਿਊਸ ਕਰਦੇ ਨੇ ਬਾਏ ਸਪਰਮੈਟੋਜੈਨੇਸਿਸ। ਠੀਕ ਆ, ਅਤੇ ਜਿਹੜੀ ਸਪਰਮੈਟੋਜੈਨੇਸਿਸ ਉਹ ਪਿਊਬਰਟੀ ਦੇ ਉੱਪਰ ਹੀ ਸ਼ੁਰੂ ਹੁੰਦੀ ਆ। ਠੀਕ ਆ, ਜਿਹੜਾ ਸਪਰਮੈਟੋਗੋਨੀਆ ਹੁੰਦਾ ਹੈਗਾ ਸਿੰਗੂਲਰ, ਇੱਕ ਨੂੰ ਆਪਾਂ ਸਪਰਮੈਟੋਗੋਨੀਅਮ ਕਹਾਂਗੇ, ਕਾਫੀ ਸਾਰਿਆਂ ਨੂੰ ਸਪਰਮੈਟੋਗੋਨੀਆ ਕਹਾਂਗੇ। ਠੀਕ ਆ, ਉਹ ਕੀ ਆ ਸੈਮਨੀਫਰਸ ਟਿਊਬਿਊਲ ਦੇ ਵਾਲ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਆ ਅਤੇ ਕੀ ਆ ਪਹਿਲਾਂ ਮਲਟੀਪਲਾਈ ਕਰਦੇ ਨੇ ਅਤੇ ਆਪਣੇ ਨੰਬਰ ਇਨਕਰੀਜ਼ ਕਰ ਲੈਂਦੇ ਨੇ ਮਾਈਟੋਟਿਕ ਡਿਵੀਜ਼ਨ ਨਾਲ ਮਲਟੀਪਲਾਈ ਕਰਕੇ। ਹੁਣ ਇਹ ਮਾਈਟੋਟਿਕ ਡਿਵੀਜ਼ਨ ਨਾਲ ਮਲਟੀਪਲਾਈ ਕੀਤੇ ਆ ਤਾਂ ਇਹ ਇਕੁਏਸ਼ਨਲ ਡਿਵੀਜ਼ਨ ਹੁੰਦੀ ਆ, ਅਤੇ ਇੱਕ ਸਪਰਮੈਟੋਗੋਨੀਅਮ ਕੀ ਹੁੰਦਾ ਹੈਗਾ ਉਹ ਕੀ ਹੁੰਦਾ ਡਿਪਲੋਇਡ ਹੁੰਦਾ। ਹੁਣ ਇਹਨਾਂ ਨੇ ਮਾਈਟੋਟਿਕ ਡਿਵੀਜ਼ਨ ਕਰੀਏ ਤਾਂ ਸਾਰੇ ਦੇ ਸਾਰੇ ਜਿਹੜੇ ਵੀ ਪ੍ਰੋਡਕਟਸ ਵੀ ਹੋਣਗੇ ਇਹਨਾਂ ਦੀ ਮਾਈਟੋਟਿਕ ਡਿਵੀਜ਼ਨ ਤੋਂ ਬਾਅਦ ਉਹ ਵੀ ਕੀ ਹੋਣਗੇ ਡਿਪਲੋਇਡ ਹੀ ਹੋਣਗੇ। ਤਾਂ ਸਭ ਤੋਂ ਪਹਿਲਾਂ ਸਪਰਮੈਟੋਗੋਨੀਆ ਜਿਹੜੇ ਆ ਜਿਹਦੇ ਕਿ ਵੀ ਪ੍ਰੈਜ਼ੈਂਟ ਹੁੰਦੇ ਆ ਉਹ ਮਲਟੀਪਲਾਈ ਕਰਕੇ ਆਪਣੇ ਨੰਬਰ ਇਨਕਰੀਜ਼ ਕਰ ਲੈਂਦੇ। ਨੰਬਰ ਇਨਕਰੀਜ਼ ਕਰਕੇ ਕੀ ਆ ਕਾਫੀ ਸਾਰੇ ਸਪਰਮੈਟੋਗੋਨੀਆ ਬਣਾ ਲੈਂਦੇ ਆ। ਹਰੇਕ ਸਪਰਮੈਟੋਗੋਨੀਅਮ ਜਿਹੜਾ ਹੁੰਦਾ ਉਹ ਡਿਪਲੋਇਡ ਹੁੰਦਾ ਅਤੇ ਉਹਦੇ ਕੋਲ 46 ਕ੍ਰੋਮੋਸੋਮਸ ਹੁੰਦੇ ਆ। ਅਤੇ ਫਿਰ ਉਹਦੇ ਬਾਅਦ ਹੁਣ ਕਾਫੀ ਸਾਰੇ ਸਪਰਮੈਟੋਗੋਨੀਅਮ ਆਪਣੇ ਕੋਲ ਹੋ ਗਏ ਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਕੁਝ ਸਪਰਮੈਟੋਗੋਨੀਆ ਜਿਹੜੇ ਆ ਡਿਫਰੈਂਸ਼ੀਏਟ ਕਰਦੇ ਨੇ ਟੂ ਫਾਰਮ ਦਾ ਪ੍ਰਾਇਮਰੀ ਸਪਰਮੈਟੋਸਾਈਟ। ਠੀਕ ਆ, ਆਪਣੇ ਕੋਲ ਮੰਨ ਲਓ ਆਪਣੇ ਕੋਲ ਇੱਥੇ ਕੀ ਸੀਗੇ 4 ਸਪਰਮੈਟੋਗੋਨੀਆ ਪ੍ਰੈਜ਼ੈਂਟ ਸੀਗੇ। ਸੋ ਇਹ ਵੀ ਹੈਵ ਦਾ 4 ਸਪਰਮੈਟੋਗੋਨੀਆ। ਚਾਰੇ ਸਪਰਮੈਟੋਗੋਨੀਆ ਦੇ ਵਿੱਚੋਂ ਤੁਸੀਂ ਕਹੋ ਕਿ ਸਿਰਫ ਅਤੇ ਸਿਰਫ ਨਾ ਇੱਕੋ ਹੀ ਸਪਰਮੈਟੋਗੋਨੀਅਮ ਡਿਫਰੈਂਸ਼ੀਏਟ ਹੋਇਆ ਪ੍ਰਾਇਮਰੀ ਸਪਰਮੈਟੋਸਾਈਟ ਬਣਾਉਣ ਦੇ ਲਈ। ਸੋ ਇਹ ਪ੍ਰਾਇਮਰੀ ਸਪਰਮੈਟੋਸਾਈਟ ਬਣ ਗਿਆ। ਹੁਣ ਇਹ ਡਿਫਰੈਂਸ਼ੀਏਟ ਕਿੱਦਾਂ ਹੋਇਆ ਮਤਲਬ ਉਹਦਾ ਕੀ ਸਾਈਜ਼ ਵੱਡਾ ਹੋ ਜਾਂਦਾ। ਜਿਹੜੇ ਸਪਰਮੈਟੋਗੋਨੀਅਮ ਨੇ ਪ੍ਰਾਇਮਰੀ ਸਪਰਮੈਟੋਸਾਈਟ ਬਣਾਉਣਾ ਹੁੰਦਾ ਤਾਂ ਉਹ ਆਪਦਾ ਸਾਈਜ਼ ਵੱਡਾ ਕਰ ਲੈਂਦਾ ਬਾਈ ਇਨਕਰੀਜ਼ਿੰਗ ਇਟਸ ਸਾਈਟੋਪਲਾਜ਼ਮਿਕ ਕੰਟੈਂਟ। ਠੀਕ ਆ, ਉਹਦਾ ਵੱਡਾ ਕਰ ਲਿਆ ਆਪਦੇ ਆਪ ਨੂੰ। ਠੀਕ ਹੈ, ਅਤੇ ਇਹ ਡਿਫਰੈਂਸ਼ੀਏਟ ਹੋ ਗਿਆ ਪ੍ਰਾਇਮਰੀ ਸਪਰਮੈਟੋਸਾਈਟ ਬਣਾਉਣ ਦੇ ਲਈ। ਫਿਰ ਉਹ ਤੋਂ ਬਾਅਦ ਜਿਹੜਾ ਪ੍ਰਾਇਮਰੀ ਸਪਰਮੈਟੋਸਾਈਟ ਆ ਉਹ ਕੀ ਆ ਪੀਰੀਓਡਿਕਲੀ ਮਿਓਸਿਸ ਕਰਦਾ। ਠੀਕ ਹੈ, ਪ੍ਰਾਇਮਰੀ ਸਪਰਮੈਟੋਸਾਈਟ ਫਸਟ ਪੀਰੀਓਡਿਕ ਡਿਵੀਜ਼ਨ ਕਰੂਗਾ। ਫਸਟ ਪੀਰੀਓਡਿਕ ਡਿਵੀਜ਼ਨ ਕੀ ਹੁੰਦੀ ਹੈ ਰਿਡਕਸ਼ਨਲ ਡਿਵੀਜ਼ਨ ਹੁੰਦੀ ਆ। ਅਤੇ ਫਸਟ ਪੀਰੀਓਡਿਕ ਡਿਵੀਜ਼ਨ ਤੋਂ ਬਾਅਦ 2 ਇਕੁਅਲ ਹੈਪਲੋਇਡ ਸੈਲਸ ਬਣ ਕੇ ਜਿਹਨਾਂ ਨੂੰ ਕਿ ਆਪਾਂ ਸੈਕੰਡਰੀ ਸਪਰਮੈਟੋਸਾਈਟਸ ਕਹਿੰਦੇ ਹਾਂ। ਅਤੇ ਸੈਕੰਡਰੀ ਸਪਰਮੈਟੋਸਾਈਟਸ ਦੇ ਜਿਹਦਾ ਕਿ ਉਹ ਹੈਪਲੋਇਡ ਨੇ, ਜਿਹਦਾ ਕਿ ਉਹ ਕੀ ਆ ਮਿਓਸਿਸ 1 ਤੋਂ ਬਣੇ ਨੇ ਡਿਪਲੋਇਡ ਸੈਲਸ ਦੀ। ਠੀਕ ਆ, ਅਤੇ ਮਿਓਸਿਸ 1 ਕੀ ਰਿਡਕਸ਼ਨਲ ਡਿਵੀਜ਼ਨ ਹੁੰਦੀ ਹੈ ਤਾਂ ਉਹ ਕੀ ਹੈਪਲੋਇਡ ਹੈ ਅਤੇ ਉਹਦੇ ਕੋਲ ਸਿਰਫ ਅਤੇ ਸਿਰਫ 23 ਕ੍ਰੋਮੋਸੋਮਸ ਹੋਣਗੇ। ਫਿਰ ਉਹ ਤੋਂ ਬਾਅਦ ਜਿਹੜਾ ਸੈਕੰਡਰੀ ਸਪਰਮੈਟੋਸਾਈਟ ਆ ਉਹ ਕੀ ਆ ਸੈਕਿੰਡ ਪੀਰੀਓਡਿਕ ਡਿਵੀਜ਼ਨ ਕਰੂਗਾ ਅਤੇ ਸੈਕਿੰਡ ਪੀਰੀਓਡਿਕ ਡਿਵੀਜ਼ਨ ਕਰਕੇ 4 ਇਕੁਅਲ ਹੈਪਲੋਇਡ ਸਪਰਮੈਟਿਡਸ ਬਣਾਊਗਾ। ਠੀਕ ਆ, ਸਭ ਤੋਂ ਪਹਿਲਾਂ 4 ਸਪਰਮੈਟੋਗੋਨੀਆ ਸੀਗੇ, ਉਹਨਾਂ ਦੇ ਵਿੱਚੋਂ ਸਿਰਫ ਅਤੇ ਸਿਰਫ ਇੱਕ ਡਿਫਰੈਂਸ਼ੀਏਟ ਕਰਕੇ ਪ੍ਰਾਇਮਰੀ ਸਪਰਮੈਟੋਸਾਈਟ ਬਣੇ। ਇਹਦੀ ਮਿਓਸਿਸ 1 ਕਰੀ ਜਿਹਨੂੰ ਕਿ ਆਪਾਂ ਰਿਡਕਸ਼ਨਲ ਡਿਵੀਜ਼ਨ ਕਹਿ ਰਹੇ ਹਾਂ। ਠੀਕ ਹੈ, ਅਤੇ ਇਹ ਤੋਂ ਕੀ ਆ ਜਿਹੜਾ ਆ ਸੀ ਇਸੇ ਹੀ ਡਿਪਲੋਇਡ ਸੀ। ਇੱਥੇ ਕੋਈ ਡਿਵੀਜ਼ਨ ਤਾਂ ਸਿਰਫ ਅਤੇ ਸਿਰਫ ਡਿਫਰੈਂਸ਼ੀਏਸ਼ਨ ਹੋਈ ਆ ਅਤੇ ਇਹ ਵੀ ਡਿਪਲੋਇਡ ਹੀ ਹੋਊਗਾ ਜਿਹੜਾ ਪ੍ਰਾਇਮਰੀ ਸਪਰਮੈਟੋਸਾਈਟ ਹੋਊਗਾ। ਠੀਕ ਆ, ਫਿਰ ਪ੍ਰਾਇਮਰੀ ਸਪਰਮੈਟੋਸਾਈਟ ਨੇ ਮਿਓਸਿਸ 1 ਕਰਕੇ 2 ਹੈਪਲੋਇਡ ਸੈਕੰਡਰੀ ਸਪਰਮੈਟੋਸਾਈਟ ਬਣਾ ਲਈ। ਠੀਕ ਹੈ, ਠੀਕ। ਫਿਰ ਉਹ ਤੋਂ ਬਾਅਦ ਸੈਕੰਡਰੀ ਸਪਰਮੈਟੋਸਾਈਟ ਸੇ ਮਿਓਸਿਸ 2 ਕਰੀ। ਮਿਓਸਿਸ 2 ਕੀ ਹੁੰਦੀ ਆ ਇਕੁਏਸ਼ਨਲ ਡਿਵੀਜ਼ਨ ਹੁੰਦੀ ਆ। ਜੇ ਇਹ ਹੈਪਲੋਇਡ ਸੀ ਤਾਂ ਇਹਦੇ ਪ੍ਰੋਡਕਟਸ ਵੀ ਜਿਹੜੇ ਹੋਣਗੇ ਉਹ ਵੀ ਹੈਪਲੋਇਡ ਹੀ ਹੋਣਗੇ। ਤਾਂ 2 ਸੈਕੰਡਰੀ ਸਪਰਮੈਟੋਸਾਈਟਸ ਤੋਂ ਕਿੰਨੇ ਬਣ ਜਾਣਗੇ ਐਂਡ 'ਤੇ 4 ਸਪਰਮੈਟਿਡਸ ਬਣ ਗਏ। ਠੀਕ ਆ, ਸਪਰਮੈਟਿਡਸ ਜਿਹੜੇ ਆ ਇਹ
ਹੁੰਦੇ ਹੈਪਲੋਇਡ ਆ ਬਟ ਥੀਸ ਆਰ ਨਾਟ ਦ ਸਪਰਮਸ, ਠੀਕ ਹੈ, ਕਿਉਂਕਿ ਇਹ ਕੀ ਆ, ਇੱਕ ਤਾਂ ਨੋਨ ਮੋਟਾਈਲ ਹੁੰਦੇ ਆ ਅਤੇ ਇਹਦੇ ਵਿੱਚ ਗੋਲਜੀ ਬੋਡੀ, ਨਿਊਕਲੀਅਸ ਐਂਡ ਆਲ ਸਭ ਕੁਝ ਇੱਦਾਂ ਹੀ ਪ੍ਰੈਜ਼ੈਂਟ ਹੁੰਦਾ ਹੈਗਾ, ਠੀਕ ਆ, ਅਤੇ ਇਹਨਾਂ ਦਾ ਵੇਟ ਵੀ ਥੋੜ੍ਹਾ ਵੱਧ ਹੁੰਦਾ ਸਪਰਮਸ ਦੇ ਕੰਪੈਰੇਟਿਵਲੀ। ਫਿਰ ਇਹਨਾਂ ਨੇ ਅੱਗੇ ਡਿਫਰੈਂਸ਼ੀਏਟ ਕਰਨਾ ਹੁੰਦਾ, ਦੀ ਡਿਫਰੈਂਸ਼ੀਏਟ ਟੂ ਫਾਰਮ ਦ ਸਪਰਮਸ, ਠੀਕ ਹੈ, ਇੱਕ ਸਪਰਮੇਟਡ ਤੋਂ ਇੱਕ ਸਪਰਮਡ ਹੋਗਾ, ਤਾਂ ਟੋਟਲ ਇੱਥੇ ਆਪਣੇ ਕੋਲ 4 ਸਪਰਮਾ ਜਾਣਗੇ। ਇੱਥੇ ਸਪਰਮਸ ਦੇ ਕੋਲ ਕੀ ਹੁੰਦਾ, ਉਹਨਾਂ ਦਾ ਜਿਹੜਾ ਗੋਲਜੀ ਬੋਡੀ ਐਕਰੋਸੋਮ ਦੇ ਵਿੱਚ ਕਨਵਰਟ ਹੋ ਸਕਦੀ ਹੈ, ਉਹਨਾਂ ਦਾ ਜਿਹੜਾ ਨਿਊਕਲੀਅਸ ਉਹ ਸਿਰਫ ਹੈੱਡ ਤੱਕ ਜਿਹੜਾ ਹੈ ਸੀਮਿਤ ਰਹਿ ਜਾਂਦਾ ਹੈ, ਐਲੋਂਗੇਟਡ ਹੁੰਦਾ, ਉਹਨਾਂ ਦੇ ਜਿਹੜੇ ਮਾਈਟੋਕੌਂਡਰੀਆ ਨੇ ਉਹ ਕੀ ਸਿਰਫ ਮਿਡਲ ਪੀਸ ਦੇ ਵਿੱਚ ਅਰੇਂਜ ਹੋ ਜਾਂਦੇ ਆ। ਸੋ ਇਹ ਸਾਰੀ ਡਿਫਰੈਂਸ਼ੀਏਸ਼ਨ ਤੋਂ ਬਾਅਦ ਜਿਹੜਾ ਸਪਰਮਾਟੇਡਾ ਉਹ ਸਪਰਮੈਟੋਜ਼ੋਆ ਦੇ ਵਿੱਚ ਕਨਵਰਟ ਹੋ ਜਾਊਗਾ, ਅਤੇ ਇਸ ਪ੍ਰੋਸੈਸ ਆਫ ਡਿਫਰੈਂਸ਼ੀਏਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ, ਸਪਰਮੀਓਜੈਨੇਸਿਸ ਕਹਿ ਰਹੇ ਹਾਂ, ਠੀਕ ਆ। ਜਿਹੜੇ ਸਕੈਲੀ ਸਪਰਮੈਟੋਸਾਈਟਸ ਉਹਨਾਂ ਨੇ ਸੈਕੰਡ ਪੀਰੀਓਡਿਕ ਡਿਵੀਜ਼ਨ ਕਰੀ ਤੇ 4 ਇਕੁਅਲ ਹੈਪਲੋਇਡ ਸਪਰਮੈਟੋਸ ਬਣਾ ਲਏ। ਵਟ ਵੁੱਡ ਬੀ ਦ ਨੰਬਰ ਆਫ ਕ੍ਰੋਮੋਸੋਮ ਇਨ ਦ ਸਪਰਮੈਟਡ, ਓਬਵੀਅਸਲੀ ਦੇ ਵੁੱਡ ਬੀ 23 ਕਿਉਂਕਿ ਹੈਪਲੋਇਡ ਨੇ, ਠੀਕ ਆ। ਜਿਹੜੇ ਸਪਰਮੈਟਿਡਸ ਨੇ ਉਹਦੇ ਬਾਅਦ ਜਿਹੜੇ ਆ ਉਹ ਟ੍ਰਾਂਸਫਾਰਮ ਹੋ ਜਾਂਦੇ ਆ ਸਪਰਮੈਟੋਜ਼ੋਆ ਦੇ ਵਿੱਚ ਬਾਈ ਦ ਪ੍ਰੋਸੈਸ ਕਾਲਡ ਸਪਰਮੀਓਜੈਨੇਸਿਸ। ਸਪਰਮੀਓਜੈਨੇਸਿਸ ਦੇ ਵਿੱਚ ਸਪਰਮੀਓਜੈਨੇਸਿਸ ਤੋਂ ਬਾਅਦ ਜਿਹੜਾ ਸਪਰਮ ਦਾ ਹੈਡ ਆ ਉਹ ਐਮਬੈਡ ਹੋ ਜਾਂਦਾ ਹੈਗਾ ਸੈਟੋਰੀ ਸੈੱਲ ਦੇ ਵਿੱਚ, ਔਰ ਯੂ ਕੈਨ ਸੇ ਨਰਸ ਸੈੱਲ ਦੇ ਵਿੱਚ, ਠੀਕ ਹੈ। ਤੇ ਫਾਈਨਲੀ ਉਹਦੋਂ ਬਾਅਦ ਜਿਹੜੇ ਸਪਰਮਸ ਨੇ, ਠੀਕ ਹੈ, ਜਦੋਂ ਫੁੱਲੀ ਮੈਚੋਰ ਹੋ ਗਏ, ਉਹਨਾਂ ਨੂੰ ਨਿਊਟ੍ਰੀਸ਼ਨ ਵੀ ਮਿਲੀ ਕਿ ਸੈਟੋਰੀ ਸੈੱਲ ਤੋਂ, ਠੀਕ ਹੈ। ਫਾਈਨਲੀ ਜਿਹੜੇ ਸਪਰਮਸ ਨੇ ਉਹ ਕੀ ਹੈ, ਸੈਮੀਫੈਰਸ ਟਿਊਬਿਊਲ ਤੋਂ ਰਿਲੀਜ਼ ਹੋ ਜਾਂਦੇ ਆ, ਠੀਕ ਹੈ। ਤੇ ਦ ਪ੍ਰੋਸੈਸ ਬਾਈ ਵਿਚ ਦ ਸਪਰਮਸ ਆਰ ਰਿਲੀਜ਼ਡ ਫਰੋਮ ਦ ਸੈਮੀਫੈਰਸ ਟਿਊਬਿਊਲ ਉਹਨੂੰ ਆਪਾਂ ਕਹਿੰਦੇ ਆ ਸਪਰਮੀਏਸ਼ਨ, ਠੀਕ ਹੈ। ਸੈਮੀਫੈਰਸ ਟਿਊਬਿਊਲ ਤੋਂ ਰਿਲੀਜ਼ ਹੋ ਕੇ ਰੈਟੀਟੈਸਟਿਸ ਤੋਂ ਜਾਂਦੇ ਹੋਏ ਵਾਸਾ ਫ੍ਰੈਕਚਰ ਦੇ ਵਿੱਚ ਐਂਟਰ ਕਰਕੇ ਫਿਰ ਐਪੀਡਿਡਾਈਮਿਸ ਦੇ ਵਿੱਚ ਐਂਡ ਤੇ ਜਾ ਕੇ ਐਂਟਰ ਕਰਦੇ ਤੇ ਉੱਥੇ ਹੀ ਉਹ ਸਟੋਰਡ ਹੁੰਦੇ ਆ ਫॉर ਅਬਾਊਟ 72 ਆਵਰਸ। ਸੋ ਇੱਥੇ ਆਪਾਂ ਨੂੰ ਕੀ ਹੈ, ਡਾਇਗਰਾਮੈਟਿਕ ਸਟਰਕਚਰਲ ਵਿਊ ਦਿੱਤਾ ਹੈਗਾ ਸੈਮੀਫੈਰਸ ਟਿਊਬਿਊਲ ਦਾ। ਸੋ ਆਪਣੇ ਕੋਲ ਇੱਥੇ ਸਪਰਮੈਟੋਕੋਰੀਆ ਸੀ ਕਿ ਉਹਨਾਂ ਨੇ ਕੀ ਬਾਇਓਟਿਕ ਡਿਵੀਜ਼ਨ ਬਾਇਓਟਿਕ ਡਿਵੀਜ਼ਨ ਕਰਕੇ ਕੀ ਹੈ ਪ੍ਰਾਇਮਰੀ ਸਪਰਮੈਟੋਸਾਈਟ ਬਣਾਇਆ। ਇਹਦਾ ਸਾਈਜ਼ ਥੋੜਾ ਛੋਟਾ ਸੀ, ਹੁਣ ਦੇਖੋ ਇੱਥੇ ਕੀ ਵੱਡਾ ਸਾਈਜ਼ ਹੈਗਾ ਆਪਣੇ ਕੋਲ ਪ੍ਰਾਇਮਰੀ ਸਪਰਮੈਟੋਸਾਈਟ ਦਾ। ਫਿਰ ਤੇ ਆਪਣੇ ਕੋਲ ਇੱਥੇ ਸੈਟੋਲੀ ਸੈੱਲ ਦਾ ਕੰਮ ਕੀ ਹੋਊਗਾ, ਇਹਨਾਂ ਸਾਰਿਆਂ ਨੂੰ ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ। ਫਿਰ ਉਹ ਤੋਂ ਬਾਅਦ ਜਿਹੜਾ ਪ੍ਰਾਇਮਰੀ ਸਪਰਮੈਟੋਸਾਈਟ ਸੀਗਾ ਉਹਨੇ ਕੀ ਆ ਫਸਟ ਪੀਰੀਓਡਿਕ ਡਿਵੀਜ਼ਨ ਕਰਕੇ ਕੀ ਬਣਾਈ, ਸੈਕੰਡਰੀ ਸਪਰਮੈਟੋਸਾਈਟ ਬਣਾਈ। ਫਿਰ ਸੈਕੰਡਰੀ ਸਪਰਮੈਟੋਸਾਈਟ ਸੇ ਸੈਕੰਡ ਪੀਰੀਓਡਿਕ ਡਿਵੀਜ਼ਨ ਕਰਕੇ ਕੀ ਬਣਾਇਆ, ਸਪਰਮਾਟਿਡ ਬਣਾਇਆ, ਠੀਕ ਹੈ। ਫਿਰ ਸਪਰਮਾਟਿਡ ਤੋਂ ਸਪਰਮੈਟੋਜ਼ੋਆ ਬਣ ਗਿਆ। ਫਿਰ ਉਹ ਤੋਂ ਬਾਅਦ ਉਹਨਾਂ ਨੇ ਉਹਦਾ ਹੈਡ ਐਮਬੈਡ ਕਰ ਲਿਆ ਕਿਹਦੇ ਵਿੱਚ, ਸੈਟੋਲੀ ਸੈੱਲ ਦੇ ਵਿੱਚ, ਠੀਕ ਹੈ। ਤੇ ਉਹ ਪੂਰੇ ਫੁੱਲੀ ਮੈਚੁਰ ਹੋ ਗਏ। ਸਪਰਮੈਟੋਜੈਨੇਸਿਸ ਕਦੋਂ ਸਟਾਰਟ ਹੁੰਦੀ ਹੈ, ਪਿਊਬਰਟੀ ਦੇ ਉੱਪਰ ਸਟਾਰਟ ਹੁੰਦੀ ਹੈ। ਡਿਊ ਟੂ ਦ ਸਿਗਨੀਫਿਕੈਂਟ ਕਿਉਂ ਸਟਾਰਟ ਹੁੰਦੀ ਆ, ਠੀਕ ਆ, ਕਿਉਂਕਿ ਉਸ ਪਿਊਬਰਟੀ ਦੇ ਵੇਲੇ ਕੀ ਆ ਗੋਨਾਡੋਟ੍ਰੋਫਿਨ ਰਿਲੀਜ਼ਿੰਗ ਹਾਰਮੋਨ ਦੇ ਵਿੱਚ ਸਿਗਨੀਫਿਕੈਂਟ ਇਨਕਰੀਜ਼ ਹੁੰਦਾ, ਇੱਕਦਮ ਕਾਫੀ ਜ਼ਿਆਦਾ ਗੋਨਾਡੋਟ੍ਰੋਫਿਨ ਰਿਲੀਜ਼ਿੰਗ ਹਾਰਮੋਨ ਸਿਕਰੀਟ ਹੁੰਦਾ ਹੈਗਾ ਬਾਈ ਦਾ ਹਾਈਪੋਥੈਲੇਮਸ, ਠੀਕ ਹੈ। ਤੁਹਾਨੂੰ ਪਤਾ ਹੀ ਹੈ ਕਿ ਹਾਈਪੋਥੈਲੇਮਿਕ ਹਾਰਮੋਨ ਹੁੰਦਾ ਹੈਗਾ ਗੋਨਾਡੋਟ੍ਰੋਫਿਨ ਰਿਲੀਜ਼ਿੰਗ ਹਾਰਮੋਨ। ਉਹਨਾਂ ਨੂੰ ਨਾਮ ਤੋਂ ਕੀ ਪਤਾ ਲੱਗ ਰਿਹਾ, ਇਹਦਾ ਨਾਮ ਹੈ ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ। ਮਤਲਬ ਕਿ ਇਹ ਕੀ ਆ ਗੋਨਾਡੋਟ੍ਰੋਪਿਨ ਜਿਹੜਾ ਹਾਰਮੋਨ ਆ ਉਹਨੂੰ ਰਿਲੀਜ਼ ਕਰਾਉਣ ਵਾਲਾ ਹਾਰਮੋਨ ਆ, ਠੀਕ ਆ। ਮਤਲਬ ਇਹ ਗੋਨਾਡੋਟ੍ਰੋਪਿਨ ਨਹੀਂ ਹੈਗਾ, ਗੋਨਾਡੋਟ੍ਰੋਪਿਨ ਹਾਰਮੋਨ ਨੂੰ ਰਿਲੀਜ਼ ਕਰਾਉਣ ਵਾਲਾ ਹਾਰਮੋਨ ਉਹਨੂੰ ਆਪਾਂ ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਕਹਿੰਦੇ ਹਾਂ। ਤੇ GnRH ਨੂੰ ਕੌਣ ਰਿਲੀਜ਼ ਕਰਦਾ, ਹਾਈਪੋਥੈਲੇਮਸ ਰਿਲੀਜ਼ ਕਰਦਾ, ਠੀਕ ਆ। ਫਿਰ ਉਹਦੇ ਬਾਅਦ ਗੋਨਾਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਦਾ ਜਿਹੜਾ ਇਨਕਰੀਜ਼ਡ ਲੈਵਲ ਆ ਫਿਰ ਐਂਟੀਰੀਅਰ ਪਿਟਿਊਟਰੀ ਦੇ ਉੱਪਰ ਉਹ ਐਕਟ ਕਰਦਾ ਤੇ ਸਟਿਮੂਲੇਟ ਕਰਦਾ ਸਿਕਰੀਸ਼ਨ ਨੂੰ, ਕਿਹਦੀ ਸਿਕਰੀਸ਼ਨ, ਦੋ ਗੋਨਾਡੋਟ੍ਰੋਪਿਨਸ ਦੀ ਸਿਕਰੀਸ਼ਨ ਨੂੰ, ਠੀਕ ਹੈ। ਦੋ ਗੋਨਾਡੋਟ੍ਰੋਪਿਨਸ ਦੀ ਸਿਕਰੀਸ਼ਨ ਨੂੰ ਉਹ ਸਟਿਮੂਲੇਟ ਕਰਦਾ, ਦੋ ਗੋਨਾਡੋਟ੍ਰੋਪਿਨਸ ਨੂੰ ਰਿਲੀਜ਼ ਕਰਾਉਂਦਾ। ਕਿਹੜੇ ਕਿਹੜੇ ਦੋ ਗੋਨਾਡੋਟ੍ਰੋਪਿਨਸ, ਇੱਕ ਹੈਗਾ ਲਿਊਟੇਨਾਈਜ਼ਿੰਗ ਹਾਰਮੋਨ, ਸੈਕੰਡ ਹੈਗਾ ਫੋਲਿਕਲ ਸਟਿਮੂਲੇਟਿੰਗ ਹਾਰਮੋਨ, ਮਤਲਬ LH ਤੇ FSH। ਜਿਹੜਾ LH ਆ ਉਹ ਕਿਹਦੇ ਉੱਪਰ ਐਕਟ ਕਰਦਾ, ਉਹ ਲੇਡਿਕ ਸੈਲਸ ਦੇ ਉੱਪਰ ਐਕਟ ਕਰਦਾ ਤੇ ਸਟਿਮੂਲੇਟ ਕਰਦਾ synthesis and secretion of androgens, ਠੀਕ ਆ। ਸਿੰਥੇਸਿਸ ਆਫ ਸਿਕ੍ਰੀਸ਼ਨ ਆਫ ਐਂਡਰੋਜਨਸ ਆਪਾਂ ਨੇ ਪਿੱਛੇ ਪੜ੍ਹਿਆ ਕੌਣ ਕਰਾਉਂਦਾ, ਲੇਡਿੰਗ ਸੈਲਸ ਕਰਾਉਂਦੇ ਆ, ਠੀਕ ਆ। ਕਿਉਂ ਹੋਈ ਇਹ, ਕਿਉਂਕਿ ਜਿਹੜਾ ਇਹਨਾਂ ਦੇ ਉੱਪਰ ਲਿਊਟੇਨਾਈਜ਼ਿੰਗ ਹਾਰਮੋਨ ਲੇਡਿੰਗ ਸੈਲਸ ਦੇ ਉੱਪਰ ਐਕਟ ਕੀਤਾ ਜਿਸ ਕਰਕੇ, ਠੀਕ ਹੈ। ਉਹਦਾ ਥੱਪੜ ਖਾ ਕੇ ਉਹਨੇ ਕੀ ਆ ਪਹਿਲਾਂ ਟੈਸਟੀਕੂਲਰ ਹਾਰਮੋਨਸ ਨੂੰ ਸਿੰਥੇਸਾਈਜ਼ ਕਰਿਆ, ਫਿਰ ਉਹਨਾਂ ਨੂੰ ਸਿਕ੍ਰੀਟ ਕਰਿਆ ਕਿਹਨੂੰ, ਐਂਡਰੋਜਨਸ ਨੂੰ, ਠੀਕ ਹੈ। ਫਿਰ ਐਂਡਰੋਜਨਸ ਉਹਦੇ ਬਾਅਦ ਕੀ ਕਰਦੇ ਨੇ, ਐਂਡਰੋਜਨਸ ਸਭ ਤੋਂ ਪਹਿਲਾਂ GnRH ਹੋਇਆ ਰਿਲੀਜ਼, GnRH ਤੇ ਐਂਟੀਰੀਅਰ ਪਿਟਿਊਟਰੀ ਦੇ ਉੱਪਰ ਐਕਟ ਕੀਤਾ, ਐਂਟੀਰੀਅਰ ਪਿਟਿਊਟਰੀ ਨੇ ਲਿਊਟੇਨਾਈਜ਼ਿੰਗ ਹਾਰਮੋਨ ਸਿਕ੍ਰੀਟ ਕੀਤਾ, ਲਿਊਟੇਨਾਈਜ਼ਿੰਗ ਹਾਰਮੋਨ ਨੇ ਲੇਡਿਕ ਸੈਲਸ ਦੇ ਉੱਪਰ ਐਕਟ ਕੀਤਾ, ਲੇਡਿਕ ਸੈਲਸ ਨੇ ਐਂਡਰੋਜਨਸ ਜੋ ਸਿੰਥੇਸਾਈਜ਼ ਤੇ ਸਿਕ੍ਰੀਟ ਕੀਤਾ, ਫਿਰ ਐਂਡਰੋਜਨਸ ਨੇ ਸਪਰਮੈਟੋਜੈਨੇਸਿਸ ਕਰਾਈ। ਓਕੇ, ਤੁਹਾਡੇ ਉੱਥੇ ਕੀ ਹੈ, ਕਾਫੀ ਸਿਮਿਲਰ ਹੈ ਉਸ ਸਟੋਰੀ ਦੇ। ਕਿਹੜੀ ਸਟੋਰੀ ਭਲਾ, ਉਹ ਦਰਖਤ ਦੇ ਉੱਪਰ ਦਾਣਾ ਹੁੰਦਾ ਚਿੜੀ ਦਾ, ਫਿਰ ਕਾਫੀ ਵੱਡੀ ਸਟੋਰੀ ਆ, ਚਲੋ ਛੱਡੋ, ਵੀ ਆ ਸਟੱਡੀ ਕਰਾਓ। ਕਾਫੀ ਸਿਮਿਲਰ ਹੈ, ਅਗਰ ਤੁਹਾਨੂੰ ਪਤਾ ਲੱਗ ਗਿਆ ਹੋਵੇ ਕਿ ਮੈਂ ਕਿਹੜੀ ਸਟੋਰੀ ਦੀ ਗੱਲ ਕਰ ਰਹੀ ਹਾਂ। ਸੋ ਫੋਲਿਕਲ ਸਟਿਮੂਲੇਟਿੰਗ ਹਾਰਮੋਨ ਜਿਹੜਾ ਹੈਗਾ ਸੈਟੋਰੀ ਸੈਲਸ ਦੇ ਉੱਪਰ ਐਕਟ ਕਰਦਾ ਹੈਗਾ ਤੇ ਸਟਿਮੂਲੇਟ ਕਰਦਾ
ਸਿਕਰੀਸ਼ਨ ਆਫ ਸਬ ਫੈਕਟਰਸ ਤੋਂ, ਤੇ ਉਹ ਫੈਕਟਰ ਜਿਹੜੇ ਆ ਸਪਰਮੀਓਜੈਨੇਸਿਸ ਤੋਂ ਹੈਲਪ ਕਰਦੇ ਆ। ਠੀਕ ਆ, ਸਰਟੋਲੀ ਸੈਲਸ ਦੇ ਉੱਪਰ ਕੌਣ ਐਕਟ ਕਰੂਗਾ? ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਲਿਊਟੇਨਾਈਜ਼ਿੰਗ ਹਾਰਮੋਨ ਕਿਹਦੇ ਉੱਪਰ ਐਕਟ ਕਰੂਗਾ? ਲੇਡਿੰਗ ਸੈਲਸ ਦੇ ਉੱਪਰ ਐਕਟ ਕਰੂਗਾ। ਠੀਕ ਹੈ, ਤੇ ਲਿਊਟੇਨਾਈਜ਼ਿੰਗ ਹਾਰਮੋਨ ਦੇ ਕੰਮ ਤੇ ਪਤਾ ਲੱਗ ਗਿਆ ਕਿ ਐਂਡਰੋਜਨ ਸਿਕਰੀਟ ਕਰਾਊਗਾ, ਫਿਰ ਐਂਡਰੋਜਨ ਜਿਹੜੇ ਆ ਸਪਰਮੇਟੋਜੈਨੇਸਿਸ ਨੂੰ ਸਟਿਮੂਲੇਟ ਕਰਨਗੇ। ਠੀਕ ਆ, ਤੇ ਜਿਹੜਾ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਆ ਉਹ ਕੀ ਕਰੂਗਾ? ਸਰਟੋਲੀ ਸੈਲਸ ਦੇ ਉੱਪਰ ਐਕਟ ਕਰੂਗਾ ਤੇ ਕੁਝ ਫੈਕਟਰਸ ਰਿਲੀਜ਼ ਕਰਾਊਗਾ ਫਰੋਮ ਦਾ ਸਰਟੋਲੀ ਸੈਲ, ਤੇ ਉਹ ਫੈਕਟਰ ਕਿਹਨੂੰ ਸਟਿਮੂਲੇਟ ਕਰਨਗੇ, ਕਿਹਦੇ ਵਿੱਚ ਹੈਲਪ ਕਰਨਗੇ? ਸਪਰਮੀਓਜੈਨੇਸਿਸ ਦੇ ਵਿੱਚ ਹੈਲਪ ਕਰਨਗੇ। ਮਤਲਬ ਦ ਕਨਵਰਜਨ ਆਫ ਦ ਸਪਰਮੈਟਿਡਸ ਇਨਟੂ ਦ ਸਪਰਮੈਟੋਜ਼ੋਆ, ਉਸ ਪ੍ਰੋਸੈਸ ਵਿੱਚ ਉਹ ਹੈਲਪ ਕਰਨਗੇ। ਲੈਟ ਅਸ ਐਗਜ਼ਾਮਾਈਨ ਦ ਸਟਰਕਚਰ ਆਫ ਸਪਰਮ। ਹੁਣ ਆਪਾਂ ਸਟਰਕਚਰ ਦੇਖਦੇ ਹਾਂ ਸਪਰਮ ਦਾ। ਇਹ ਕੀ ਆ? ਮਾਈਕਰੋਸਕੋਪ ਇੱਕ ਸਟਰਕਚਰ ਹੁੰਦਾ ਤੇ ਇਹਦੇ ਕੋਲ ਕਿਹੜੇ ਕਿਹੜੇ ਪਾਰਟ ਹੁੰਦੇ ਆ? ਹੈਡ, ਨੈਕ, ਮਿਡਲ ਪੀਸ ਤੇ tail. These are the parts of a sperm. ठीक है, so before reading further ਆਪਾਂ ਕੀ ਆ sperm ਦਾ structure ਦੇਖ ਲੈਂਦੇ ਆ। so this is the structure of a sperm. so ਆ ਸਭ ਤੋਂ ਪਹਿਲਾਂ ਉਹਦਾ ਹੈਡ ਆ, ਫਿਰ ਉਹਦੀ ਛੋਟੀ ਜਿਹੀ ਨੈਕ ਆ, ਫਿਰ ਉਹਦਾ ਮਿਡਲ ਪੀਸ ਆ, ਤੇ ਸਭ ਤੋਂ ਲੰਬੀ ਟੇਲ ਨੀਚੇ ਉਹਦੀ ਹੈਗੀ ਆ। ਸਭ ਤੋਂ ਹੈਡ ਤੋਂ ਉੱਪਰਲਾ ਸਟਰਕਚਰ ਕੀ ਆ? ਠੀਕ ਆ, ਐਕਰੋਜ਼ੋਮ। ਐਕਰੋਜ਼ੋਮ ਕੀ ਹੈ? ਗੋਲਜੀ ਬੋਡੀ ਦੀ ਹੀ ਮੋਡੀਫਿਕੇਸ਼ਨ ਆ। ਠੀਕ ਆ, ਐਕਰੋਜ਼ੋਮ ਦੇ ਕੋਲ ਲਾਈਟਿਕ ਐਂਜ਼ਾਈਮਸ ਹੁੰਦੇ ਆ ਜਿਹੜੇ ਕਿ ਜ਼ੋਨਾ ਪੈਲੂਸਿਡਾ ਨੂੰ ਓਵਮ ਦੇ ਮੈਂਬਰੇਨਸ ਨੂੰ ਕੀ ਕਰਨਗੇ? ਰਪਚਰ ਕਰਕੇ ਓਵਮ ਦੇ ਅੰਦਰ ਐਂਟਰ ਕਰਨਗੇ। ਠੀਕ ਆ, ਫਿਰ ਜਿਹੜਾ ਇਹਦਾ ਨਿਊਕਲੀਅਸ ਆ ਉਹ ਇਲੋਂਗੇਟਡ ਹੁੰਦਾ ਐਂਡ ਇਟ ਇਜ਼ ਹੈਪਲੋਇਡ ਓਬਵੀਅਸਲੀ। ਠੀਕ ਆ, ਤੇ ਇਹਦੇ ਕੋਲ ਕੀ ਹੁੰਦਾ? ਕ੍ਰੋਮੋਸੋਮਲ ਮਟੀਰੀਅਲ ਹੁੰਦਾ ਗਾ। ਫਿਰ ਉਹਦੇ ਬਾਅਦ ਇੱਕ ਛੋਟੀ ਜਿਹੀ ਨੈਕ ਆਉਂਦੀ ਆ, ਫਿਰ ਉਹਦੇ ਬਾਅਦ ਮਿਡਲ ਪੀਸ ਆਉਂਦਾ। ਮਿਡਲ ਪੀਸ ਦੇ ਕੋਲ 25 ਮਾਈਟੋਕੌਂਡਰੀਆ ਪ੍ਰੈਜ਼ੈਂਟ ਹੁੰਦੇ ਆ ਜਿਹੜੇ ਕਿ એનર્ਜੀ ਸੋਰਸ ਹੁੰਦੇ ਆ ਸਵਿਮਿੰਗ ਦੇ ਲਈ। ਫਿਰ ਉਹਦੇ ਬਾਅਦ ਹੁੰਦੀ ਹੈ ਲੰਬੀ ਸਾਰੀ ਟੇਲ, ਤੇ ਟੇਲ ਦੇ ਐਂਡ ਤੇ ਦੇਖੋ ਇੱਥੇ ਥੋੜਾ ਜਿਹਾ ਪਾਰਟ ਹੈਗਾ ਜਿਹੜਾ ਸਪਰਮ ਹੈ, ਉਹਦਾ ਸਾਰਾ ਦਾ ਸਾਰਾ ਜਿਹੜਾ ਸਟਰਕਚਰ ਆ ਉਹ ਕੀ ਆ? ਪਲਾਜ਼ਮਾ ਮੈਂਬਰੇਨ ਦੇ ਨਾਲ ਕਵਰਡ ਹੁੰਦਾ। ਤੁਹਾਨੂੰ ਇੱਥੇ ਦੇਖਣ ਨੂੰ ਮਿਲ ਹੀ ਜਾਊਗਾ ਸਾਰਾ ਦਾ ਸਾਰਾ ਜਿਹੜਾ ਹੈਗਾ ਸਪਰਮ ਪਲਾਜ਼ਮਾ ਮੈਂਬਰੇਨ ਦੇ ਨਾਲ ਕਵਰਡ ਹੈ, ਐਕਸੈਪਟ ਐਟ ਦ ਐਂਡ ਆਫ ਦ ਟੇਲ। ਟੇਲ ਦੇ ਐਂਡ ਦੇ ਉੱਪਰ ਪਲਾਜ਼ਮਾ ਮੈਂਬਰੇਨ ਐਬਸੈਂਟ ਹੈ ਕਿਉਂਕਿ ਇੱਥੇ ਕੀ ਹੁੰਦਾ? ਐਕਸੀਅਲ ਫਿਲਾਮੈਂਟ ਪ੍ਰੈਜ਼ੈਂਟ ਹੁੰਦਾ। ਠੀਕ ਆ, ਇੱਥੇ ਐਕਸੀਅਲ ਫਿਲਾਮੈਂਟ ਪ੍ਰੈਜ਼ੈਂਟ ਹੁੰਦਾ ਹੈਗਾ, ਇਸੇ ਕਰਕੇ ਇੱਥੇ ਕੀ ਇੱਥੇ ਜਿਹੜਾ ਉਹ ਆ ਪ੍ਰੈਜ਼ੈਂਟ ਨਹੀਂ ਹੁੰਦਾ। ਕੀ ਪ੍ਰੈਜ਼ੈਂਟ ਹੁੰਦਾ ਇੱਥੇ? ਪਲਾਜ਼ਮਾ ਮੈਂਬਰੇਨ ਪ੍ਰੈਜ਼ੈਂਟ ਨਹੀਂ ਹੁੰਦਾ ਹੈਗਾ। ਓਕੇ, ਪਲਾਜ਼ਮਾ ਮੈਂਬਰੇਨ ਜਿਹੜਾ ਹੈਗਾ ਸਾਰੇ ਸਪਰਮ ਦੀ ਬੋਡੀ ਨੂੰ ਜਿਹੜਾ ਹੈਗਾ ਕਵਰ ਕਰਦਾ, ਐਨਵੈਲਪ ਕਰਦਾ। ਇੱਥੇ ਨਹੀਂ ਦੱਸਿਆ ਹੋਇਆ ਕਿ ਥੋੜ੍ਹੇ ਜਿਹੇ ਪਾਰਟ ਨੂੰ ਨਹੀਂ ਐਨਵੈਲਪ ਕਰਦਾ। ਜਿਹੜਾ ਸਪਰਮ ਹੈਡ ਆ ਉਹਦੇ ਕੋਲ ਕੀ ਹੁੰਦਾ ਹੈਗਾ? ਇੱਕ ਐਲੋਂਗੇਟਡ ਹੈਪਲੋਇਡ ਨਿਊਕਲੀਅਸ ਹੁੰਦਾ, ਤੇ ਐਂਟੀਰੀਅਰ ਪੋਰਸ਼ਨ ਮਤਲਬ ਜਿਹੜਾ ਟਿਪ ਹੁੰਦੀ ਹੈ ਹੈਪਲੋਇਡ ਨਿਊਕਲੀਅਸ ਦੀ ਜਾਂ ਹੈਡ ਦੀ, ਉਹ ਕੀ ਹੈ? ਇੱਕ ਕੈਪ ਲਾਈਕ ਸਟਰਕਚਰ ਦੇ ਨਾਲ ਕਵਰ ਹੁੰਦੀ ਹੈ। ਉਸ ਕੈਪ ਲਾਈਕ ਸਟਰਕਚਰ ਨੂੰ ਆਪਾਂ ਕਹਿੰਦੇ ਐਕਰੋਜ਼ੋਮ ਕਹਿ ਰਹੇ ਹਾਂ। ਜਿਹੜਾ ਐਕਰੋਜ਼ੋਮ ਆ ਉਹਦੇ ਵਿੱਚ ਐਂਜ਼ਾਈਮਸ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਤੇ ਇਹ ਐਂਜ਼ਾਈਮਸ ਕਿਹਦੇ ਵਿੱਚ ਹੈਲਪ ਕਰਦੇ ਨੇ? ਓਵਮ ਦੀ ਫਰਟੀਲਾਈਜੇਸ਼ਨ ਦੇ ਵਿੱਚ ਹੈਲਪ ਕਰਦੇ ਨੇ। ਠੀਕ ਆ, ਮੋਰ ਸਪੈਸੀਫਿਕਲੀ ਕਹੀਏ ਤਾਂ ਉਹ ਮੈਂਬਰੇਨਸ ਨੂੰ ਰਪਚਰ ਕਰਨ ਦੇ ਵਿੱਚ ਹੈਲਪ ਕਰਦੇ ਨੇ। ਜਿਹੜਾ ਮਿਡਲ ਪੀਸ ਆ ਉਹਦੇ ਵਿੱਚ ਉਹਦੇ ਕੋਲ ਹੁੰਦਾ ਨਿਊਮੈਰਸ, ਮਤਲਬ ਕੁਝ ਗਿਣੇ ਛੋੜੇ ਮਾਈਟੋਕੌਂਡਰੀਆ ਹੁੰਦੇ ਆ, 25 ਹੁੰਦੇ ਆ। ਠੀਕ ਆ, ਜਿਹੜੇ ਕਿ એનર્ਜੀ ਪ੍ਰੋਡਿਊਸ ਕਰਦੇ ਆ ਕਾਹਦੇ ਲਈ? ਟੇਲ ਦੀ ਮੂਵਮੈਂਟ ਦੇ ਲਈ। ਠੀਕ ਆ, ਟੇਲ ਦੀ ਮੂਵਮੈਂਟ ਦੇ ਲਈ ਇਹ ਜਿਹੜੇ ਮਾਈਟੋਕੌਂਡਰੀਆ ਨੇ એનર્ਜੀ ਪ੍ਰੋਡਿਊਸ ਕਰਦੇ ਆ, ਤੇ ਟੇਲ ਦੀ ਮੂਵਮੈਂਟ ਕਾਹਦੇ ਲਈ ਜ਼ਰੂਰੀ ਆ? ਸਪਰਮ ਦੀ ਮੋਟਿਲਿਟੀ ਨੂੰ ਫੈਸਿਲਿਟੇਟ ਕਰਨ ਦੀ, ਫਰਟੀਲਾਈਜੇਸ਼ਨ ਦੇ ਲਈ ਸਪਰਮ ਨੂੰ ਮੂਵ ਕਰਨਾ ਪਊਗਾ, ਆਪਦੇ ਲਕਸ਼ ਤੱਕ ਪਹੁੰਚਣਾ ਪਊਗਾ। ਉਹ ਲਕਸ਼ ਤੱਕ ਪਹੁੰਚਣ ਲਈ ਉਹਨੂੰ ਕੋਈ ਸਟਰਕਚਰ ਚਾਹੀਦਾ, ਕੋਈ ਸਹਾਰਾ ਚਾਹੀਦਾ, ਤਾਂ ਟੇਲ ਉਹਨੂੰ ਉਹ ਲਕਸ਼ ਤੱਕ ਪਹੁੰਚਾਉਂਦੀ ਹੈ। ਤਾਂ ਟੇਲ ਨੂੰ ਵੀ ਮੂਵ ਕਰਨ ਦੇ ਲਈ ਕਿਤੋਂ ਨਾ ਕਿਤੋਂ એનર્ਜੀ ਚਾਹੀਦੀ, ਤੇ ਮਾਈਟੋਕੌਂਡਰੀਆ ਉਹ એનર્ਜੀ ਪ੍ਰੋਵਾਈਡ ਕਰਦਾ। ਤਾਂ ਜਿਹੜਾ ਹਿਊਮਨ ਮੇਲ ਆ ਉਹ ਕੀ ਆ? 200 to 300 ਮਿਲੀਅਨ ਸਪਰਮਸ ਇਜੈਕੂਲੇਟ ਕਰਦਾ ਹੈਗਾ ਇੱਕ ਕੁਆਰਟਸ ਦੇ ਦੌਰਾਨ। ਠੀਕ ਆ, ਜਿਨ੍ਹਾਂ ਦੇ ਵਿੱਚੋਂ ਨਾਰਮਲ ਫਰਟੀਲਿਟੀ ਦੇ ਲਈ 60% ਦੇ ਕੋਲ ਕੀ ਹੋਣੀ ਚਾਹੀਦੀ ਹੈ? ਨਾਰਮਲ ਸ਼ੇਪ ਐਂਡ ਸਾਈਜ਼ ਹੋਣੀ ਚਾਹੀਦੀ ਆ, ਤੇ 40% ਦੇ ਕੋਲ ਕੀ ਹੋਣਾ ਚਾਹੀਦਾ ਹੈਗਾ? ਵਿਗਰਸ ਮੋਟਿਲਿਟੀ ਹੋਣੀ ਚਾਹੀਦੀ ਆ। ਠੀਕ ਆ, ਟੋਟਲ ਦੇ ਵਿੱਚੋਂ 60% ਦੇ ਕੋਲ ਨਾਰਮਲ ਸ਼ੇਪ ਐਂਡ ਸਾਈਜ਼ ਹੋਣੀ ਚਾਹੀਦੀ ਹੈ, ਤੇ ਟੋਟਲ ਦੇ ਵਿੱਚੋਂ 40% ਦੇ ਕੋਲ ਵਿਗਰਸ ਕਾਫੀ ਜ਼ਿਆਦਾ ਤੇਜ਼ ਭੱਜਣ ਵਾਲੇ ਦੌੜਨ ਵਾਲੇ ਹੋਣੇ ਚਾਹੀਦੇ ਆ। ਠੀਕ ਆ, ਤਾਂ ਤੁਸੀਂ ਆਪਾਂ ਇੱਥੋਂ ਕਹਿ ਸਕਦੇ ਹਾਂ ਕਿ 200 to 300 ਮਿਲੀਅਨ ਜਿਹੜੇ ਆ ਉਹ ਸਿਕਰੀਟ ਹੋਏ ਆ, ਰਾਈਟ। ਤਾਂ 200 ਮੰਨ ਲਓ ਜੇ 200 ਸਿਕਰੀਟ ਹੋਇਆ, ਤਾਂ ਉਹਨਾਂ ਦੇ ਵਿੱਚੋਂ 120 ਮਿਲੀਅਨ ਸਪਰਮਸ ਦੇ ਕੋਲ ਨਾਰਮਲ ਸ਼ੇਪ ਐਂਡ ਸਾਈਜ਼ ਹੋਣੀ ਚਾਹੀਦੀ ਆ, ਐਂਡ 80 ਮਿਲੀਅਨ ਸਪਰਮਸ ਦੇ ਕੋਲ ਕੀ ਹੋਣੀ ਚਾਹੀਦੀ ਆ? ਵਿਗਰਸ ਮੋਟਿਲਿਟੀ ਹੋਣੀ ਚਾਹੀਦੀ ਆ। ਓਕੇ, ਸਪਰਮਸ ਜਿਹੜੇ ਆ ਉਹ ਕੀ ਆ? ਸੈਮਨੀਫੈਰਸ ਟਿਊਬਿਊਲਸ ਤੋਂ ਰਿਲੀਜ਼ ਹੁੰਦੇ ਆ, ਤੇ ਐਕਸੈਸਰੀ ਡਕਟਸ ਦੇ ਦੁਆਰਾ ਟਰਾਂਸਪੋਰਟ ਕੀਤੇ ਜਾਂਦੇ ਆ। ਠੀਕ ਆ, ਸਪਰਮਸ ਨੂੰ ਕੌਣ ਰਿਲੀਜ਼ ਕਰਦਾ? ਸੈਮਨੀਫੈਰਸ ਟਿਊਬਿਊਲਸ। ਫਿਰ ਉਹਦੇ ਬਾਅਦ ਐਕਸੈਸਰੀ ਡਕਟਸ ਕਿਹੜੇ ਨੇ? ਰੈਟੀਟੈਸਟਸ, ਲੋਸਾਫਰੈਂਸ਼ੀਆ, ਫਿਰ ਉਹਦੇ ਬਾਅਦ ਐਪੀਡਰਮਿਸ, ਉਹਦੇ ਬਾਅਦ ਵਾਸ ਡੈਫਰੈਂਸ। ਇਹ ਕੀ ਉਹਨੂੰ ਕੀ ਕਰਦੇ ਨੇ? ਟਰਾਂਸਪੋਰਟ ਕਰਦੇ ਨੇ।
ਐਪੀਡਾਈਮਿਸ ਤੇ ਵਾਸ ਡੈਫਰੈਂਸ ਦੀਆਂ ਸਿਕ੍ਰੀਸ਼ਨਸ, ਠੀਕ ਹੈ, ਤੇ ਸੈਮੀਨਲ ਵੈਸਿਕਲ, ਮੈਂ ਤੁਹਾਨੂੰ ਕਿਹਾ ਸੀ ਨਾ ਡਕਟਸ ਵੀ ਸਿਕ੍ਰੀਸ਼ਨਸ ਐਡ ਕਰਦੀਆਂ ਨੇ, ਤੁਹਾਨੂੰ ਕਿਹਾ ਸੀ ਮੈਂ ਪਹਿਲਾਂ, ਠੀਕ ਆ। ਐਪੀਡਾਈਮਿਸ ਵਾਸ ਡੈਫਰੈਂਸ ਸੈਮੀਨਲ ਵੈਸਿਕਲ ਦੇ ਪ੍ਰੋਸਟੇਟ ਦੀਆਂ ਜਿਹੜੀਆਂ ਸਿਕ੍ਰੀਸ਼ਨਸ ਨੇ ਉਹ ਕਾਹਦੇ ਲਈ ਐਸੈਂਸ਼ੀਅਲ ਨੇ, ਸਪਰਮਸ ਦੀ ਮੈਚੁਰੇਸ਼ਨ ਦੇ ਲਈ ਤੇ ਸਪਰਮਸ ਦੀ ਮੋਟਿਲਿਟੀ ਦੇ ਲਈ, ਠੀਕ ਆ। ਸਪਰਮਸ ਦੀ ਮੈਚੁਰੇਸ਼ਨ ਤੇ ਮੋਟਿਲਿਟੀ ਦੇ ਲਈ ਐਪੀਡਾਈਮਿਸ ਵਾਸ ਡੈਫਰੈਂਸ ਸੈਮੀਨਲ ਵੈਸਿਕਲ ਤੇ ਪ੍ਰੋਸਟੇਟ ਦੀਆਂ ਸਿਕ੍ਰੀਸ਼ਨਸ ਕਾਫੀ ਜ਼ਰੂਰੀ ਨੇ, ਠੀਕ ਆ। ਤੇ ਜਿਹੜਾ ਸੈਮੀਨਲ ਪਲਾਜ਼ਮਾ ਹੈਗਾ, ਠੀਕ ਆ, ਤੇ ਸਪਰਮਸ ਦੇ ਨਾਲ ਸੈਮੀਨਲ ਪਲਾਜ਼ਮਾ ਦੋਨੋਂ ਮਿਲ ਕੇ ਕੀ ਬਣਾਉਂਦੇ ਨੇ, ਸੀਮਨ ਬਣਾਉਂਦੇ ਨੇ। ਸੀਮਨ ਦੇ ਅੰਦਰ 90% ਜਿਹੜਾ ਹੈਗਾ ਸੈਮੀਨਲ ਪਲਾਜ਼ਮਾ ਉਹਦਾ, ਤੇ 10% ਸਪਰਮਸ ਪ੍ਰੈਜ਼ੈਂਟ ਹੁੰਦੇ ਆ। ਫੰਕਸ਼ਨਸ ਮੇਲਸ ਐਕਸੈਸਰੀ ਡਕਟਸ ਦੇ ਤੇ ਗਲੈਂਡਸ ਦੇ ਜਿਹੜੇ ਆ ਉਹਨਾਂ ਨੂੰ ਕੌਣ ਮੇਨਟੇਨ ਕਰਦਾ, ਮੇਲਸ ਐਕਸੈਸਰੀ ਡਕਟਸ ਤੇ ਗਲੈਂਡਸ ਦੇ ਫੰਕਸ਼ਨ ਨੂੰ ਕੌਣ ਮੇਨਟੇਨ ਕਰਦਾ, ਟੈਸਟੀਕੂਲਰ ਹਾਰਮੋਨਸ ਐਂਡਰੋਜਨਸ ਮੇਨਟੇਨ ਕਰਦੇ ਆਗੇ। ਦ ਪ੍ਰੋਸੈਸ ਆਫ ਫਾਰਮੇਸ਼ਨ ਆਫ ਅ ਮੈਚੁਰ ਫੀਮੇਲ ਗੈਮੀਟ ਇਜ਼ ਕਾਲਡ ਓਜਾਈਨੇਸਿਸ। ਹੁਣ ਆਪਾਂ ਫੀਮੇਲ ਗੈਮੇਟ ਦੀ ਫਾਰਮੇਸ਼ਨ ਦੇਖਦੇ ਹਾਂ। ਫੀਮੇਲ ਗੈਮੇਟ ਦੀ ਫਾਰਮੇਸ਼ਨ ਦੇ ਪ੍ਰੋਸੈਸ ਨੂੰ ਆਪਾਂ ਕੀ ਕਹਿ ਰਹੇ ਹਾਂ, ਓਜਾਈਨੇਸਿਸ ਕਹਿ ਰਹੇ ਹਾਂ। ਜਿਹੜਾ ਓਜਾਈਨੇਸਿਸ ਆ ਉਹ ਕੀ ਆ, ਸਪਰਮੈਟੋਜੈਨੇਸਿਸ ਤੋਂ ਕਾਫੀ ਡਿਫਰੈਂਟ ਹੈਗਾ, ਠੀਕ ਆ। ਓਜਾਈਨੇਸਿਸ ਜਿਵੇਂ ਕਿ ਆਪਾਂ ਨੇ ਦੇਖਿਆ ਕਿ ਸਪਰਮੈਟੋਜੈਨੇਸਿਸ ਕਦੋਂ ਸ਼ੁਰੂ ਹੁੰਦੀ ਆ, ਜਦੋਂ ਪਿਊਬਰਟੀ ਆ ਜਾਂਦੀ ਹੈ ਉਦੋਂ ਸ਼ੁਰੂ ਹੁੰਦੀ ਆ, ਬਟ ਓਜਾਈਨੇਸਿਸ ਜਿਹੜੀ ਆ ਉਹ ਕੀ ਆ, ਐਮਬ੍ਰਿਓਨਿਕ ਡਿਵੈਲਪਮੈਂਟ ਸਟੇਜ ਵੇਲੇ ਹੀ ਸ਼ੁਰੂ ਹੋ ਜਾਂਦੀ ਆ, ਠੀਕ ਆ। ਐਮਬ੍ਰਿਓਨਿਕ ਡਿਵੈਲਪਮੈਂਟ ਸਟੇਜ ਵੇਲੇ ਜਿਹੜੀ ਬੇਬੀ ਹੁੰਦੀ ਆ, ਜਿਹੜਾ ਫੀਟਸ ਹੁੰਦਾ, ਉਹਦੀ ਓਵਰੀ ਦੇ ਵਿੱਚ 2 ਬਿਲੀਅਨ ਓਗੋਰੀਆ ਪ੍ਰੋਡਿਊਸ ਹੁੰਦੇ ਨੇ, ਠੀਕ ਆ। 2 ਬਿਲੀਅਨ ਓਗੋਰੀਆ ਈਚ ਓਵਰੀ ਦੇ ਵਿੱਚ, ਤਾਂ ਮਤਲਬ ਟੋਟਲ ਉਹਦੇ 4 ਬਿਲੀਅਨ ਓਗੋਰੀਆ ਪ੍ਰੋਡਿਊਸ ਹੁੰਦੇ ਨੇ, ਠੀਕ ਆ, ਠੀਕ ਆ। ਤੇ ਉਦੋਂ ਬਾਅਦ ਬਰਥ ਤੋਂ ਬਾਅਦ ਕੀ ਆ, ਕੋਈ ਵੀ ਓਗੋਰੀਆ ਨਵਾਂ ਨਹੀਂ ਬਣਦਾ, ਨਵਾਂ ਨਹੀਂ ਪ੍ਰੋਡਿਊਸ ਹੁੰਦਾ। ਜਿਵੇਂ ਕਿ ਆਪਾਂ ਨੇ ਪਹਿਲਾਂ ਉੱਪਰ ਦੇਖਿਆ ਕਿ ਜਿਹੜੇ ਸਪਰਮੈਟੋਗੋਰੀਆ ਨੇ ਉਹ ਕੀ ਆ, ਪਹਿਲਾਂ ਮਾਈਟੋਟਿਕਲੀ ਡਿਵਾਈਡ ਕਰਕੇ ਆਪਦਾ ਨੰਬਰ ਇਨਕਰੀਜ਼ ਕਰ ਲੈਂਦੇ ਨੇ, ਹੈ ਨਾ, ਬਟ ਓਗੋਰੀਆ ਦਾ ਨਹੀਂ ਕਰਦੇ, ਮਤਲਬ ਬਰਥ ਤੋਂ ਬਾਅਦ ਕੋਈ ਵੀ ਓਗੋਰੀਆ ਇਨਕਰੀਜ਼ ਨਹੀਂ ਹੁੰਦਾ ਹੈਗਾ, ਠੀਕ ਆ। These cells start division and enter into prophase 1 of the meiotic division। ਤਾਂ ਜਿਹੜੇ ਓਗੋਰੀਆ ਨੇ ਉਹ ਕੀ ਆ, ਆਪਦੀ ਡਿਵੀਜ਼ਨ ਐਮਬ੍ਰਿਓਨਿਕ ਡਿਵੈਲਪਮੈਂਟ ਦੇ ਵੇਲੇ ਹੀ ਸਟਾਰਟ ਕਰ ਲੈਂਦੇ ਨੇ, ਤੇ ਬਿਓਟਿਕ ਡਿਵੀਜ਼ਨ ਦੇ ਪ੍ਰੋਫੇਸ 1 ਦੇ ਵਿੱਚ ਐਂਟਰ ਕਰਕੇ ਉੱਥੇ ਟੈਂਪਰੇਰੀਲੀ ਅਰੈਸਟ ਹੋ ਜਾਂਦੇ ਨੇ, ਠੀਕ ਹੈ। ਮਤਲਬ ਜਦੋਂ ਤੱਕ ਬੱਚੀ ਜਿਹੜੀ ਆ ਪਿਊਬਰਟੀ ਹਿੱਟ ਨਹੀਂ ਕਰਦੀ, ਉਦੋਂ ਤੱਕ ਉਹਦੀ ਓਵਰੀਜ਼ ਦੇ ਉਹਦੇ ਵਿੱਚ ਆਪਾਂ ਨੂੰ ਪ੍ਰਾਇਮਰੀ ਓਸਾਈਟਸ ਦੇਖਣ ਨੂੰ ਮਿਲਣਗੇ। ਪ੍ਰਾਇਮਰੀ ਓਸਾਈਟਸ ਕੀ ਨੇ, ਪ੍ਰਾਇਮਰੀ ਓਸਾਈਟਸ ਦੇ ਆਲਰੇਡੀ ਆਪਦੀ ਡਿਵੀਜ਼ਨ ਜਿਹੜੀ ਐਮਬ੍ਰਿਓਨਿਕ ਡਿਵੈਲਪਮੈਂਟ ਵੇਲੇ ਹੀ ਸਟਾਰਟ ਕਰ ਲਈ ਸੀ, ਠੀਕ ਆ। ਤੇ ਉਦੋਂ ਉਹ ਕੀ ਆ, ਮਿਓਸਿਸ ਦੇ ਪ੍ਰੋਫੇਸ 1 ਦੇ ਵਿੱਚ ਐਂਟਰ ਵੀ ਹੋ ਚੁੱਕੇ ਸੀਗੇ, ਠੀਕ ਆ। ਓਗੋਰੀਆ ਆਪਦੀ ਬਿਓਟਿਕ ਡਿਵੀਜ਼ਨ ਸਟਾਰਟ ਕਰਕੇ ਮਿਓਸਿਸ ਦੇ ਪ੍ਰੋਫੇਸ 1 ਦੇ ਵਿੱਚ ਐਂਟਰ ਹੋ ਜਾਂਦੇ ਆ, ਉਹਨਾਂ ਨੂੰ ਆਪਾਂ ਪ੍ਰਾਇਮਰੀ ਓਸਾਈਟ ਕਹਿ ਦਿੰਦੇ ਆ। ਤੇ ਹਰੇਕ ਪ੍ਰਾਇਮਰੀ ਓਸਾਈਟ ਜਿਹੜਾ ਹੈਗਾ ਕੁਝ ਗ੍ਰੈਨੂਲੋਸਾ ਸੈਲਸ ਲੇਅਰਸ ਦੇ ਨਾਲ ਉਹ ਕਵਰਡ ਹੁੰਦਾ, ਠੀਕ ਹੈ, ਤੇ ਉਹਨੂੰ ਆਪਾਂ ਪ੍ਰਾਇਮਰੀ ਫੋਲੀਕਲ ਕਹਿੰਦੇ ਆ। ਸੋ ਆਪਣਾ ਆਹ ਪ੍ਰਾਇਮਰੀ ਓਸਾਈਟ ਸੀਗਾ, ਇਹਦੇ ਆਲੇ ਦੁਆਲੇ ਕੀ ਆ, ਕੁਝ ਲੇਅਰਸ ਪ੍ਰੈਜ਼ੈਂਟ ਹੈਗੀਆਂ ਗ੍ਰੈਨੂਲੋਸਾ ਸੈਲਸ ਦੀਆਂ, ਠੀਕ ਆ। ਤੇ ਇਸੇ ਕਰਕੇ ਤੇ ਇਹ ਜਿਹੜਾ ਟੋਟਲ ਸਟਰਕਚਰ ਬਣ ਗਿਆ ਉਹਨੂੰ ਆਪਾਂ ਪ੍ਰਾਇਮਰੀ ਫੋਲੀਕਲ ਕਹਿੰਦੇ ਆ। ਇਹਨੂੰ ਇਕੱਲਾ ਪ੍ਰਾਇਮਰੀ ਓਸਾਈਟ ਕਹਿੰਦੇ ਆ, ਤੇ ਸਾਰੇ ਸਟਰਕਚਰ ਨੂੰ ਆਪਾਂ ਪ੍ਰਾਇਮਰੀ ਫੋਲੀਕਲ ਕਹਿੰਦੇ ਆ, ਜਿਹੜਾ ਫਲਾਵਰ ਲਾਈਕ ਸਟਰਕਚਰ ਬਣ ਗਿਆ ਹੈਗਾ, ਠੀਕ ਆ। ਸੋ a large number of these follicle degenerate during the phase from birth to puberty। ਸੋ ਬਰਥ ਤੋਂ ਲੈ ਕੇ ਪਿਊਬਰਟੀ ਤੱਕ ਕਾਫੀ ਸਾਰੇ ਜਿਹੜੇ ਪ੍ਰਾਇਮਰੀ ਓਸਾਈਟਸ ਨੇ ਉਹ ਡੀਜਨਰੇਟ ਹੋ ਜਾਂਦੇ ਆ, ਠੀਕ ਆ। ਆਪਾਂ ਨੇ ਬਰਥ ਦੇ ਵਿੱਚ ਦੇਖਿਆ ਸੀ ਐਮਬ੍ਰਿਓਨਿਕ ਡਿਵੈਲਪਮੈਂਟ ਦੇ ਦੌਰਾਨ 2 ਬਿਲੀਅਨ ਓਗੋਰੀਆ ਹਰ ਇੱਕ ਓਵਰੀ ਦੇ ਵਿੱਚ, ਠੀਕ ਹੈ, ਇੱਕ ਓਵਰੀ ਦੇ ਵਿੱਚ 2 ਬਿਲੀਅਨ ਓਗੋਰੀਆ ਪ੍ਰੈਜ਼ੈਂਟ ਸੀਗੇ, ਬਟ ਪਿਊਬਰਟੀ ਉਹਦੇ 2 ਬਿਲੀਅਨ ਜਿਹੜੇ ਆ ਡੀਜਨਰੇਟ ਹੋ ਕੇ ਸਿਰਫ 60 ਤੋਂ 80 ਹਜ਼ਾਰ ਤੱਕ ਹੀ ਰਹਿ ਜਾਂਦੇ ਆ। ਇਸ ਪ੍ਰੋਸੈਸ ਤੋਂ, ਇਸ ਡੀਜਨਰੇਸ਼ਨ ਨੂੰ ਆਪਾਂ ਕਹਿੰਦੇ ਆ ਫੋਲੀਕਿਊਲਰ ਏਟਰੀਸੀਆ, ਠੀਕ ਆ। ਤੇ ਇਹ ਪਿਊਬਰਟੀ ਤੱਕ ਹੀ ਸੀਮਿਤ ਰਹਿੰਦਾ ਹੈ, ਥਰੂ ਆਊਟ ਦ ਲਾਈਫ ਚੱਲਦਾ ਹੀ ਰਹਿੰਦਾ ਜਦੋਂ ਤੱਕ ਕਿ ਪੀਰੀਓਪੋਜ਼ ਆ ਜਾਏ, ਠੀਕ ਹੈ। ਮਤਲਬ ਜਿਹੜੇ ਪ੍ਰਾਇਮਰੀ ਫੋਲੀਕਲਸ ਤੇ ਪ੍ਰਾਇਮਰੀ ਓਸਾਈਟਸ ਦੇ ਉਹ ਡੀਜਨਰੇਟ ਹੁੰਦੇ ਹੀ ਰਹਿੰਦੇ ਨੇ ਈਵਨ ਆਫਟਰ ਦਾ ਪਿਊਬਰਟੀ, ਠੀਕ ਆ। ਤੇ ਪਿਊਬਰਟੀ ਦੇ ਦੌਰਾਨ ਸਿਰਫ 60,000 ਤੋਂ 80,000 ਹੀ ਪ੍ਰਾਇਮਰੀ ਫੋਲੀਕਲ ਬਚਦੇ ਆ ਇੱਕ ਓਵਰੀ ਦੇ ਅੰਦਰ। ਜਿਹੜੇ ਪ੍ਰਾਇਮਰੀ ਫੋਲੀਕਲ ਜਿਹੜੇ ਆ ਫਿਰ ਉਹ ਕੀ ਆ, ਮੋਰ ਐਂਡ ਮੋਰ ਲੇਅਰਸ ਦੇ ਨਾਲ ਕਵਰ ਹੋ ਜਾਂਦੇ ਆ। ਸੋ ਹੁਣ ਪਿਊਬਰਟੀ ਆ ਗਈ ਆ, ਠੀਕ ਹੈ। ਪਹਿਲਾਂ ਕੀ ਸੀਗਾ, ਐਮਬ੍ਰਿਓਨਿਕ ਡਿਵੈਲਪਮੈਂਟ ਵੇਲੇ ਓਗੋਰੀਆ ਜਿਹੜੇ ਸੀਗੇ ਉਹ ਕੀ ਆ, ਪ੍ਰੋਫੇਸ 1 ਦੇ ਵਿੱਚ ਐਂਟਰ ਹੋ ਕੇ ਪ੍ਰਾਇਮਰੀ ਓਸਾਈਟ ਬਣਾ ਰਹੇ ਸੀ, ਉਹਨਾਂ ਦੇ ਉੱਪਰ ਉਹਨਾਂ ਦੇ ਬਾਹਰ ਕੀ ਆ, ਕੁਝ ਗ੍ਰੈਨੂਲੋਸਾ ਸੈਲਸ ਦੀ ਲੇਅਰ ਪ੍ਰੈਜ਼ੈਂਟ ਬਣ ਗਿਆ ਸੀਗਾ, ਤੇ ਉਹਨੂੰ ਆਪਾਂ ਪ੍ਰਾਇਮਰੀ ਫੋਲੀਕਲ ਦਾ ਨਾਮ ਦਿੱਤਾ ਸੀ ਟੋਟਲ ਸਟਰਕਚਰ ਨੂੰ। ਹੁਣ ਇੱਥੇ ਸਭ ਕੁਝ ਆਹ ਐਡ ਹੋ ਗਿਆ ਸੀਗਾ। ਉਹਦੇ ਬਾਅਦ ਜਦੋਂ ਪਿਊਬਰਟੀ ਆਉਣ ਤੋਂ ਬਾਅਦ ਜਿਹੜਾ ਪ੍ਰਾਇਮਰੀ ਓਸਾਈਟ ਸੀਗਾ
ਉਹਦੇ ਬਾਹਰ ਜਿਹੜੇ ਗ੍ਰੈਨੂਲੇਸਸ ਲੇਅਰ ਸੀਗੇ ਉਹ ਵੱਧ ਗਈਆਂ, ਕੁਝ ਹੋਰ ਗ੍ਰੈਨੂਲੇਸਸ ਸੈਲਸ ਦੀਆਂ ਲੇਅਰਸ ਬਣ ਗਈਆਂ ਤੇ ਇੱਥੋਂ ਬਣ ਗਿਆ ਆਪਣੇ ਕੋਲ ਸੈਕੰਡਰੀ ਫੋਲੀਕਲ। ਠੀਕ ਆ, ਸੈਕੰਡਰੀ ਫੋਲੀਕਲ ਬਣ ਗਿਆ। ਫਿਰ ਸੈਕੰਡਰੀ ਫੋਲੀਕਲ ਬਣਨ ਤੋਂ ਬਾਅਦ ਜਿਹੜਾ ਹੈਗਾ, ਜਦੋਂ ਉਹਨੇ ਪ੍ਰਾਇਮਰੀ ਓਸਾਈਟ ਪਹਿਲਾਂ ਕਿਹਦੇ ਵਿੱਚ ਅਰੈਸਟਡ ਸੀਗਾ, ਪ੍ਰੋਫੇਸ 1 ਦੇ ਵਿੱਚ ਅਰੈਸਟਡ ਸੀਗਾ ਮਿਓਟਿਕ ਡਿਵੀਜ਼ਨ। ਫਿਰ ਉਸ ਤੋਂ ਬਾਅਦ ਜਦੋਂ ਉਹਨੇ ਮਿਓਟਿਕ ਡਿਵੀਜ਼ਨ ਕੰਪਲੀਟ ਕਰੀ, ਠੀਕ ਆ, ਪ੍ਰਾਇਮਰੀ ਓਸਾਈਟ ਨੇ ਮਿਓਟਿਕ ਡਿਵੀਜ਼ਨ ਕੰਪਲੀਟ ਕਰੀ ਤਾਂ ਉਹਨੇ ਦੋ ਚੀਜ਼ਾਂ ਬਣਾਈਆਂ। ਉਹਦੇ ਵਿੱਚ ਹੁੰਦੀ ਹੈ, ਇਹਦੇ ਵਿੱਚ ਹੁੰਦੀ ਹੈ ਅਨਈਕੁਅਲ ਡਿਵੀਜ਼ਨ। ਇੱਕ ਦੇ ਵਿੱਚ ਤਾਂ ਸਾਰਾ ਦਾ ਸਾਰਾ ਸਭ ਕੁਝ ਚੱਲ ਜਾਂਦਾ ਹੈਗਾ ਪ੍ਰਾਇਮਰੀ ਓਸਾਈਟ ਦਾ, ਇੱਕ ਦੇ ਵਿੱਚ ਬਹੁਤ ਥੋੜੀ ਚੀਜ਼ ਆਉਂਦੀ ਹੈ। ਇੱਕ ਟਾਈਨੀ ਬਹੁਤ ਛੋਟੀ ਪੋਲਰ ਬੋਡੀ ਬਣਾਈ ਤੇ ਇੱਕ ਵੱਡਾ ਸਾਰਾ ਇਹਨੇ ਬਣਾਇਆ ਹੈਗਾ ਸੈਕੰਡਰੀ ਓਸਾਈਟ। ਜਿਹੜਾ ਸੈਕੰਡਰੀ ਓਸਾਈਟ ਹੈ ਇਹਦੇ ਵਿੱਚ ਅਨਈਕੁਅਲ ਡਿਵੀਜ਼ਨ ਕਿਉਂ ਹੁੰਦੀ ਹੈ, ਕਿਉਂਕਿ ਆਪਾਂ ਇਹ ਸਾਰਾ ਦਾ ਸਾਰਾ ਜਿਹੜਾ ਬਲਕ ਆਫ ਦਾ ਮਟੀਰੀਅਲ ਹੁੰਦਾ ਉਹ ਇੱਕੋ ਸੈੱਲ ਦੇ ਵਿੱਚ ਰਿਟੇਨ ਕਰ ਰੱਖਦੇ, ਕਿਉਂਕਿ ਬੇਸਿਕਲੀ ਆਪਣਾ ਮਕਸਦ ਕੀ ਆਪਾਂ ਨੇ ਇੱਕ ਬੱਚਾ ਪ੍ਰੋਡਿਊਸ ਕਰ ਰਿਹਾ, ਇੱਕ ਬੇਬੀ ਪ੍ਰੋਡਿਊਸ ਕਰ ਰਿਹਾ, ਬਟ ਹੈਲਦੀ ਪ੍ਰੋਡਿਊਸ ਕਰ ਰਿਹਾ, ਵੱਧ ਨੰਬਰ ਕੜੀ ਆਪਾਂ ਨੇ ਲਈ ਜਾਣਾ ਹੈਗਾ। ਸੋ ਹੁਣ ਇੱਥੇ ਸੈਕੰਡਰੀ ਓਸਾਈਟ ਬਣ ਗਿਆ। ਸੈਕੰਡਰੀ ਓਸਾਈਟ ਕਿਹਦੇ ਵਿੱਚ ਬਣਦਾ, ਠੀਕ ਹੈ, ਉਹ ਜਿਹੜਾ ਹੁਣ ਸੈਕੰਡਰੀ ਓਸਾਈਟ ਆ ਇਹ ਕੀ ਗ੍ਰੈਨੂਲੋਸਾ ਸੈਲਸ ਦੀਆਂ ਕਾਫੀ ਸਾਰੀਆਂ ਲੇਅਰਸ ਦੇ ਨਾਲ ਸਰਾਊਂਡਡ ਹੁੰਦਾ। ਠੀਕ ਆ, ਐਂਡ ਇਹਦੇ ਵਿੱਚ ਕੀ ਹੈ, ਦੋ ਬਾਹਰ ਜਿਹੜਾ ਸੈਕੰਡਰੀ ਫੋਲੀਕਲ ਸੀਗਾ ਨਾ ਉਹਦੇ ਵਿੱਚ ਪ੍ਰਾਇਮਰੀ ਓਸਾਈਟ ਤਾਂ ਸੀਗਾ ਹੀ, ਠੀਕ ਹੈ, ਤੇ ਕੁਝ ਗ੍ਰੈਨੂਲੋਸਾ ਸੈਲਸ ਦੀਆਂ ਲੇਅਰ ਵੱਧ ਵੀ ਗਈਆਂ ਸੀ, ਬਟ ਉਹਦੇ ਬਾਹਰ ਨਾ ਇੱਕ ਥੀਕਾ ਵੀ ਬਣ ਗਿਆ ਸੀਗਾ। ਹੁਣ ਇਹਦੇ ਵਿੱਚ ਗ੍ਰੈਨੂਲੋਸਾ ਸੈਲਸ ਦੀ ਲੇਅਰ ਤਾਂ ਓਬਵੀਅਸਲੀ ਵੱਧ ਗਿਆ, ਤੇ ਇਹਦੇ ਵਿੱਚ ਜਿਹੜਾ ਥੀਕਾ ਹੈਗਾ ਉਹ ਵੀ ਡਿਫਰੈਂਸ਼ੀਏਟ ਹੋ ਗਿਆ, ਥੀਕਾ ਇੰਟਰਨਾ ਤੇ ਥੀਕਾ ਐਕਸਟਰਨਾ ਦੇ ਵਿੱਚ। ਮਤਲਬ ਥੀਕਾ ਦੀ ਵੀ ਦੋ ਲੇਅਰਸ ਬਣ ਗਈਆਂ, ਇੱਕ ਅੰਦਰਲੇ ਪਾਸੇ ਵਾਲੀ ਉਹਨੂੰ ਆਪਾਂ ਥੀਕਾ ਇੰਟਰਨਾ ਕਹਿੰਦਾ, ਇੱਕ ਬਾਹਰਲੇ ਪਾਸੇ ਵਾਲੀ ਉਹਨੂੰ ਆਪਾਂ ਥੀਕਾ ਐਕਸਟਰਨਾ ਕਹਿੰਦਾ। ਪਲੱਸ ਆ ਤਾਂ ਸੈਕੰਡਰੀ ਓਸਾਈਟ ਆ, ਪਲੱਸ ਇਹਦੇ ਵਿੱਚ ਇੱਕ ਫਲੂਇਡ ਫਿਲਡ ਕੈਵਿਟੀ ਜਨਰੇਟ ਹੋ ਜਾਂਦੀ ਹੈ, ਬਣ ਜਾਂਦੀ ਹੈ। ਉਸ ਫਲੂਇਡ ਫਿਲਡ ਕੈਵਿਟੀ ਨੂੰ ਆਪਾਂ ਕਹਿੰਦੇ ਹਾਂ ਐਂਟਰਮ। ਠੀਕ ਆ, ਤੇ ਇਸ ਪੂਰੇ ਸਟਰਕਚਰ ਨੂੰ ਆਪਾਂ ਕਹਿੰਦੇ ਹਾਂ ਟਰਸ਼ੀਅਰੀ ਫੋਲੀਕਲ। ਸੋ ਇੱਕ ਵਾਰੀ ਆਪਾਂ ਸਭ ਕੁਝ ਦੁਆਰਾ ਤੋਂ ਦੇਖ ਲੈਂਦੇ ਹੈਗੇ। ਸਭ ਤੋਂ ਪਹਿਲਾਂ ਆਪਣੇ ਕੋਲ ਪ੍ਰਾਇਮਰੀ ਓਸਾਈਟ ਸੀਗਾ। ਪ੍ਰਾਇਮਰੀ ਓਸਾਈਟ ਦੇ ਆਲੇ ਦੁਆਲੇ ਕੀ ਸੀ, ਕੁਝ ਲੇਅਰ ਸੀਗੀਆਂ ਗ੍ਰੈਨੂਲੋਸਾ ਸੈਲਸ ਦੀਆਂ, ਤੇ ਉਸ ਸਟਰਕਚਰ ਨੂੰ ਆਪਾਂ ਪ੍ਰਾਇਮਰੀ ਫੋਲੀਕਲ ਕਿਹਾ ਸੀ। ਤੇ ਇਹ ਕੀ ਹੈ, ਐਮਬ੍ਰਿਓਨਿਕ ਡਿਵੈਲਪਮੈਂਟ, ਐਮਬ੍ਰਿਓ ਤੋਂ ਲੈ ਕੇ ਚਾਈਲਡ ਬਰਥ ਤੋਂ ਲੈ ਕੇ ਪਿਊਬਰਟੀ ਤੱਕ ਇਹ ਆਪਾਂ ਨੂੰ ਸਟਰਕਚਰ ਦੇਖਣ ਨੂੰ ਮਿਲਦਾ। ਫਿਰ ਪਿਊਬਰਟੀ ਤੋਂ ਬਾਅਦ ਸਾਰੇ ਪ੍ਰਾਇਮਰੀ ਫੋਲੀਕਲ ਇੱਕੋ ਜਿਹੇ ਨਹੀਂ ਕੀ ਹੈ, ਇੱਕ ਇੱਕ ਕਰਕੇ, ਠੀਕ ਆ, ਇੱਕ ਮੈਂਸਟਰੁਅਲ ਸਾਈਕਲ ਦੇ ਦੌਰਾਨ 5-7 ਪ੍ਰਾਇਮਰੀ ਫੋਲੀਕਲਸ ਜਿਹੜੇ ਉਹਨਾਂ ਦੀ ਡਿਵੈਲਪਮੈਂਟ ਸ਼ੁਰੂ ਹੁੰਦੀ ਆ, ਬਟ ਐਂਡ 'ਤੇ ਸਿਰਫ ਇੱਕ ਹੀ ਪ੍ਰਾਇਮਰੀ ਫੋਲੀਕਲ ਦੀ ਡਿਵੈਲਪਮੈਂਟ ਕੰਪਲੀਟ ਹੋ ਪਾਉਂਦੀ ਹੈ, ਅਤੇ ਇੱਕੋ ਹੀ ਸੈਕੰਡਰੀ ਓਸਾਈਟ ਜਿਹੜਾ ਹੈਗਾ ਓਵੂਲੇਸ਼ਨ ਦੇ ਦੌਰਾਨ ਬਾਹਰ ਆਉਂਦਾ। ਠੀਕ ਆ, ਫਿਰ ਹੁਣ ਜਦੋਂ ਪਿਊਬਰਟੀ ਆ ਜਾਂਦੀ ਆ ਤਾਂ ਉਹਦਾ ਜਿਹੜਾ ਪ੍ਰਾਇਮਰੀ ਓਸਾਈਟ ਆ, ਠੀਕ ਆ, ਉਹਨੂੰ ਕੀ ਆ, ਹੋਰ ਲੇਅਰਸ ਕਵਰ ਕਰ ਲੈਂਦੀਆਂ ਨੇ, ਗ੍ਰੈਨੂਲੋਸਾ ਸੈਲਸ ਦੀਆਂ ਹੋਰ ਲੇਅਰਸ ਕਵਰ ਕਰ ਲੈਂਦੀਆਂ ਨੇ, ਅਤੇ ਇੱਕ ਥੀਕਾ ਦੀ ਲੇਅਰ ਵੀ ਆਲੇ ਦੁਆਲੇ ਦੇ ਬਣ ਜਾਂਦੀ ਆ। ਠੀਕ ਆ, ਇਹ ਉਦੋਂ ਗੱਲ ਆ ਕਿ ਜਦੋਂ ਪਿਊਬਰਟੀ ਹੋਈ। ਫਿਰ ਉਹਦੋਂ ਬਾਅਦ ਕੀ ਹੋਇਆ, ਜਿਹੜਾ ਪ੍ਰਾਇਮਰੀ ਓਸਾਈਟ ਹੈ ਉਹ ਡਿਵਾਈਡ ਕਰ ਗਿਆ ਇੱਕ ਸੈਕੰਡਰੀ ਓਸਾਈਟ ਤੇ ਇੱਕ ਪੋਲਰ ਬੋਡੀ ਦੇ ਵਿੱਚ। ਠੀਕ ਆ, ਪੋਲਰ ਬੋਡੀ ਦੇ ਵਿੱਚ ਡਿਵਾਈਡ ਕਰ ਗਿਆ, ਇੱਕ ਇੱਥੇ ਫਲੂਇਡ ਫਿਲਡ ਕੈਵਿਟੀ ਬਣ ਗਈ ਜਿਹਨੂੰ ਕਿ ਆਪਾਂ ਐਂਟਰਮ ਕਹਿਤਾ, ਤੇ ਜਿਹੜੇ ਗ੍ਰੈਨੂਲੋਸਾ ਸੈਲਸ ਦੀਆਂ ਲੇਅਰਸ ਵੀ ਕੁਝ ਬਣ ਗਈਆਂ, ਤੇ ਜਿਹੜਾ ਥੀਕਾ ਹੈਗਾ ਉਹ ਕੀ ਹੈ, ਦੋ ਲੇਅਰਸ ਦੇ ਵਿੱਚ ਡਿਵਾਈਡ ਹੋ ਗਿਆ, ਦੋ ਲੇਅਰਸ ਦੇ ਵਿੱਚ ਡਿਫਰੈਂਸ਼ੀਏਟ ਹੋ ਗਿਆ, ਇੱਕ ਥੀਕਾ ਇੰਟਰਨਾ ਤੇ ਇੱਕ ਥੀਕਾ ਐਕਸਟਰਨਾ, ਅੰਦਰਲੀ ਥੀਕਾ ਇੰਟਰਨਾ ਤੇ ਬਾਹਰਲੀ ਥੀਕਾ ਐਕਸਟਰਨਾ। ਫਿਰ ਆ ਆਪਣੇ ਕੋਲ ਬਣ ਗਿਆ ਇੱਥੇ ਟਰਸ਼ੀਅਰੀ ਫੋਲੀਕਲ। ਟਰਸ਼ੀਅਰੀ ਫੋਲੀਕਲ ਦੇ ਵਿੱਚ ਜਿਹੜਾ ਪ੍ਰਾਇਮਰੀ ਓਸਾਈਟ ਆ ਉਹ ਮਿਓਟਿਕ ਫਸਟ ਮਿਓਸਿਸ ਕੰਪਲੀਟ ਕਰਦਾ। ਠੀਕ ਹੈ, ਮਿਓਸਿਸ 1 ਕੰਪਲੀਟ ਕਰਦਾ, ਤੇ ਮਿਓਸਿਸ 1 ਕੰਪਲੀਟ ਕਰਕੇ ਸੈਕੰਡਰੀ ਓਸਾਈਟ ਤੇ ਇੱਕ ਪੋਲਰ ਬੋਡੀ ਬਣਾ ਲੈਂਦਾ ਹੈਗਾ। ਇਹ ਕੀ ਹੁੰਦੀ ਆ, ਅਨਈਕੁਅਲ ਡਿਵੀਜ਼ਨ ਹੁੰਦੀ ਆ। ਫਿਰ ਉਦੋਂ ਬਾਅਦ ਜਿਹੜਾ ਇਹ ਆ, ਠੀਕ ਆ, ਟਰਸ਼ੀਅਰੀ ਫੋਲੀਕਲ ਆ, ਉਹਦੇ ਵਿੱਚ ਆ ਫਲੂਇਡ ਫਿਲਡ ਕੈਵਿਟੀ ਤਾਂ ਹੈਗੀ ਆ, ਤੇ ਸੈਕੰਡਰੀ ਓਸਾਈਟ ਆ, ਗ੍ਰੈਨੂਲੋਸਾ ਸਭ ਕੁਝ ਸੇਮ ਆ, ਬਟ ਇਹਦੇ ਵਿੱਚ ਨਾ ਇੱਕ ਓਸਾਈਟ ਦੇ ਆਲੇ ਦੁਆਲੇ, ਸੈਕੰਡਰੀ ਓਸਾਈਟ ਦੇ ਆਲੇ ਦੁਆਲੇ ਨਾ ਇੱਕ ਏ ਸੈਲੂਲਰ ਲੇਅਰ ਡਿਵੈਲਪ ਹੋ ਜਾਂਦੀ ਹੈ। ਠੀਕ ਆ, ਏ ਸੈਲੂਲਰ ਲੇਅਰ ਡਿਵੈਲਪ ਹੋ ਜਾਂਦੀ ਹੈ, ਉਸ ਏ ਸੈਲੂਲਰ ਲੇਅਰ ਨੂੰ ਕਹਿੰਦੇ ਹੈਗੇ ਜ਼ੋਨਾ ਪੈਲੂਸਿਡਾ। ਤੇ ਜਦੋਂ ਉਹ ਡਿਵੈਲਪ ਹੋ ਜਾਂਦੀ ਹੈ ਤਾਂ ਉਦੋਂ ਆਪਾਂ ਟਰਸ਼ੀਅਰੀ ਫੋਲੀਕਲ ਨੂੰ ਕਹਿੰਦੇ ਹੈਗੇ ਗ੍ਰਾਫੀਅਨ ਫੋਲੀਕਲ। ਮਤਲਬ ਉਦੋਂ ਜਿਹੜਾ ਟਰਸ਼ੀਅਰੀ ਫੋਲੀਕਲ ਉਹ ਗ੍ਰਾਫੀਅਨ ਫੋਲੀਕਲ ਦੇ ਵਿੱਚ ਡਿਵੈਲਪ ਹੋ ਜਾਂਦਾ ਹੈਗਾ। ਸੋ ਨਾਓ ਲੈਟ ਅਸ ਰੀਡ ਦ NCERT। ਜਿਹੜਾ ਸੈਕੰਡਰੀ ਫੋਲੀਕਲ ਆ, ਜਦੋਂ ਪ੍ਰਾਇਮਰੀ ਫੋਲੀਕਲ ਦੇ ਆਲੇ ਦੁਆਲੇ ਹੋਰ ਲੇਅਰਸ ਬਣ ਜਾਂਦੀਆਂ ਨੇ ਗ੍ਰੈਨੂਲੋਸਾ ਸੈਲਸ ਦੀਆਂ, ਤੇ ਇੱਕ ਨਵਾਂ ਥੀਕਾ ਬਣ ਜਾਂਦਾ, ਉਹਨੂੰ ਆਪਾਂ ਕਹਿੰਦੇ ਹਾਂ ਸੈਕੰਡਰੀ ਫੋਲੀਕਲ। ਫਿਰ ਜਿਹੜਾ ਸੈਕੰਡਰੀ ਫੋਲੀਕਲ ਆ ਟਰਸ਼ੀਅਰੀ ਫੋਲੀਕਲ ਦੇ ਵਿੱਚ ਟ੍ਰਾਂਸਫਾਰਮ ਹੋ ਜਾਂਦਾ ਹੈਗਾ। ਕਿੱਦਾਂ, ਟਰਸ਼ੀਅਰੀ ਫੋਲੀਕਲ ਦੇ ਕੋਲ ਕੀ ਹੁੰਦੀ ਆ ਕਿ ਫਲੂਇਡ ਫਿਲਡ ਕੈਵਿਟੀ ਹੁੰਦੀ ਹੈ ਜਿਹਨੂੰ ਕਿ ਆਪਾਂ ਐਂਟਰਮ ਕਹਿੰਦੇ ਹਾਂ, ਤੇ ਉਹਦੇ ਵਿੱਚ ਜਿਹੜੀ ਥੀਕਾ ਲੇਅਰ ਆ ਉਹ ਕੀ ਆਰਗੇਨਾਈਜ਼ ਹੋ ਜਾਂਦੀ ਆ ਇੱਕ ਇਨਰ ਥੀਕਾ ਦੇ ਵਿੱਚ। ਇਨਰ ਲੇਅਰ ਦੇ ਵਿੱਚ ਇਨਰ ਲੇਅਰ ਨੂੰ ਆਪਾਂ ਥੀਕਾ ਇੰਟਰਨਾ ਕਹਿੰਦੇ ਹਾਂ, ਤੇ ਆਊਟਰ ਲੇਅਰ ਦੇ ਵਿੱਚ ਆਊਟਰ ਲੇਅਰ ਨੂੰ ਆਪਾਂ ਥੀਕਾ ਐਕਸਟਰਨਾ ਕਹਿੰਦੇ ਹੈਗੇ। ਫਿਰ it is important to draw your attention that it is at this stage that the primary oocyte within the tertiary follicle grows in size and completes its first meiotic division। ठीक है, फिर tertiary follicle ਦੇ ਅੰਦਰ ਜਿਹੜਾ primary oocyte ਆ ਉਹ ਕੀ ਆ, ਫਸਟ ਮਿਓਟਿਕ ਡਿਵੀਜ਼ਨ ਕੰਪਲੀਟ ਕਰਦਾ, ਥੋੜਾ ਆਪਦਾ ਸਾਈਜ਼ ਵਧਾ ਕੇ ਫਸਟ ਮਿਓਟਿਕ ਡਿਵੀਜ਼ਨ ਕੰਪਲੀਟ ਕਰਦਾ ਹੈਗਾ, ਤੇ ਸੈਕੰਡਰੀ ਓਸਾਈਟ ਬਣ ਜਾਂਦਾ ਹੈਗਾ। ਠੀਕ ਹੈ, ਤੇ ਇਹ ਕੀ ਹੈ, ਅਨਈਕੁਅਲ ਡਿਵੀਜ਼ਨ ਹੁੰਦੀ ਹੈ, ਜਿਹਦੇ ਨਾਲ ਕੀ ਆ, ਇੱਕ ਤਾਂ ਹੈਪਲੋਇਡ ਸੈਕੰਡਰੀ ਓਸਾਈਟ ਬਣਦਾ ਹੈਗਾ, ਕਿਉਂਕਿ ਇਹ ਰਿਡਕਸ਼ਨਲ ਡਿਵੀਜ਼ਨ ਹੁੰਦੀ ਆ ਓਬਵੀਅਸਲੀ। ਠੀਕ ਆ,
ਤੇ ਦੂਜੀ ਹੁੰਦੀ ਆ ਟਾਈਨੀ ਫਸਟ ਪੋਲਰ ਬੋਡੀ ਬਣਦੀ ਹੈਗੀ। ਦ ਜੋ ਸੈਕੰਡਰੀ ਓਸਾਈਟ ਰਿਟੇਨਸ ਬਲਕ ਆਫ ਦ ਨਿਊਟ੍ਰੀਐਂਟ ਰਿਚ ਸਾਈਟੋਪਲਾਜ਼ਮ ਆਫ ਦ ਪ੍ਰਾਇਮਰੀ ਓਸਾਈਟ, ਠੀਕ ਹੈ। ਜਿਹੜਾ ਪ੍ਰਾਇਮਰੀ ਓਸਾਈਟ ਦਾ ਮੋਸਟ ਆਫ ਦਾ ਕੰਟੈਂਟ ਹੁੰਦਾ, ਮੋਸਟ ਆਫ ਦਾ ਸਾਈਟੋਪਲਾਜ਼ਮ ਨਿਊਟ੍ਰੀਐਂਟ ਰਿਚ ਸਾਈਟੋਪਲਾਜ਼ਮ ਤਾਂ ਉਹ ਗਿਆ ਸੈਕੰਡਰੀ ਓਸਾਈਟ ਦੇ ਕੋਲ ਹੀ ਜਾਂਦਾ, ਠੀਕ ਹੈ। ਟਾਈਨੀ ਪੋਲਰ ਬੋਡੀ ਦੇ ਕੋਲ ਤਾਂ ਮਸਾ ਹੀ ਕੁਝ ਜਾਂਦਾ ਹੈਗਾ, ਠੀਕ ਹੈ। ਇਹਦੀ ਐਡਵਾਂਟੇਜ ਕੀ ਹੈ, ਇਹੀ ਐਡਵਾਂਟੇਜ ਆ ਕਿ ਬਲਕ ਆਫ ਦਾ ਆਪਾਂ ਜਿਹੜਾ ਨਿਊਟ੍ਰੀਐਂਟ ਸਾਈਟੋਪਲਾਜ਼ਮ ਆ ਉਹ ਕੀ ਇੱਕੋ ਸੈੱਲ ਦੇ ਕੋਲ ਜਾਵੇ, ਤੇ ਆਪਾਂ ਨੇ ਵੱਧ ਸੈਲਸ ਬਣਾਉਣ ਦੀ ਆਪਾਂ ਨੂੰ ਲੋੜ ਵੀ ਕੋਈ ਹੈ ਨਹੀਂ, ਠੀਕ ਆ। ਇਸ ਕਰਕੇ does the first polar body born out of first protein division divide further or degenerate, ਇਹਦੇ ਬਾਰੇ ਆਪਾਂ ਨੂੰ ਹਜੇ ਇੰਨਾ ਨਹੀਂ ਪਤਾ ਕਿ ਉਹ ਡੀਜਨਰੇਟ ਕਰਦੀ ਆ ਜਾਂ ਫਰਦਰ ਡਿਵਾਈਡ ਕਰਦੀ ਆ। The tertiary follicle further changes into the mature follicle or grafted follicle, ਫਿਰ ਉਹਦੇ ਬਾਅਦ ਜਿਹੜਾ tertiary follicle ਆ ਚੇਂਜ ਹੋ ਜਾਂਦਾ mature follicle ਦੇ ਵਿੱਚ, ਜਾਂ ਤੁਸੀਂ grafted follicle ਵੀ ਕਹਿ ਦਿੰਦੇ ਹੋ ਜਿਹਦੇ, ਠੀਕ ਹੈ। ਜਦੋਂ ਜਿਹੜਾ ਸੈਕੰਡਰੀ ਓਸਾਈਟ ਆ ਉਹ ਇੱਕ ਨਵਾਂ ਮੈਂਬਰੇਨ ਬਣਾ ਲੈਂਦਾ ਜਿਹਨੂੰ ਕਿ ਆਪਾਂ ਜ਼ੋਨਾ ਪੈਲੂਸੀਡਾ ਕਹਿੰਦੇ ਹਾਂ, ਤਾਂ ਫਿਰ ਉਹਦੇ ਵਿੱਚ ਜਿਹੜਾ ਟਰਸ਼ਰੀ ਫੋਲੀਕਲ ਆ ਉਹ ਗ੍ਰੈਫਿਨ ਫੋਲੀਕਲ ਦੇ ਵਿੱਚ ਚੇਂਜ ਹੋ ਜਾਂਦਾ ਗਾ। ਜਿਹੜਾ ਗ੍ਰੈਫਿਨ ਫੋਲੀਕਲ ਆ ਉਦੋਂ ਬਾਅਦ ਜਿਹੜਾ ਉਹ ਗ੍ਰੈਫਿਨ ਫੋਲੀਕਲ ਰਪਚਰ ਕਰਦਾ ਤੇ ਰਿਲੀਜ਼ ਕਰਦਾ ਗਾ ਸੈਕੰਡਰੀ ਓਸਾਈਟ ਨੂੰ, ਓਵਮ ਨੂੰ, ਫਰੋਮ ਦ ਓਵਰੀ ਬਾਈ ਦ ਪ੍ਰੋਸੈਸ ਕੋਲਡ ਓਵੂਲੇਸ਼ਨ। ਸੋ can you identify major differences between spermatogenesis and oogenesis? Yeah, obviously we can first of all that ਜਿਹੜੇ oogenesis ਹੋ ਗਈ ਆ ਬਰਥ ਵੇਲੇ ਸਟਾਰਟ ਹੁੰਦੀ ਹੈ, ਠੀਕ ਹੈ। ਡਿਊਰਿੰਗ ਦ ਐਮਬ੍ਰੀਓਨਿਕ ਡਿਵੈਲਪਮੈਂਟ ਸਟਾਰਟ ਹੁੰਦੀ ਹੈ, ਬਟ ਜਿਹੜੀ ਸਪਰਮੈਟੋਜੈਨੇਸਿਸ ਉਹ ਪਿਊਬਰਟੀ ਵੇਲੇ ਸਟਾਰਟ ਹੁੰਦੀ ਆ। ਸੈਕਿੰਡਲੀ ਸਪਰਮੈਟੋਜੈਨੇਸਿਸ ਥਰੂ ਆਊਟ ਦ ਲਾਈਫ ਟੇਕ ਪਲੇਸ ਕਰਦੀ ਆ, ਠੀਕ ਆ। ਬਟ oogenesis ਜਿਹੜੀ ਆ ਸੀਜ਼ ਹੋ ਜਾਂਦੀ ਆਫਟਰ ਅ ਸਰਟਨ ਏਜ, ਅਰਾਊਂਡ ਦ ਏਜ ਆਫ ਦ 50 ਈਅਰਸ। ਜਿਹੜੀ oogenesis ਆ ਉਹਦੇ ਵਿੱਚ ਅਨਈਕੁਅਲ ਡਿਵੀਜ਼ਨਸ ਹੁੰਦੀਆਂ ਨੇ, ਬਟ ਸਪਰਮੈਟੋਜੈਨੇਸਿਸ ਦੇ ਵਿੱਚ ਜਿਹੜੀਆਂ ਡਿਵੀਜ਼ਨਸ ਨੇ ਉਹ ਇਕੁਅਲ ਹੁੰਦੀਆਂ ਨੇ। oogenesis ਦੇ ਵਿੱਚ ਜਿਹੜੀਆਂ ਡਿਵੀਜ਼ਨਸ ਨੇ ਉਹ ਕੀ ਆ, ਸਾਈਮਲਟੇਨੀਅਸਲੀ ਨਹੀਂ ਹੁੰਦੀਆਂ, ਠੀਕ ਆ। ਮਤਲਬ ਸਾਈਮਲਟੇਨੀਅਸਲੀ ਇਮੀਡੀਏਟਲੀ ਨਹੀਂ ਹੁੰਦੀ, ਇੱਕ ਤੋਂ ਬਾਅਦ ਦੂਜੀ ਨਹੀਂ ਹੁੰਦੀ ਹੈਗੀ। ਇਹਦੇ ਵਿੱਚ ਅਰੈਸਟ ਹੋ ਜਾਂਦੇ ਟੈਂਪਰਰੀਲੀ, ਬਟ ਸਪਰਮੈਟੋਜੈਨੇਸਿਸ ਦੇ ਵਿੱਚ ਜਿਹੜੇ ਸਭ ਕੁ ਇਮੀਡੀਏਟਲੀ ਸਭ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੇ ਇਹਦਾ ਟੇਕ ਪਲੇਸ ਕਰਦੀਆਂ ਰਹਿੰਦੀਆਂ ਨੇ, ਠੀਕ ਹੈ। these are the few major differences between them. A diagrammatic representation is given, but before that we should see the diagrammatic section view of ovary. ਸੋ ਇਹ ਕੀ ਆ, ਆਲੇ ਦੁਆਲੇ ਇੱਥੇ ਆਪਾਂ ਨੂੰ ਥਿਨ ਐਪੀਥੀਲੀਅਮ ਆ, ਦੇ ਅੰਦਰ ਆ ਜਿਹੜਾ ਸਾਰਾ ਹੈਗਾ ਉਹ ਕੀ ਆ ਆਪਣੇ ਕੋਲ ਸਟ੍ਰੋਮਾ ਗਾ। ਸਟ੍ਰੋਮਾ ਦਾ ਜਿਹੜਾ ਪੈਰੀਫੇਰਲ ਪਾਰਟ ਆ, ਠੀਕ ਆ, ਪੈਰੀਫੇਰਲ ਜ਼ੋਨ ਆ ਉਹਨੂੰ ਆਪਾਂ ਕਹਿੰਦੇ ਹੈਗੇ ਕਾਰਟੈਕਸ, ਦੇ ਅੰਦਰ ਵਾਲੇ ਮਿਡਲ ਜ਼ੋਨ ਨੂੰ ਆਪਾਂ ਕਹਿੰਦੇ ਹੈਗੇ ਸੈਂਟਰਲ ਜ਼ੋਨ ਨੂੰ ਮੈਡਿਊਲਾ। ਆ ਬਲੱਡ ਵੈਸਲਸ ਦੀ ਤਾਂ ਆਪਣੇ ਕੋਲ ਆ ਪ੍ਰਾਇਮਰੀ ਫੋਲੀਕਲ ਆ, ਠੀਕ ਆ। ਇੱਕ ਸਮੇਂ ਜਦੋਂ ਇੱਕ ਮੈਂਸਟਰੂਅਲ ਸਾਈਕਲ ਹੁੰਦਾ ਨਾ, ਜਦੋਂ ਇੱਕ ਵਾਰੀ ਮੈਂਸਟਰੂਅਲ ਸਾਈਕਲ ਹੁੰਦਾ ਤਾਂ ਉਦੋਂ ਕੀ ਆ 5-7 ਪ੍ਰਾਇਮਰੀ ਫੋਲੀਕਲਸ ਦੀ ਡਿਵੈਲਪਮੈਂਟ ਸ਼ੁਰੂ ਹੁੰਦੀ ਆ, ਠੀਕ ਹੈ। ਬਟ ਸਾਰਿਆਂ ਦੀ ਡਿਵੈਲਪਮੈਂਟ ਜਿਹੜੀ ਆ ਪੂਰ ਨਹੀਂ ਚੜ੍ਹਦੀ ਹੈਗੀ, ਤਾਂ ਕੁਝ ਜਿਹੜੇ ਆ ਉਹ ਕੀ ਆ ਵਿੱਚ ਹੀ ਡੀਜਨਰੇਟ ਕਰ ਜਾਂਦੇ, ਅਤੇ ਐਂਡ 'ਤੇ ਸਿਰਫ ਇੱਕੋ ਹੀ ਹੈਗਾ ਬਣਦਾ। ਬਟ ਕਈ ਵਾਰੀ ਜਿੱਦਾਂ ਕਿ ਜਿਹੜੇ ਨੋਨ ਆਇਡੈਂਟੀਕਲ ਟਵਿਨਸ ਹੁੰਦੇ ਨੇ ਹੈ ਨਾ, ਉਹਦਾ ਵਿੱਚ ਜਿਹੜੇ ਆ 2 ਐਗਸ ਸਾਈਮਲਟੇਨੀਅਸਲੀ ਇੱਕੋ ਸਮੇਂ ਦੇ ਉੱਪਰ ਰਿਲੀਜ਼ ਹੋਏ ਹੁੰਦੇ ਆ, ਠੀਕ ਆ। ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇੱਕੋ ਟਾਈਮ 'ਤੇ ਸਿਰਫ ਇੱਕੋ ਦੀ ਹੀ ਡਿਵੈਲਪਮੈਂਟ ਸ਼ੁਰੂ ਨਹੀਂ ਹੁੰਦੀ, ਠੀਕ ਹੈ। ਇੱਕੋ ਟਾਈਮ 'ਤੇ ਕਈਆਂ ਦੀ ਇਕੱਠੀ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ, ਅਤੇ ਕਈ ਵਾਰੀ ਉਹ ਪੂਰ ਵੀ ਚੜ੍ਹ ਜਾਂਦੀ ਹੈਗੀ, ਠੀਕ ਹੈ। ਇਨ ਕੇਸ ਆਫ ਦ ਨੋਨ ਆਇਡੈਂਟੀਕਲ ਟਵਿਨਸ ਲਾਈਕ, ਸੋ ਇੱਥੇ ਪ੍ਰਾਇਮਰੀ ਫੋਲੀਕਲ ਹੈ, ਪ੍ਰਾਇਮਰੀ ਫੋਲੀਕਲ ਨੇ ਫਰਦਰ ਡਿਵੈਲਪਮੈਂਟ ਕੀਤੀ, ਠੀਕ ਆ। ਕੁਝ ਲੇਅਰਸ ਬਣੀਆਂ ਗ੍ਰੈਂਡੋਸਾ ਦੀਆਂ, ਥੀਕਾ ਬਣ ਗਿਆ, ਅਤੇ ਉੱਥੋਂ ਆਪਣੇ ਕੋਲ ਸੈਕੰਡਰੀ ਫੋਲੀਕਲ ਬਣ ਗਿਆ। ਫਿਰ ਉਹਦੇ ਬਾਅਦ ਜਿਹੜਾ ਸੈਕੰਡਰੀ ਫੋਲੀਕਲ ਜਿਹੜਾ ਹੈ ਉਹਦੇ ਵਿੱਚ ਕੀ ਹੁੰਦਾ ਪ੍ਰਾਇਮਰੀ ਫੋਲੀਕਲ। ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਫਲੂਇਡ ਫਿਲਡ ਕੈਵਿਟੀ ਬਣ ਗਿਆ ਐਂਟਰਮ, ਜਿਹੜਾ ਥੀਕਾ ਹੈ ਉਹ ਵੀ ਥੀਕਾ ਇੰਟਰਨਲ ਅਤੇ ਥੀਕਾ ਐਕਸਟਰਨਲ ਦੇ ਵਿੱਚ ਡਿਫਰੈਂਸ਼ੀਏਟ ਹੋ ਗਿਆ, ਆਰਗੇਨਾਈਜ਼ ਹੋ ਗਿਆ, ਅਤੇ ਉਹਦੀ ਡਿਵੀਜ਼ਨ ਵੀ ਹੋ ਗਈ, ਠੀਕ ਹੈ। ਸੈਕੰਡਰੀ ਓਸਾਈਟ ਬਣ ਗਿਆ, ਠੀਕ ਆ। ਇੱਕ ਟਾਈਨੀ ਪੋਲਰ ਬੋਡੀ ਬਣ ਗਈ, ਅਤੇ ਕੀ ਆ ਟਰਸ਼ਰੀ ਫੋਲੀਕਲ ਬਣ ਗਿਆ। ਫਿਰ ਟਰਸ਼ਰੀ ਫੋਲੀਕਲ ਦੀ ਜਿਹੜੀ ਐਂਟਰਮ ਆ ਉਹ ਵੀ ਵੱਡੀ ਹੋ ਜਾਂਦੀ ਹੈ, ਅਤੇ ਜ਼ੋਨਾ ਪੈਲੂਸੀਡਾ ਦੀ ਲੇਅਰ ਵੀ ਬਣ ਜਾਂਦੀ ਹੈ ਅਰਾਊਂਡ ਦਾ ਸੈਕੰਡਰੀ ਓਸਾਈਟ, ਅਤੇ ਫਿਰ ਗ੍ਰੈਫਿਨ ਫੋਲੀਕਲ ਬਣ ਜਾਂਦਾ। ਫਿਰ ਗ੍ਰੈਫਿਨ ਫੋਲੀਕਲ ਦੇ ਵਿੱਚੋਂ ਡਿਊਰਿੰਗ ਦ ਓਵੂਲੇਸ਼ਨ ਸੈਕੰਡਰੀ ਓਸਾਈਟ ਬਾਹਰ ਆ ਜਾਂਦਾ, ਜਿਹੜਾ ਗ੍ਰੈਫਿਨ ਫੋਲੀਕਲ ਆ ਉਹ ਫਰਦਰ ਕਾਰਪਸ ਲਿਊਟੀਅਮ ਦੇ ਸਟਰਕਚਰ ਦੇ ਵਿੱਚ ਡਿਵੈਲਪ ਹੋ ਜਾਂਦਾ ਹੈਗਾ। ਫਿਰ ਉਹਦੇ ਬਾਅਦ ਅਗਰ ਜਿਹੜੀ ਆ ਫਰਟੀਲਾਈਜੇਸ਼ਨ ਨਹੀਂ ਹੋਈ ਹੁੰਦੀ ਤਾਂ ਕਾਰਪਸ ਲਿਊਟੀਅਮ ਵੀ ਅੰਦਰ ਜਾ ਕੇ ਡੀਜਨਰੇਟ ਹੋ ਜਾਂਦਾ, ਠੀਕ ਆ। ਸੋ ਇੱਥੇ ਆਪਾਂ ਨੂੰ ਦਿੱਤਾ ਹੈਗਾ ਕਿ ਸਪਰਮੈਟੋਜੈਨੇਸਿਸ ਅਤੇ oogenesis ਦੀ ਸਕੈਮੈਟਿਕ ਰਿਪਰੈਜ਼ੈਂਟੇਸ਼ਨ ਦਿੱਤੀ ਹੋਈ ਆ, ਠੀਕ ਆ। ਸਭ ਤੋਂ ਪਹਿਲਾਂ ਸਪਰਮੈਟੋਗੋਨੀਆ ਜਿਹੜਾ ਹੈਗਾ ਪਿਊਬਰਟੀ ਵੇਲੇ ਮਾਈਟੋਟਿਕਲੀ ਡਿਵਾਈਡ ਕਰਕੇ ਆਪਦਾ ਨੰਬਰ ਉਹਨੇ ਇਨਕਰੀਜ਼ ਕਰ ਲਿਆ। ਨੰਬਰ ਇਨਕਰੀਜ਼ ਕਰਕੇ ਉਹਨਾਂ ਦੇ ਵਿੱਚੋਂ ਇੱਕ ਅੱਧਾ ਜਿਹੜਾ ਹੈਗਾ ਡਿਫਰੈਂਸ਼ੀਏਟ ਹੋਇਆ ਕਿਹਦੇ ਵਿੱਚ, ਪ੍ਰਾਇਮਰੀ ਸਪਰਮੈਟੋਸਾਈਟ ਦੇ ਵਿੱਚ। ਪ੍ਰਾਇਮਰੀ ਸਪਰਮੈਟੋਸਾਈਟ ਦੇ ਵਿੱਚ ਸਪਰਮੈਟੋਗੋਨੀਆ ਡਿਫਰੈਂਸ਼ੀਏਟ ਹੋ ਗਿਆ। ਫਿਰ ਆਹ ਕੀ ਆ ਆਪਣੇ ਕੋਲ ਪ੍ਰਾਇਮਰੀ ਸਪਰਮੈਟੋਸਾਈਟ ਆ, ਠੀਕ ਆ।
फिर इन्हें किया फर्स्ट पीरियोडिक डिवीजन करी, फर्स्ट पीरियोडिक डिवीजन करके दो स्पर्मेटोसाइट, दो सेकेंडरी स्पर्मेटोसाइट बनाए जो कि हैप्लोइड होंगे। फिर सेकेंडरी स्पर्मेटोसाइट से फर्स्ट पीरियोडिक डिवीजन क्यों दी हैगी, रिडक्शन वाली डिवीजन होंगी है, ठीक है, रिडक्शन वाली डिवीजन हुई ਤਾਂ ਕਰਕੇ ਇਹ हैप्लोइड बने डिप्लॉइड तो, ठीक है। ਇਹਦੇ देखो 46 क्रोमोसोम ਸੀਗੇ, ਇੱਥੇ ਤੱਕ ਵੀ ਆਹ ਇਹਦੇ ਕੋਲ 46 क्रोमोसोम ही सी, बट फर्स्ट वारी ਇੱਥੇ ਆਪਾਂ ਨੂੰ 23 क्रोमोसोम देखने ਨੂੰ ਮਿਲੇ ਕਿਉਂਕਿ ਇੱਥੇ ਕੀ ਹੋਈ ਹੈ ਫਸਟ ਪੀਰੀयोडिक डिवीजन हुई है ਪ੍ਰਾਇਮਰੀ ਸਪਰਮੈਟੋਸਾਈਟ ਦੀ ਤੇ ਉਹ ਕੀ ਹੋ ਰਿਡਕਸ਼ਨ ਵਾਲੀ ਡਿਵੀਜ਼ਨ ਹੁੰਦੀ ਆ। ਤੇ ਆ ਸੈਕੰਡਰੀ ਸਪਰਮੈਟੋਸਾਈਟ ਆਪਣੇ ਕੋਲ ਆ ਗਈ, ਠੀਕ ਹੈ। ਸੈਕੰਡਰੀ ਸਪਰਮੈਟੋਸਾਈਟ ਅੱਗੇ ਆ ਸੈਕੰਡ ਪੀਰੀयोडिक डिवीजन ਕਰਦੇ ਆ ਜੋ ਕਿ ਇਕੁਏਸ਼ਨਲ ਡਿਵੀਜ਼ਨ ਹੁੰਦੀ ਆ ਤੇ ਆਪਣੇ ਕੋਲ 4 ਹੈਪਲੋਇਡ ਸੈਲਸ ਆ ਜਾਂਦੇ ਜਿਹਨੂੰ ਕਿ ਆਪਾਂ ਸਪਰਮੈਟਿਡਸ ਕਹਿੰਦੇ ਆ। ਫਿਰ ਸਪਰਮੈਟਿਡਸ ਅੱਗੇ ਡਿਫਰੈਂਸ਼ੀਏਸ਼ਨ ਕਰਕੇ ਸਪਰਮੈਟੋਜ਼ੋਆ ਬਣਾ ਲੈਂਦੇ ਆ ਤੇ ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਆ ਸਪਰਮੀਓਜੈਨੇਸਿਸ ਕਹਿੰਦੇ ਆ। ਤੇ ਇਧਰ ਆਪਾਂ ਓਜੈਨੇਸਿਸ ਦੀ ਗੱਲ ਕਰੀਏ ਤਾਂ ਉਹ ਕੋਲੀ ਆ ਇੱਥੇ ਆਪਣੇ ਕੋਲ ਡਿਊਰਿੰਗ ਦ ਯੂ ਕੈਨ ਸੇ ਐਮਬ੍ਰਿਓਨਿਕ ਡਿਵੈਲਪਮੈਂਟ। ਫਿਰ ਮਾਈਟੋਟਿਕਲੀ ਉਹ ਡਿਵਾਈਡ ਕਰਦੇ ਆ, ਠੀਕ ਹੈ, ਮਾਈਟੋਟਿਕ ਡਿਫਰੈਂਸ਼ੀਏਸ਼ਨ ਹੁੰਦੀ ਆ। ਫਿਰ ਉਹਦੇ ਬਾਅਦ ਉਗੋਲੀਆ ਜਿਹੜੇ ਕੁਝ ਪ੍ਰਾਇਮਰੀ ਸਪਰਮੈਟੋਸਾਈਟ ਦੇ ਵਿੱਚ ਜਿਹੜੇ ਆ ਉਹ ਡਿਫਰੈਂਸ਼ੀਏਟ ਹੋ ਜਾਂਦੇ ਆ ਤੇ ਪ੍ਰੋਫਿਸ 1 ਦੇ ਵਿੱਚ ਬਿਓਟਿਕ ਡਿਵੀਜ਼ਨ ਦੇ ਪ੍ਰੋਫਿਸ 1 ਦੇ ਵਿੱਚ ਆਪਣੇ ਟੈਂਪਰੇਰੀ ਅਰੈਸਟ ਕਰ ਲੈਂਦੇ ਹੈਗੇ। ਸੋ ਸਭ ਕੁਝ ਜਿਹੜਾ ਫੀਟਲ ਲਾਈਫ ਦੇ ਵਿੱਚ ਹੀ ਹੋਇਆ, ਮਤਲਬ ਕਿ ਉਗੋਲੀਆ ਤੋਂ ਪ੍ਰਾਇਮਰੀ ਸਾਈਡ ਫੀਟਲ ਲਾਈਫ ਦੇ ਵਿੱਚ ਬਣਿਆ ਤੇ ਉਦੋਂ ਹੀ ਉਹਦੀ ਜਿਹੜੀ ਫਸਟ ਪੀਰੀዮडिक डिवीजन है वो स्टार्ट हो गई, प्रोफिस 1 ਦੇ ਵਿੱਚ ਉਹ ਅਰੈਸਟ ਹੋ ਗਿਆ, ਠੀਕ ਹੈ। ਬਟ ਅੱਗੇ ਪੂਰ ਨਹੀਂ ਚੜੀ ਉਹ, ਫਿਰ ਬਰਥ ਹੋਇਆ, ਠੀਕ ਹੈ, ਉਹਦੇ ਵੀ ਆਪਣੇ ਕੋਲ ਪ੍ਰਾਇਮਰੀ ਸਾਈਡ ਇੱਦਾਂ ਹੀ ਪੈਗਾ, ਚਾਈਲਡਹੁੱਡ ਦੇ ਵਿੱਚ ਵੀ ਇੱਦਾਂ ਹੀ ਪੈਗਾ। ਬਟ ਡਿਊਰਿੰਗ ਦ ਪਿਊਬਰਟੀ ਕੀ ਹੋਇਆ, ਪਿਊਬਰਟੀ ਦੇ ਵੇਲੇ ਕੀ ਹੋਇਆ, ਉਹਨੇ ਫਸਟ ਪੀਰੀयोडिक डिवीजन ਕੰਪਲੀਟ ਕਰ ਲਈ, ਪਿਊਬਰਟੀ ਆ ਗਈ, ਫਸਟ ਪੀਰੀयोडिक डिवीजन ਕੰਪਲੀਟ ਕਰਕੇ ਇੱਕ ਉਹਨੇ ਫਸਟ ਪੋਲਰ ਬੋਡੀ ਬਣਾਈ ਤੇ ਇੱਕ ਸੈਕੰਡਰੀ ਉਹ ਸਾਈਟ ਬਣਾਇਆ, ਠੀਕ ਹੈ, ਸੈਕੰਡਰੀ ਉਹ ਸਾਈਟ ਬਣਾਇਆ, ਠੀਕ ਹੈ। ਸੈਕੰਡਰੀ ਸਾਈਟ ਓਵੂਲੇਸ਼ਨ ਤੋਂ ਪਹਿਲਾਂ ਬਣੂਗਾ, ਪਹਿਲਾਂ ਸੈਕੰਡਰੀ ਸਾਈਟ ਬਣੂਗਾ, ਉਦੋਂ ਬਾਅਦ ਹੀ ਓਵੂਲੇਸ਼ਨ ਹੋਊਗੀ, ਠੀਕ ਹੈ। ਗ੍ਰਾਫੀਅਨ ਫੋਲੀਕਲ ਦੇ ਅੰਦਰ ਕੀ ਹੁੰਦਾ ਹੈਗਾ, ਸੈਕੰਡਰੀ ਸਾਈਟ ਹੁੰਦਾ, ਠੀਕ ਹੈ। ਫਿਰ ਉਹਦੇ ਬਾਅਦ ਰੀਪਰੋਡਕਟਿਵ ਲਾਈਫ ਦੇ ਦੌਰਾਨ ਮਤਲਬ ਕਿ ਜਦੋਂ ਉਹਨੇ ਕੀਆ ਸੈਕਸ਼ੂਅਲ ਇੰਟਰਕੋਰਸ ਕੀਤਾ, ਠੀਕ ਹੈ, ਕੁਆਟਸ ਕੀਤਾ, ਤਾਂ ਉਦੋਂ ਬਾਅਦ ਸੈਕੰਡਰੀ ਓਸਾਈਟ ਜਿਹੜਾ ਹੈਗਾ ਉਹ ਡਿਵਾਈਡ ਕਰਕੇ ਕੀ ਬਣੂਗਾ, ਸੈਕੰਡ ਪੋਲਰ ਬੋਡੀ ਤੇ ਉਹ ਬਣਾਊਗਾ। ਤੇ ਉਹਨਾਂ ਚਿਰ, ਠੀਕ ਹੈ, ਉਹਨਾਂ ਚਿਰ ਕੀ ਹੁੰਦਾ, ਜਿਹੜਾ ਸੈਕੰਡਰੀ ਓਸਾਈਟ ਆ ਜਿਹੜਾ ਚਿਰ ਕਿ ਉਹਦੀ ਫਰਟੀਲਾਈਜੇਸ਼ਨ ਨਹੀਂ ਹੁੰਦੀ, ਠੀਕ ਹੈ, ਜਿਹੜਾ ਚਿਰ ਕਿ ਸਪਰਮ ਨਹੀਂ ਆਉਂਦਾ ਉਹਦੇ ਕੋਲ, ਉਹਨਾਂ ਚਿਰ ਜਿਹੜਾ ਸੈਕੰਡਰੀ ਓਸਾਈਟ ਆ ਉਹ ਆਪਦੇ ਆਪ ਨੂੰ ਕੀ ਕਰਦੇ ਆ, ਅਰੈਸਟ ਕਰਕੇ ਰੱਖ ਜਾਏਗਾ ਇਨ ਦਾ ਮੈਟਾਫੇਜ਼ 2, ਠੀਕ ਹੈ। ਮੈਟਾਫੇਜ਼ 2 ਦੇ ਵਿੱਚ ਉਹ ਅਰੈਸਟ ਹੋ ਜਾਏਗਾ। So now let us move on to the next topic, that is the menstrual cycle. Reproductive cycle ਜਿਹੜਾ ਫੀਮੇਲ ਪ੍ਰਾਈਮੇਟਸ ਦੇ ਵਿੱਚ ਹੁੰਦਾ ਹੈ, ਉਹ ਆਪਾਂ menstrual cycle ਕਹਿੰਦੇ ਹਾਂ। ਫੀਮੇਲ ਪ੍ਰਾਈਮੇਟਸ ਦੇ ਕੁਝ ਐਗਜ਼ਾਮਪਲਸ ਆ ਗਏ, ਮੰਕੀ, ਏਪਸ, ਗੋਰਿਲਾ, ਗੇਬਲ, ਹਿਊਮਨ ਬੀਇੰਗ, ਰਾਈਟ। ਤੇ ਇਹਨਾਂ ਆਰਗੈਨਿਜ਼ਮਸ ਦੇ ਵਿੱਚ ਜਿਹੜਾ ਰੀਪਰੋਡਕਟਿਵ ਸਾਈਕਲ ਹੁੰਦਾ ਉਹ ਆਪਾਂ menstrual cycle ਕਹਿੰਦੇ ਹਾਂ। ਜਿਹੜਾ ਫਸਟ ਮੈਂਸਟਰੂਏਸ਼ਨ ਆ ਉਹ ਕੀ ਕਦੋਂ ਸ਼ੁਰੂ ਹੁੰਦੀ ਆ, ਪਿਊਬਰਟੀ ਦੇ ਵੇਲੇ ਸ਼ੁਰੂ ਹੁੰਦੀ ਆ ਤੇ ਫਸਟ ਮੈਂਸਟਰੂਏਸ਼ਨ ਨੂੰ ਮਿਨਾਰਕ ਕਿਹਾ ਜਾਂਦਾ ਹੈਗਾ, ਠੀਕ ਆ। ਹਿਊਮਨ ਫੀਮੇਲਸ ਦੇ ਵਿੱਚ ਜਿਹੜਾ ਮੈਂਸਟਰੂਏਸ਼ਨ ਆ ਉਹ ਕੀ 20 ਜਾਂ 29 ਡੇਜ਼ ਦੇ ਇੰਟਰਵਲ ਤੋਂ ਬਾਅਦ ਰਿਪੀਟ ਹੁੰਦੀ ਆ। ਮਤਲਬ ਇੱਕ ਵਾਰੀ ਮੈਂਸਟਰੂਏਸ਼ਨ ਹੋਈ, 3 to 5 ਡੇਜ਼ ਮੈਂਸਟਰੂਏਸ਼ਨ ਹੋਈ, ਮੈਂਸਟਰੂਏਸ਼ਨ ਕਿਹਨੂੰ ਕਹਿੰਦੇ ਆ, ਬਲੀਡਿੰਗ ਫੇਸ ਤੋਂ ਮੈਂਸਟਰੂਏਸ਼ਨ ਕਹਿੰਦੇ ਆ, ਠੀਕ ਹੈ। ਉਹਦੇ ਬਾਅਦ 28 29 ਦਿਨਾਂ ਬਾਅਦ ਦੁਬਾਰਾ ਤੋਂ ਮੈਂਸਟਰੂਏਸ਼ਨ ਹੋਊਗੀ, ਫਿਰ ਉਹਦੇ ਬਾਅਦ ਦੁਬਾਰਾ ਤੋਂ 28 ਦਿਨਾਂ ਬਾਅਦ ਮੈਂਸਟਰੂਏਸ਼ਨ ਹੋਊਗੀ, ਠੀਕ ਹੈ। And the cycle of events starting from one menstruation till the next one is called as the menstrual cycle, ਠੀਕ ਹੈ। ਸਾਰੇ ਇਵੈਂਟਸ ਇੱਕ ਮੈਂਸਟਰੂਏਸ਼ਨ ਦੇ ਤੋਂ ਲੈ ਕੇ ਦੂਜੀ ਮੈਂਸਟਰੂਏਸ਼ਨ ਦੇ ਵਿੱਚ, ਠੀਕ ਹੈ, ਜਿੰਨੇ ਵੀ ਸਾਰੇ ਇਵੈਂਟਸ ਆਉਂਦੇ ਆ, ਠੀਕ ਹੈ, ਉਹ ਸਾਰੇ ਕੀ ਕਨਸਟੀਟਿਊਟ ਕਰਦੇ ਨੇ, menstrual cycle, ਠੀਕ ਹੈ। When is released ovulation during the middle of the menstrual cycle, menstrual cycle ਦੇ ਵਿਚਾਲੇ ਕੀ ਆ, ਇੱਕ ਓਵਮ ਰਿਲੀਜ਼ ਹੁੰਦਾ, ਜਿਸ ਪ੍ਰੋਸੈਸ ਨੂੰ ਆਪਾਂ ਓਵੂਲੇਸ਼ਨ ਕਹਿੰਦੇ ਹਾਂ। ਬਟ ਬਿਫੋਰ ਰੀਡਿੰਗ ਆਪਾਂ ਕਿਉਂ ਉਹਨਾਂ ਦੀ ਫਿਗਰ ਦੇਖ ਲਈਏ ਜਿਹਦੇ ਨਾਲ ਥੋੜ੍ਹਾ ਆਪਾਂ ਨੂੰ ਸਮਝ ਵੀ ਆ ਜਾਵੇ। ਸੋ ਇੱਥੇ ਦੇਖੋ, ਮੈਂਸਟਰੂਅਲ ਸਾਈਕਲ ਦਾ ਫਸਟ ਜਿਹੜਾ ਸਟੈਪ ਆ ਉਹਨੂੰ ਆਪਾਂ ਮੈਂਸਟਰੂਏਸ਼ਨ ਕਹਿੰਦੇ ਹਾਂ, ਉਹ ਕੀ ਆ, ਬਲੀਡਿੰਗ ਫੇਸ ਆ, ਠੀਕ ਹੈ, ਮੈਂਸਿਸ ਜਦੋਂ ਹੁੰਦੀ ਆ, ਠੀਕ ਆ। ਉਦੋਂ ਬਾਅਦ ਕੀ ਆ, ਇੱਧਰ ਕੀ ਆ, ਜਦੋਂ ਇੱਧਰ ਮੈਂਸਿਸ ਹੋ ਰਹੀ ਹੈ ਤਾਂ ਉਦੋਂ ਪ੍ਰਾਇਮਰੀ ਫੋਲੀਕਲ ਦੀ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਆ, ਠੀਕ ਹੈ, ਸ਼ੁਰੂ ਹੋ ਰਹੀ ਆ, ਕਿਉਂਕਿ ਉਦੋਂ ਜਿਹੜਾ ਪਿਟਿਊਟਰੀ ਆ ਉਹ ਰਿਲੀਜ਼ ਕਰਦੀ ਹੈ ਕਿ ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਪਿਟਿਊਟਰੀ ਨੇ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਰਿਲੀਜ਼ ਕੀਤਾ, ਉਹ ਐਕਟ ਕੀਤਾ ਫੋਲੀਕਲਸ ਦੇ ਉੱਪਰ, ਪ੍ਰਾਇਮਰੀ ਫੋਲੀਕਲ ਦੇ ਉੱਪਰ ਜਿਹੜਾ ਕਿ ਓਵਰੀ ਦੇ ਵਿੱਚ ਪ੍ਰੈਜ਼ੈਂਟ ਆ, ਤੇ ਉਹਨੇ ਆਪਣੀ ਡਿਵੈਲਪਮੈਂਟ ਸ਼ੁਰੂ ਕਰਤੀ, ਓਕੇ। ਫਿਰ ਜਿਹੜਾ ਗਰੋਇੰਗ ਫੋਲੀਕਲ ਨੇ ਉਹ ਕੀ ਸਿਕਰੀਟ ਕਰਦੇ ਨੇ, ਉਹ ਈਸਟ੍ਰੋਜਨ ਸਿਕਰੀਟ ਕਰਦੇ ਨੇ। ਗਰੋਇੰਗ ਫੋਲੀਕਲ ਨੇ ਥੋੜਾ ਈਸਟ੍ਰੋਜਨ ਸਿਕਰੀਟ ਕੀਤਾ ਤੇ ਜਿਹੜਾ ਲੋ ਲੈਵਲ ਆਫ ਈਸਟ੍ਰੋਜਨ ਆ ਉਹ ਕੀ ਦਿੰਦਾ, ਨੈਗੇਟਿਵ ਫੀਡਬੈਕ ਦਿੰਦਾ ਟੂ ਦਾ ਪਿਟਿਊਟਰੀ, ਠੀਕ ਆ। ਲੋ ਲੈਵਲ ਆਫ ਈਸਟ੍ਰੋਜਨ ਨੈਗੇਟਿਵ ਫੀਡਬੈਕ ਦਿੰਦਾ ਪਿਟਿਊਟਰੀ ਨੂੰ, ਜਿਸ ਕਰਕੇ ਪਿਟਿਊਟਰੀ ਜਿਹੜੀ ਆ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਤੇ ਲਿਊਟੇਨਾਈਜ਼ਿੰਗ ਹਾਰਮੋਨ ਦੇ ਲੈਵਲ ਨੂੰ ਰਿਡਿਊਸ ਕਰ ਦਿੰਦੀ ਆ, ਠੀਕ ਆ। ਬਟ ਥੋੜ੍ਹਾ ਮੋਟਾ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਤਾਂ ਫਿਰ ਵੀ ਸਿਕਰੀਟ ਹੁੰਦਾ ਹੀ ਆ, ਉਹਦੇ ਨਾਲ ਵੀ ਜਿਹੜਾ ਫੋਲੀਕਲ ਹੈ ਉਹਦੀ ਡਿਵੈਲਪਮੈਂਟ ਕਰ ਸਕਦਾ ਹੈਗਾ। ਫਿਰ ਉਹਦੇ ਬਾਅਦ ਜਦੋਂ ਅਚਾਨਕ ਜਦੋਂ ਜਿਹੜਾ ਫੋਲੀਕਲ ਵੱਡਾ ਹੁੰਦਾ ਤਾਂ ਫਿਰ ਵੱਡਾ ਫੋਲੀਕਲ ਅਚਾਨਕ ਜਿਹੜਾ ਵੱਧ ਲੈਵਲ ਆਫ ਈਸਟ੍ਰੋਜਨ ਸਿਕਰੀਟ ਕਰਨ ਲੱਗ ਪੈਂਦਾ ਹੈਗਾ,
ਤਾਂ ਅਚਾਨਕ ਆਪਾਂ ਨੂੰ ਇੱਥੇ ਕੀ ਦੇਖਣ ਨੂੰ ਮਿਲਦਾ, ਰਾਈਜ਼ ਇਨ ਦ ਲੈਵਲ ਆਫ ਈਸਟ੍ਰੋਜਨ। ਫਿਰ ਜਿਹੜਾ ਹਾਈ ਲੈਵਲ ਆਫ ਈਸਟ੍ਰੋਜਨ ਆ ਉਹ ਦਿੰਦਾ ਪੋਜ਼ਿਟਿਵ ਫੀਡਬੈਕ, ਠੀਕ ਆ। ਲੋ ਲੈਵਲ ਆਫ ਈਸਟ੍ਰੋਜਨ ਨੈਗੇਟਿਵ ਫੀਡਬੈਕ ਦਿੰਦਾ, ਹਾਈ ਲੈਵਲ ਆਫ ਈਸਟ੍ਰੋਜਨ ਦਿੰਦਾ ਹੈਗਾ ਪੋਜ਼ਿਟਿਵ ਫੀਡਬੈਕ। ਹਾਈ ਲੈਵਲ ਆਫ ਈਸਟ੍ਰੋਜਨ ਨੇ ਪਿਟਿਊਟਰੀ ਨੂੰ ਪੋਜ਼ਿਟਿਵ ਫੀਡਬੈਕ ਦਿੱਤਾ, ਤੇ ਇਸੇ ਕਰਕੇ ਅਚਾਨਕ ਜਦੋਂ ਹੁਣ ਈਸਟ੍ਰੋਜਨ ਦਾ ਲੈਵਲ ਵਧਿਆ, ਅਚਾਨਕ ਹੀ ਉਹਨੇ ਉਹਦਾ ਦਿੱਤਾ ਪੋਜ਼ੀਟਿਵ ਫੀਡਬੈਕ ਦਿੱਤਾ, ਤਾਂ ਫਿਰ ਅਚਾਨਕ ਹੀ ਜਿਹੜਾ ਪਿਟਿਊਟਰੀ ਨੇ ਬਹੁਤ ਸਾਰੀ ਮਾਤਰਾ ਦੇ ਵਿੱਚ ਹਾਰਮੋਨ ਸਿਕਰੀਟ ਕਰਦੇ। ਇਸੇ ਕਰਕੇ ਇੱਥੇ ਆ LH ਸਰਜ, ਅਚਾਨਕ ਬਹੁਤ ਜ਼ਿਆਦਾ ਇਨਕਰੀਜ਼ ਆਇਆ ਇਨ ਦ ਲੈਵਲ ਆਫ ਦ ਲਿਊਟੇਰਾਈਜ਼ਿੰਗ ਹਾਰਮੋਨ, ਠੀਕ ਆ। ਤੇ LH ਸਰਜ ਜਿਹੜਾ ਹੈਗਾ ਟ੍ਰਿਗਰ ਕਰਦਾ ਹੈਗਾ ਫੋਲੀਕਲ ਨੂੰ, ਠੀਕ ਹੈ, ਉਹਨੂੰ ਟ੍ਰਿਗਰ ਕਰ ਦਿੱਤੇ, ਉਹਨੂੰ ਕਹਿੰਦਾ ਹੈਗਾ ਕਿ ਸੈਕੰਡਰੀ ਓਸਾਈਟ ਨੂੰ ਆਜ਼ਾਦ ਕਰ, ਉਹਨੂੰ ਕੱਢ ਆਪਣੇ ਵਿੱਚੋਂ, ਠੀਕ ਆ। ਫਿਰ ਉਦੋਂ ਹੁੰਦੀ ਹੈਗੀ ਓਵੂਲੇਸ਼ਨ ਐਟ ਦ ਮਿਡ ਆਫ ਦ ਮੈਂਸਟਰੁਅਲ ਸਾਈਕਲ, ਅਰਾਊਂਡ ਦ 40th ਡੇ ਓਵੂਲੇਸ਼ਨ ਹੋ ਜਾਂਦੀ ਹੈ, ਠੀਕ ਆ। ਅਤੇ ਫਿਰ ਉਦੋਂ ਬਾਅਦ ਜਿਹੜਾ ਓਵੂਲੇਸ਼ਨ ਆ ਉਹਦੇ ਵਿੱਚ ਸਕੈਡਿਊਸਾਈਟ ਤੋਂ ਬਾਹਰ ਆ ਗਿਆ, ਜਿਹੜਾ ਬਚਦਾ ਸਟਰਕਚਰ ਸੀਗਾ ਗ੍ਰਾਫੀਅਨ ਫੋਲੀਕਲ ਦਾ, ਉਹ ਕਨਵਰਟ ਹੋ ਜਾਂਦਾ ਹੈਗਾ ਕਾਰਪਸ ਲਿਊਟੀਅਮ ਦੇ ਵਿੱਚ, ਓਕੇ। ਫਿਰ ਕਾਰਪਸ ਲਿਊਟੀਅਮ ਜਿਹੜਾ ਹੈਗਾ ਅਚਾਨਕ ਜਿਹੜਾ ਬਹੁਤ ਸਾਰਾ ਲੈਵਲ ਸਿਕਰੀਟ ਕਰਦਾ ਹੈਗਾ ਪ੍ਰੋਜੈਸਟੇਰੋਨ ਦਾ। ਜਿਹੜਾ ਕਾਰਪਸ ਲਿਊਟੀਅਮ ਹੈ ਉਹ ਈਸਟ੍ਰੋਜਨ ਵੀ ਸਿਕਰੀਟ ਕਰਦਾ, ਬਟ ਪ੍ਰੋਜੈਸਟੇਰੋਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਿਕਰੀਟ ਕਰਦਾ ਹੈਗਾ। ਇਸੇ ਕਰਕੇ ਅਚਾਨਕ ਇੱਥੇ ਪ੍ਰੋਜੈਸਟੇਰੋਨ ਦਾ ਲੈਵਲ ਵੱਧ ਗਿਆ ਜਦੋਂ ਕਾਰਪਸ ਲਿਊਟੀਅਮ ਦੀ ਡਿਵੈਲਪਮੈਂਟ ਹੋਈ, ਤੇ ਆਪਾਂ ਨੂੰ ਬਹੁਤ ਜ਼ਿਆਦਾ ਸਿਗਨੀਫਿਕੈਂਟ ਡ੍ਰੌਪ ਦੇਖਣ ਨੂੰ ਮਿਲਿਆ ਈਸਟ੍ਰੋਜਨ ਦੇ ਲੈਵਲ ਦੇ ਵਿੱਚ, ਠੀਕ ਆ। ਜਿਹੜਾ ਈਸਟ੍ਰੋਜਨ ਦਾ ਲੈਵਲ ਹੈ ਉਹ ਜਿਹੜਾ ਹੈਗਾ ਅਚਾਨਕ ਡ੍ਰੌਪ ਹੋ ਗਿਆ, ਕਿਉਂਕਿ ਪਹਿਲਾਂ ਤਾਂ ਫੋਲੀਕਲ ਬਹੁਤ ਜ਼ਿਆਦਾ ਈਸਟ੍ਰੋਜਨ ਸਿਕਰੀਟ ਕਰ ਰਿਹਾ ਸੀ, ਬਟ ਕਾਰਪਸ ਲਿਊਟੀਅਮ ਨੇ ਨਹੀਂ ਕੀਤਾ। ਬਟ ਹੌਲੀ ਹੌਲੀ ਜਿਹੜਾ ਹੈ ਈਸਟ੍ਰੋਜਨ ਦਾ ਲੈਵਲ ਵੀ ਅਰਾਈਜ਼ ਹੋਣ ਲੱਗਿਆ। ਫਿਰ ਇੱਕ ਟਾਈਮ ਆਇਆ ਜਦੋਂ ਦੋਨੇ ਈਸਟ੍ਰੋਜਨ ਤੇ ਪ੍ਰੋਜੈਸਟੇਰੋਨ ਦਾ ਲੈਵਲ ਪੀਕ 'ਤੇ ਸੀਗਾ, ਅਰਾਊਂਡ ਦ 24th 25th ਡੇ, ਠੀਕ ਆ। ਤੇ ਹਾਈ ਲੈਵਲ ਆਫ ਪ੍ਰੋਜੈਸਟੇਰੋਨ ਐਂਡ ਲੋ ਲੈਵਲ ਆਫ ਈਸਟ੍ਰੋਜਨ ਜਿਹੜੇ ਆ ਦੋਨੇ ਨੈਗੇਟਿਵ ਫੀਡਬੈਕ ਦਿੰਦੇ ਆ ਪਿਟਿਊਟਰੀ ਨੂੰ। ਇਹਨਾਂ ਨੇ ਕੀ ਆ, ਪਿਟਿਊਟਰੀ ਨੂੰ ਨੈਗੇਟਿਵ ਫੀਡਬੈਕ ਦਿੱਤਾ। ਹਾਈ ਲੈਵਲ ਆਫ ਪ੍ਰੋਜੈਸਟੇਰੋਨ ਤੇ ਲੋ ਲੈਵਲ ਆਫ ਈਸਟ੍ਰੋਜਨ ਨੇ ਨੈਗੇਟਿਵ ਫੀਡਬੈਕ ਦਿੱਤਾ। ਫਿਰ ਇਸੇ ਕਰਕੇ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਤੇ ਲਿਊਟੇਰਾਈਜ਼ਿੰਗ ਹਾਰਮੋਨ ਦਾ ਲੈਵਲ ਜਿਹੜਾ ਇੱਥੇ ਅਚਾਨਕ ਘਟ ਗਿਆ, ਠੀਕ ਹੈ। ਸਰਜ ਹੋਣ ਤੋਂ ਬਾਅਦ ਉਹਨਾਂ ਦਾ ਲੈਵਲ ਘਟ ਗਿਆ। ਜਿਹੜਾ ਲਿਊਟੇਰਾਈਜ਼ਿੰਗ ਹਾਰਮੋਨ ਆ ਉਹ ਕੀ ਆ, ਇਹਨੂੰ ਸਟਿਮੂਲੇਟ ਕਰਦਾ, ਕਾਰਪਸ ਲਿਊਟੀਅਮ ਨੂੰ ਸਟਿਮੂਲੇਟ ਕਰਦਾ ਕਿ ਤੂੰ ਪ੍ਰੋਜੈਸਟੇਰੋਨ ਈਸਟ੍ਰੋਜਨ ਸਿਕਰੀਟ ਕਰ, ਠੀਕ ਹੈ। ਹੁਣ ਤੁਸੀਂ ਕਹੋਗੇ ਕਿ ਹੁਣ ਇਹ ਸਟਿਮੂਲੇਟ ਕਿੱਦਾਂ ਕਰੂਗਾ, ਕਿਉਂਕਿ ਇਹਦਾ ਤਾਂ ਖੁਦ ਦਾ ਲੈਵਲ ਹੀ ਘਟ ਗਿਆ, ਖੁਦ ਦਾ ਲੈਵਲ ਘਟ ਗਿਆ। ਬਟ ਜਿਹੜਾ ਕਾਰਪਸ ਲਿਊਟੀਅਮ ਹੈ ਉਹਦੇ ਕੋਲ ਰਿਸੈਪਟਰਸ ਪ੍ਰੈਜ਼ੈਂਟ ਹੁੰਦੇ ਆ, ਕਿ ਬਹੁਤ ਥੋੜੇ ਲੈਵਲ ਨੂੰ ਵੀ ਰਿਸੈਪਟ ਕਰਕੇ ਬਹੁਤ ਜ਼ਿਆਦਾ ਲੈਵਲ ਆਫ ਪ੍ਰੋਜੈਸਟੇਰੋਨ ਦਾ ਸਿਕਰੀਟ ਕਰਦੇ ਆ, ਬਹੁਤ ਥੋੜੇ ਲੈਵਲ ਆਫ ਲਿਊਟੇਰਾਈਜ਼ਿੰਗ ਹਾਰਮੋਨ ਨੂੰ ਵੀ ਰਿਸੈਪਟ ਕਰ ਸਕਦੇ ਆ, ਠੀਕ ਹੈ। ਫਿਰ ਉਹਨੂੰ ਰਿਸੈਪਟ ਕਰਕੇ ਬਹੁਤ ਜ਼ਿਆਦਾ ਲੈਵਲ ਆਫ ਪ੍ਰੋਜੈਸਟੇਰੋਨ ਨੂੰ ਸਿਕਰੀਟ ਕਰ ਸਕਦੇ ਆ, ਠੀਕ ਹੈ। ਤਾਂ ਭਾਵੇਂ ਇੱਧਰ ਲੈਵਲ ਘੱਟ ਦਾ ਦੇਖਣ ਨੂੰ ਮਿਲ ਰਿਹਾ, ਪਰ ਫਿਰ ਵੀ ਇਹ ਕਿ ਬਹੁਤ ਜ਼ਿਆਦਾ ਪ੍ਰੋਜੈਸਟੇਰੋਨ ਹੀ ਸਿਕਰੀਟ ਕਰੂਗਾ ਕਾਰਪਸ ਲਿਊਟੀਅਮ, ਠੀਕ ਆ। ਫਿਰ ਉਹਦੋਂ ਬਾਅਦ ਅਗਰ ਪ੍ਰੈਗਨੈਂਸੀ ਐਸਟੈਬਲਿਸ਼ ਨਹੀਂ ਹੁੰਦੀ, ਅਗਰ ਫਰਟੀਲਾਈਜੇਸ਼ਨ ਨਹੀਂ ਹੁੰਦੀ, ਤਾਂ ਕਾਰਪਸ ਲਿਊਟੀਅਮ ਦੀ ਆਪਦੀ ਖੁਦ ਦੀ ਟੈਂਡੈਂਸੀ ਹੈਗੀ ਆ ਕਿ ਉਹ ਡੀਜਨਰੇਟ ਕਰਨ ਲੱਗ ਪੈਂਦਾ ਗਾ, ਠੀਕ ਹੈ, ਰੈਗਰੈਸ ਕਰਨ ਲੱਗ ਪੈਂਦਾ ਗਾ। ਤਾਂ ਕੁਝ ਦਿਨਾਂ ਬਾਅਦ, ਠੀਕ ਆ, 10 ਦਿਨਾਂ ਬਾਅਦ ਜਿਹੜਾ ਕਾਰਪਸ ਲਿਊਟੀਅਮ ਹੈ ਉਹ ਖੁਦ ਹੀ ਡੀਜਨਰੇਟ ਕਰਨ ਲੱਗ ਪੈਂਦਾ, ਠੀਕ ਹੈ। 7 ਦਿਨਾਂ ਬਾਅਦ ਡੀਜਨਰੇਟ ਕਰਨ ਲੱਗ ਪੈਂਦਾ, 10 ਦਿਨਾਂ ਤੱਕ ਉਹ ਡੀਜਨਰੇਟ ਹੋ ਹੀ ਜਾਂਦਾ ਗਾ। ਤੇ ਇਸੇ ਕਰਕੇ ਹੁਣ ਜਦੋਂ ਡੀਜਨਰੇਟ ਹੋ ਗਏ ਤਾਂ ਪ੍ਰੋਜੈਸਟੇਰੋਨ ਨੂੰ ਸਿਕਰੀਟ ਕਰਨ ਵਾਲਾ, ਈਸਟ੍ਰੋਜਨ ਨੂੰ ਸਿਕਰੀਟ ਕਰਨ ਵਾਲਾ ਕੋਈ ਰਿਹਾ ਨਹੀਂ ਹੈਗਾ। ਤਾਂ ਅਚਾਨਕ ਉਹਨਾਂ ਦਾ ਲੈਵਲ ਡਿਕਰੀਜ਼ ਹੋਇਆ, ਤੇ ਈਸਟ੍ਰੋਜਨ ਪ੍ਰੋਜੈਸਟੇਰੋਨ ਦਾ ਕੰਮ ਕੀ ਸੀ, ਐਂਡੋਮੀਟਰੀਅਲ ਲਾਈਨਿੰਗ ਨੂੰ ਮੇਨਟੇਨ ਕਰਦਾ, ਉਹਨੂੰ ਕੀ ਕਰਦਾ, ਬਿਲਡਅਪ ਕਰਨਾ, ਠੀਕ ਆ। ਤੇ ਹੁਣ ਈਸਟ੍ਰੋਜਨ ਤੇ ਪ੍ਰੋਜੈਸਟੇਰੋਨ ਨਹੀਂ ਰਹੀ, ਤਾਂ ਅਚਾਨਕ ਉਹਨਾਂ ਦੇ ਲੈਵਲ ਵਿੱਚ ਆਪਾਂ ਨੂੰ ਡ੍ਰੌਪ ਦੇਖਣ ਨੂੰ ਮਿਲਿਆ, ਤੇ ਐਂਡੋਮੀਟਰੀਅਲ ਲਾਈਨਿੰਗ ਨੂੰ ਕੋਈ ਮੇਨਟੇਨ ਕਰਨ ਵਾਲਾ ਨਹੀਂ ਰਿਹਾ। ਤਾਂ ਫਿਰ ਅਚਾਨਕ ਹੋ ਗਈ ਸ਼ੈਡ ਹੋ ਗਈ, ਇਸੇ ਕਰਕੇ ਦੁਬਾਰਾ ਤੋਂ ਫਿਰ ਕੈਂਸਰਸ ਆ ਗਈ, ਠੀਕ ਹੈ। ਸੋ ਦਿਸ ਇਜ਼ ਦ ਹੋਲ ਪ੍ਰੋਸੈਸ, ਓਕੇ। ਤੇ ਹੁਣ ਆਪਾਂ ਫੇਸਿਸ ਦੀ ਗੱਲ ਕਰਦੇ ਹਾਂ। ਫਸਟ ਇਜ਼ ਦਾ ਮੈਚੂਰੇਸ਼ਨ ਉਹੀ ਕਿ ਜਦੋਂ ਮੈਂਸਸ ਹੋਦੇ, ਦੈਟ ਇਜ਼ ਕਾਲਡ ਦ ਮੈਚੂਰੇਸ਼ਨ ਫੇਸ। ਉਹ ਤੋਂ ਬਾਅਦ ਹੈਗਾ ਫੋਲੀਕੂਲਰ ਫੇਸ ਆਪਾਂ ਕਹਿੰਦੇ ਹਾਂ ਵਿਦ ਰਿਸਪੈਕਟ ਟੂ ਦ ਓਵਰੀ, ਕਿਉਂਕਿ ਉਦੋਂ ਓਵਰੀ ਦੇ ਵਿੱਚ ਫੋਲੀਕੂਲਰ ਡਿਵੈਲਪਮੈਂਟ ਹੁੰਦੀ ਆ। ਤੇ ਇੱਧਰ ਆਪਾਂ ਫੋਲੀਕੂਲਰ ਫੇਸ ਨੂੰ ਪ੍ਰੋਲੀਫਰੇਟਿਵ ਫੇਸ ਵੀ ਕਿਹਾ ਜਾਂਦਾ। ਪ੍ਰੋਲੀਫਰੇਟਿਵ ਫੇਸ ਤਾਂ ਹੈਗਾ ਵਿਦ ਰਿਸਪੈਕਟ ਟੂ ਦ ਯੂਟੇਰਸ, ਕਿਉਂਕਿ ਯੂਟੇਰਸ ਦੀ ਪ੍ਰੋਲੀਫਰੇਸ਼ਨ ਹੁੰਦੀ ਆ, ਉਦੋਂ ਦੀ ਐਂਡੋਮੀਟਰੀਅਲ ਲਾਈਨਿੰਗ ਬਿਲਡਅਪ ਹੋਣ ਲੱਗ ਰਹੀ ਹੁੰਦੀ ਆ, ਠੀਕ ਆ। ਸੋ ਉਹਦੋਂ ਬਾਅਦ ਆ ਗਿਆ ਓਵੂਲੇਟਰੀ ਫੇਸ ਉਸ ਫੇਸ ਤੋਂ ਕਹਿੰਦੇ ਜਦੋਂ ਓਵੂਲੇਸ਼ਨ ਹੋਈ, ਠੀਕ ਹੈ, ਮਿਡ ਆਫ ਦ ਸਾਈਕਲ। ਫਿਰ ਉਹਦੋਂ ਬਾਅਦ ਆਇਆ ਲਿਊਟੀਅਲ ਫੇਸ ਆਪਾਂ ਨੇ ਕਿਹਾ ਵਿਦ ਰਿਸਪੈਕਟ ਟੂ ਦ ਓਵਰੀ, ਕਿਉਂਕਿ ਉਦੋਂ ਕੀ ਉਹਦੇ ਵਿੱਚ ਕਾਰਪਸ ਲਿਊਟੀਅਮ ਜਿਹੜਾ ਡਿਵੈਲਪ ਹੋਇਆ ਹੈਗਾ। ਤੇ ਇੱਧਰ ਕਹਿੰਦੇ ਆ ਸਿਕਰੀਟਰੀ ਫੇਸ ਆਪਾਂ ਕਹਿੰਦੇ ਆ ਵਿਦ ਰਿਸਪੈਕਟ ਟੂ ਦ ਯੂਟੇਰਸ। ਜਿਹੜਾ ਕਾਰਪਸ ਲਿਊਟੀਅਮ ਸੀਗਾ ਉਹਨੇ ਸਿਕਰੀਟ ਕੀਤਾ ਪ੍ਰੋਜੈਸਟੇਰੋਨ, ਇਸੇ ਕਰਕੇ ਇਹਦੀ ਜਿਹੜੇ ਯੂਟੇਰਸ ਲਾਈਨਿੰਗ ਡਿਵੈਲਪਮੈਂਟ ਹੋਈ, ਠੀਕ ਆ। ਤੇ ਇਹ ਸਭ ਤੁਹਾਨੂੰ ਇੱਥੇ ਸਮਝ ਆ ਗਿਆ ਹੋਊਗਾ। ਹੁਣ ਆਪਾਂ ਅੱਗੇ ਗੱਲ ਕਰਦੇ ਆਂਗੇ।
ਜਿਹੜੇ ਮੇਜਰ ਇਵੈਂਟਸ ਹੁੰਦੇ ਨੇ ਮੈਂਸਟਰਲ ਸਾਈਕਲ ਦੇ ਉਹ ਆਪਾਂ ਨੇ ਦੇਖ ਲਿਆ ਆਲਰੇਡੀ ਫਿਗਰ 2.9 ਦੇ ਵਿੱਚ। ਤੇ ਸਾਈਕਲ ਸਟਾਰਟਸ ਵਿਦ ਦ ਮੈਂਸਟਰਲ ਫੇਸ। ਸਾਈਕਲ ਦਾ ਫਸਟ ਫੇਸ ਹੁੰਦਾ ਹੈਗਾ ਮੈਂਸਟਰਲ ਫੇਸ, ਜਦੋਂ ਸਾਈਕਲ ਸਟਾਰਟ ਹੁੰਦਾ ਹੈਗਾ। ਤੇ ਆਲਸੋ ਉਦੋਂ ਕੀ ਹੈ ਕਿ ਮੈਂਸਟਰਲ ਫਲੋ ਹੁੰਦਾ ਹੈਗਾ, 3 ਤੋਂ 5 ਦਿਨ ਮੈਂਸਟਰਲ ਫਲੋ ਰਹਿੰਦਾ ਹੈਗਾ, ਠੀਕ ਆ। ਫਿਰ ਉਹ ਤੋਂ ਬਾਅਦ ਮੈਂਸਟਰਲ ਫਲੋ ਕਾਹਦੇ ਕਰਕੇ ਹੁੰਦਾ? ਮੈਂਸਟਰਲ ਫਲੋ ਹੁੰਦਾ ਹੈਗਾ ਐਂਡੋਮੀਟਰੀਅਲ ਲਾਈਨਿੰਗ ਦੀ ਬ੍ਰੇਕਡਾਊਨ ਕਰਕੇ। ਐਂਡੋਮੀਟਰੀਅਲ ਲਾਈਨਿੰਗ ਬ੍ਰੇਕਡਾਊਨ ਹੋ ਜਾਂਦੀ ਹੈਗੀ, ਯੂਟਰਸ ਦੀ ਉਹਦੇ ਬਲੱਡ ਵੈਸਲਸ ਜਿਹੜੀਆਂ ਉਹ ਬ੍ਰੇਕਡਾਊਨ ਹੋ ਜਾਂਦੀਆਂ ਨੇ। ਇਸੇ ਕਰਕੇ ਇਹ ਸਭ ਕੌਨਸਟੀਟਿਊਟ ਕਰਦਾ ਉਹ ਲਿਕੁਇਡ ਨੂੰ, ਜਿਹੜਾ ਕਿ ਲਿਕੁਇਡ ਵਜਾਈਨਾ ਦੇ ਥਰੂ ਬਾਹਰ ਆਉਂਦਾ ਹੈਗਾ ਡਿਊਰਿੰਗ ਦਾ ਮੈਂਸਸ, ਠੀਕ ਆ। ਤੇ ਮੈਂਸਟਰੂਏਸ਼ਨ ਜਿਹੜੀ ਹੈਗੀ ਸਿਰਫ ਓਨਲੀ ਉਦੋਂ ਹੀ ਹੁੰਦੀ ਆ, ਮੈਂਸਟਰੂਏਸ਼ਨ ਸਿਰਫ ਉਦੋਂ ਹੀ ਹੁੰਦੀ ਆ ਜਦੋਂ ਓਵਮ ਫਰਟੀਲਾਈਜ਼ ਨਾ ਹੋਇਆ ਹੋਵੇ, ਜਦੋਂ ਇੰਟਰਕੋਰਸ ਨਾ ਹੋਇਆ ਹੋਵੇ, ਠੀਕ ਹੈ। ਇੰਟਰਕੋਰਸ ਹੋ ਵੀ ਗਿਆ ਹੋਵੇ ਪਰ ਇੰਟਰਕੋਰਸ ਹੋਣ ਦੇ ਬਾਵਜੂਦ ਫਰਟੀਲਾਈਜੇਸ਼ਨ ਨਾ ਹੋਈ ਹੋਵੇ, ਸਿਰਫ ਉਦੋਂ ਹੀ ਮੈਂਸਟਰੂਏਸ਼ਨ ਹੋਊਗੀ, ਓਕੇ। ਜੇਕਰ ਮੈਂਸਟਰੂਏਸ਼ਨ ਨਹੀਂ ਹੋਈ ਤਾਂ ਲੈਕ ਆਫ ਮੈਂਸਟਰੂਏਸ਼ਨ ਜਿਹੜਾ ਹੈਗਾ ਉਹ ਕੀ ਆ? ਪ੍ਰੈਗਨੈਂਸੀ ਦਾ ਇੰਡੀਕੇਟਿਵ ਹੋ ਸਕਦਾ। ਤਾਂ ਅਗਰ ਕਿਸੇ ਨੇ ਸੈਕਸ਼ੂਅਲ ਕੁਆਟਸ ਕੀਤਾ ਹੋਵੇ ਤਾਂ ਹੋ ਸਕਦਾ ਕਿ ਮੈਂਸਟਰੂਏਸ਼ਨ ਉਹਨੂੰ ਤਾਂ ਨਾ ਹੋਈ ਹੋਵੇ ਕਿਉਂਕਿ ਉਹਨੇ ਕੁਆਟਸ ਕੀਤਾ ਹੋਵੇ ਤਾਂ ਉਹ ਪ੍ਰੈਗਨੈਂਟ ਹੋ ਗਈ ਹੋਵੇ। ਅਗਰ ਬਟ ਇੱਦਾਂ ਵੀ ਹੋ ਸਕਦਾ ਕਿ ਉਹਨੇ ਕੁਆਟਸ ਵੀ ਕੀਤਾ ਹੋਵੇ ਬਟ ਫਿਰ ਵੀ ਪ੍ਰੈਗਨੈਂਟ ਨਾ ਹੋਈ ਹੋਵੇ, ਫਿਰ ਵੀ ਉਹਦੇ ਵਿੱਚ ਉਦੋਂ ਹੋ ਵੀ ਸਕਦਾ, ਠੀਕ ਹੈ। ਜ਼ਰੂਰੀ ਨਹੀਂ ਹੈਗਾ ਕਿ ਹਰੇਕ ਕੁਆਟਸ ਜਿਹੜਾ ਹੈ ਉਹਦੇ ਨਾਲ ਫਰਟੀਲਾਈਜੇਸ਼ਨ ਹੋਵੇ ਹੀ ਹੋਵੇ, ਇਟ ਇਜ਼ ਨਾਟ ਨੈਸੈਸਰੀ, ਠੀਕ ਹੈ। ਬਟ ਕਈ ਵਾਰੀ ਕੀ ਆ ਬਿਨਾਂ ਕੁਆਟਸ ਤੋਂ ਵੀ ਕੀ ਹੈ ਜਿਹੜੇ ਮੈਂਸਸ ਆ ਉਹ ਨਹੀਂ ਵੀ ਆ ਸਕਦੇ। ਇਟ ਮੇ ਬੀ ਇੰਡੀਕੇਟਿਵ ਆਫ ਦ ਪੂਰ ਹੈਲਥ ਔਰ ਸਟ੍ਰੈਸ, ਠੀਕ ਹੈ। ਸਟ੍ਰੈਸ ਕਰਕੇ, ਪੂਰ ਹੈਲਥ ਕਰਕੇ, PCOS PCOD ਵਰਗੇ ਡਿਸੀਜ਼ਿਸ ਕਰਕੇ ਜਿਹੜਾ ਹੈਗਾ ਇਹ ਜਿਹੜੇ ਲੈਕ ਆਫ ਮੈਂਸਸ ਹੋ ਸਕਦਾ ਹੈਗਾ, ਠੀਕ ਆ। ਜਿਹੜਾ ਮੈਂਸਟਰੂਅਲ ਫੇਸ ਆ ਉਹ ਤੋਂ ਬਾਅਦ ਹੁੰਦਾ ਹੈਗਾ, ਉਹ ਮੈਂਸਟਰੂਅਲ ਫੇਸ ਤੋਂ ਬਾਅਦ ਹੁੰਦਾ ਹੈਗਾ ਫੋਲੀਕੂਲਰ ਫੇਸ, ਠੀਕ ਆ। ਇਸ ਫੇਸ ਦੇ ਵੇਲੇ ਪ੍ਰਾਇਮਰੀ ਫੋਲੀਕਲ ਜਿਹੜੇ ਆ ਗਰੋ ਕਰਦੇ ਆ ਤੇ ਫੁੱਲੀ ਮੈਚੁਰ ਗ੍ਰਾਫਿਕ ਫੋਲੀਕਲ ਬਣਾ ਲੈਂਦੇ ਆ ਸਾਰੇ ਸਟੈਪਸ ਫੋਲੋ ਕਰਕੇ, ਠੀਕ ਹੈ। ਤੇ ਸਾਈਮਲਟੇਨੀਅਸਲੀ ਨਾਲ ਦੀ ਨਾਲ ਜਿਹੜਾ ਐਂਡੋਮੀਟਰੀਅਮ ਆ ਯੂਟਰਸ ਦਾ ਉਹ ਰੀਜਨਰੇਟ ਹੁੰਦਾ ਪ੍ਰੋਲੀਫਰੇਸ਼ਨ ਦੇ ਥਰੂ, ਇਸੇ ਕਰਕੇ ਆਪਾਂ ਇਹਨੂੰ ਪ੍ਰੋਲੀਫਰੇਟਿਵ ਫੇਸ ਵੀ ਕਹਿੰਦੇ ਆ। ਇਹ ਚੇਂਜਸ ਜਿਹੜੇ ਆ ਓਵਰੀ ਦੇ ਵਿੱਚ ਤੇ ਯੂਟਰਸ ਦੀ ਲਾਈਨਿੰਗ ਦੇ ਵਿੱਚ ਇਹ ਸਾਰੇ ਸਾਈਮਲਟੇਨੀਅਸਲੀ ਹੁੰਦੇ ਆ, ਠੀਕ ਆ। ਤੇ ਇਹਨਾਂ ਨੂੰ ਇੰਡਿਊਸ ਕੌਣ ਕਰਦਾ? ਇਹਨਾਂ ਨੂੰ ਕਰਾਉਣ ਵਾਲਾ ਕੌਣ ਆ, ਠੀਕ ਹੈ? ਪਿਟਿਊਟਰੀ ਤੇ ਓਵੇਰੀਅਨ ਹਾਰਮੋਨ, ਠੀਕ ਹੈ। ਪਿਟਿਊਟਰੀ ਤੇ ਓਵੇਰੀਅਨ ਹਾਰਮੋਨਸ ਦੇ ਵਿੱਚ ਕੁਝ ਚੇਂਜਸ ਆਉਂਦੇ ਆ ਜਿਸ ਕਰਕੇ ਕੀ ਹੈ ਇਹ ਸਭ ਚੇਂਜਸ ਆਪਾਂ ਨੂੰ ਯੂਟਰਸ ਦੇ ਵਿੱਚ ਤੇ ਓਵਰੀ ਦੇ ਵਿੱਚ ਦੇਖਣ ਨੂੰ ਮਿਲਦੇ ਆ। ਲਾਈਕ ਕਿ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਜਿਹੜਾ ਰਿਲੀਜ਼ ਹੋਇਆ, ਇਸੇ ਕਰਕੇ ਇਹਦੀ ਡਿਵੈਲਪਮੈਂਟ ਸ਼ੁਰੂ ਹੋਈ। ਤੇ ਇਧਰ ਕੀ ਹੈ ਈਸਟਰੋਜਨ ਦਾ ਲੈਵਲ ਫਿਰ ਘਟ ਗਿਆ, ਠੀਕ ਹੈ। ਘੱਟ ਆ ਫਿਰ ਅਚਾਨਕ ਵੱਧ, ਮਤਲਬ ਸਭ ਕੁਝ ਜਿਹੜਾ ਹੈਗਾ ਇਹ ਸਾਰੇ ਹਾਰਮੋਨਸ ਹੀ ਰੈਗੂਲੇਟ ਕਰਦੇ ਹੋ, ਆਪਾਂ ਆਲਰੇਡੀ ਪੜ੍ਹ ਲਿਆ, ਰਾਈਟ। The secretion of gonadotropins LH and FSH increase gradually during the follicular phase, ਠੀਕ ਹੈ। ਹੌਲੀ ਹੌਲੀ ਕਰਕੇ LH ਤੇ FSH ਜਿਹੜੇ ਉਹਨਾਂ ਦਾ ਲੈਵਲ ਇੰਕਰੀਜ਼ ਕਰਦੇ ਕਿਉਂਕਿ ਈਸਟਰੋਜਨ ਦਾ ਲੈਵਲ ਇੰਕਰੀਜ਼ ਕਰਦੇ ਤੇ ਇੰਕਰੀਜ਼ਡ ਲੈਵਲ ਆਫ ਈਸਟਰੋਜਨ ਜਿਹੜਾ ਹੈਗਾ ਉਹ ਪੋਜ਼ਿਟਿਵ ਫੀਡਬੈਕ ਦੇਊਗਾ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਉਹ ਕੀ ਆ ਸਟਿਮੂਲੇਟ ਕਰਦੇ ਆ ਫੋਲੀਕੂਲਰ ਡਿਵੈਲਪਮੈਂਟ ਨੂੰ ਤੇ ਨਾਲ ਹੀ ਜਿਹੜਾ LH ਤੇ FSH ਆ ਫੋਲੀਕੂਲਰ ਡਿਵੈਲਪਮੈਂਟ ਨੂੰ ਸਟਿਮੂਲੇਟ ਕਰਨਗੇ ਤੇ ਫੋਲੀਕਲਸ ਕੀ ਆ ਉਹ ਈਸਟਰੋਜਨ ਨੂੰ ਸਿਕਰੀਟ ਕਰਨਗੇ। ਅਗਰ LH ਤੇ FSH ਫੋਲੀਕੂਲਰ ਡਿਵੈਲਪਮੈਂਟ ਨੂੰ ਫੋਲੀਕੂਲਰ ਡਿਵੈਲਪਮੈਂਟ ਨੂੰ ਇੰਡਿਊਸ ਕਰ ਦੇਗੀ, ਠੀਕ ਹੈ, ਜਾਂ ਸਟਿਮੂਲੇਟ ਕਰ ਦੇਗੀ ਤਾਂ ਫੋਲੀਕਲਸ ਕੀ ਕਰਨਗੇ ਈਸਟਰੋਜਨ ਨੂੰ ਸਿਕਰੀਟ ਕਰਨਗੇ। ਤਾਂ ਨਾਲ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ LH ਤੇ FSH ਜਿਹੜੇ ਆ ਸਿਕਰੀਸ਼ਨ ਆਫ ਈਸਟਰੋਜਨ ਨੂੰ ਵੀ ਸਟਿਮੂਲੇਟ ਕਰਨਗੇ, ਠੀਕ ਹੈ, ਕਿਉਂਕਿ ਇਨਡਾਇਰੈਕਟਲੀ ਉਹ ਕੀ ਆ ਹੋ ਹੀ ਰਿਹਾ, ਠੀਕ ਹੈ। LH ਤੇ FSH ਨੇ ਕੀ ਕੀਤਾ? ਸਟਿਮੂਲੇਟ ਕੀਤੀ ਫੋਲੀਕੂਲਰ ਡਿਵੈਲਪਮੈਂਟ, ਫਿਰ ਉਹ ਤੋਂ ਬਾਅਦ ਗਰੋਇੰਗ ਫੋਲੀਕਲਸ ਤੇ ਈਸਟਰੋਜਨ ਸਿਕਰੀਟ ਕੀਤਾ। ਦੋਨੋਂ LH ਤੇ FSH ਜਿਹੜੇ ਆ ਅਟੇਨ ਕਰ ਲੈਂਦੇ ਨੇ ਇੱਕ ਪੀਕ ਲੈਵਲ ਇਨ ਦ ਮਿਡਲ ਆਫ ਦ ਸਾਈਕਲ ਅਰਾਊਂਡ ਦ 40th ਡੇ। ਫਿਰ ਜਿਹੜੀ ਰੈਪਿਡ ਸਿਕਰੀਸ਼ਨ ਹੁੰਦੀ LH ਦੀ, ਠੀਕ ਹੈ, 40th ਡੇ ਮਤਲਬ ਮਿਡਲ ਆਫ ਦ ਸਾਈਕਲ ਦੇ ਵਿੱਚ ਅਚਾਨਕ ਕਾਫੀ ਜ਼ਿਆਦਾ LH ਜਿਹੜਾ ਸਿਕਰੀਟ ਹੁੰਦਾ ਹੈਗਾ ਤੇ ਆਪਦਾ ਮੈਕਸਿਮਮ ਲੈਵਲ ਅਟੇਨ ਕਰ ਲੈਂਦਾ ਹੈਗਾ ਡਿਊਰਿੰਗ ਦਾ ਮਿਡ ਆਫ ਦਾ ਸਾਈਕਲ ਤੇ ਉਹਨੂੰ ਆਪਾਂ ਕਹਿੰਦੇ ਹਾਂ LH ਸਰਜ, ਠੀਕ ਹੈ। ਤੇ LH ਸਰਜ ਜਿਹੜਾ ਹੈਗਾ ਉਹ ਕੀ ਹੈ ਗ੍ਰਾਫੀਅਨ ਫੋਲੀਕਲ ਨੂੰ ਰਪਚਰ ਕਰਾ ਦਿੰਦਾ, ਉਹਦੇ ਰਪਚਰ ਨੂੰ ਇੰਡਿਊਸ ਕਰਦਾ ਹੈਗਾ ਤੇ ਇਹਦੇ ਨਾਲ ਕੀ ਹੈ ਓਵਮ ਜਿਹੜਾ ਸੈਕੰਡਰੀ ਓਸਾਈਟ ਆ ਉਹ ਰਿਲੀਜ਼ ਹੋ ਜਾਂਦਾ ਤੇ ਇਸ ਪ੍ਰੋਸੈਸ ਤੋਂ ਆਪਾਂ ਕਹਿੰਦੇ ਓਵੂਲੇਸ਼ਨ, ਠੀਕ ਹੈ। ਫਿਰ ਜਿਹੜਾ ਓਵੂਲੇਸ਼ਨ ਆ ਤੇ ਓਵੂਲੇਸ਼ਨ ਆਪਾਂ ਓਵੂਲੇਟਰੀ ਫੇਸ ਕਹਿੰਦੇ ਆ। ਓਵੂਲੇਟਰੀ ਫੇਸ ਤੋਂ ਬਾਅਦ ਹੁੰਦਾ ਹੈਗਾ ਲਿਊਟੀਅਲ ਫੇਸ। ਲਿਊਟੀਅਲ ਫੇਸ ਦੇ ਵਿੱਚ ਜਿਹੜਾ ਰਿਮੇਨਿੰਗ ਪਾਰਟਸ ਹੁੰਦੇ ਆ ਗ੍ਰਾਫੀਅਨ ਫੋਲੀਕਲ ਦੀ ਉਹ ਕਾਰਪਸ ਲਿਊਟੀਅਮ ਦੇ ਵਿੱਚ ਕੀ ਹੋ ਜਾਂਦੇ ਨੇ ਟ੍ਰਾਂਸਫਾਰਮ ਹੋ ਜਾਂਦੇ ਨੇ ਤੇ ਜਿਹੜਾ ਕਾਰਪਸ ਲਿਊਟੀਅਮ ਹੈ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਪ੍ਰੋਜੈਸਟੇਰੋਨ ਸਿਕਰੀਟ ਕਰਦਾ ਤੇ ਪ੍ਰੋਜੈਸਟੇਰੋਨ ਕਾਫੀ ਜ਼ਿਆਦਾ ਐਸੈਂਸ਼ੀਅਲ ਹੈਗਾ ਫॉर द मेंटेनेंस ऑफ द एंडोमेट्रियम। एंडोमेट्रियम की मेंटेन करके रखने ਦੇ ਲਈ
ਕਾਰਪਸ ਲੀਥੀਅਮ ਦਾ ਬਹੁਤ ਵੱਡਾ ਹੱਥ ਹੈ, ਪ੍ਰੋਜੈਸਟੇਰੋਨ ਦਾ ਬਹੁਤ ਵੱਡਾ ਹੱਥ ਹੈ ਬੇਸਿਕਲੀ, ਠੀਕ ਹੈ। ਡਾਇਰੈਕਟਲੀ ਕਾਰਪਸ ਲੀਥੀਅਮ ਤੇ ਕਹਿ ਸਕਦੇ ਹਾਂ। ਸੱਚ ਐਂਡੋਮੀਟਰੀਅਮ ਇਜ਼ ਨੈਸੈਸਰੀ ਫॉर ਇੰਪਲਾਂਟੇਸ਼ਨ, ਤੇ ਇਹ ਐਂਡੋਮੀਟਰੀਅਮ ਨੂੰ ਮੇਨਟੇਨ ਕਰਕੇ ਰੱਖਣਾ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਓਵੂਲੇਸ਼ਨ ਹੋਈ ਆ ਤਾਂ ਉਦੋਂ ਕੀ ਹੋ ਸਕਦੀ ਹੈ, ਉਦੋਂ ਫਰਟੀਲਾਈਜੇਸ਼ਨ ਹੋ ਸਕਦੀ ਹੈ, ਅਰਾਊਂਡ ਦਾ ਜਿਹੜਾ ਦਾ ਸਾਈਕਲ ਉਦੋਂ ਫਰਟੀਲਾਈਜੇਸ਼ਨ ਹੋ ਸਕਦੀ ਹੈ। ਅਗਰ ਫਰਟੀਲਾਈਜੇਸ਼ਨ ਹੋਈ ਇਨ ਕੇਸ ਤਾਂ ਉਹਨੂੰ ਇੰਪਲਾਂਟ ਕਰਨ ਦੇ ਲਈ ਹਿਊਟਰਸ ਲਾਈਨਿੰਗ ਨੂੰ ਆਲਰੇਡੀ ਤਿਆਰ ਬਰ ਤਿਆਰ ਰਹਿਣਾ ਪੈਂਦਾ ਹੈਗਾ, ਠੀਕ ਹੈ। ਇਸੇ ਕਰਕੇ ਮੇਨਟੇਨ ਕਰਨਾ ਜ਼ਰੂਰੀ ਹੈਗਾ ਐਂਡੋਮੀਟਰੀਅਲ ਲਾਈਨਿੰਗ ਨੂੰ, ਹਿਊਟਰਲ ਲਾਈਨਿੰਗ ਨੂੰ ਡਿਊਰਿੰਗ ਦ ਲਿਊਟੀਅਲ ਫੇਸ, ਠੀਕ ਹੈ। ਫਿਰ ਇੱਦਾਂ ਦਾ ਐਂਡੋਮੀਟਰੀਅਮ ਕਿਉਂਕਿ ਇੰਪਲਾਂਟੇਸ਼ਨ ਲਈ ਕਾਫੀ ਜ਼ਿਆਦਾ ਜ਼ਰੂਰੀ ਆ ਫਰਟੀਲਾਈਜ਼ਡ ਓਵਮ ਦੀ ਇੰਪਲਾਂਟੇਸ਼ਨ ਦੇ ਲਈ, ਤੇ ਬਾਕੀ ਪ੍ਰੈਗਨੈਂਸੀ ਦੇ ਇਵੈਂਟਸ ਦੇ ਲਈ। ਡਿਊਰਿੰਗ ਪ੍ਰੈਗਨੈਂਸੀ ਆਲ ਇਵੈਂਟਸ ਆਫ ਦ ਮੈਂਸਟਰੁਅਲ ਸਾਈਕਲ ਸਟਾਪ, ਠੀਕ ਹੈ। ਪ੍ਰੈਗਨੈਂਸੀ ਦੇ ਦੌਰਾਨ ਸਾਰੇ ਮੈਂਸਟਰੁਅਲ ਸਾਈਕਲ ਦੇ ਇਵੈਂਟ ਸਟਾਪ ਹੋ ਜਾਂਦੇ, ਤੇ ਸਾਰੀ ਜਿੱਦ ਜਾਨ ਜਿਹੜੀ ਆ ਉਹਨੂੰ ਇੰਪਲਾਂਟ ਕਰਾਉਣ ਦੇ ਲਈ, ਫੀਟਸ ਨੂੰ ਗਰੋ ਕਰਾਉਣ ਦੇ ਲਈ, ਇਹ ਸਭ ਦੇ ਲਈ ਲੱਗ ਜਾਂਦੀ ਹੈ, ਠੀਕ ਹੈ। ਤੇ ਪ੍ਰੈਗਨੈਂਸੀ ਦੇ ਦੌਰਾਨ ਸਾਰੇ ਇਵੈਂਟ ਜਿਹੜੇ ਮੈਂਸਟਰੁਅਲ ਸਾਈਕਲ ਦੇ ਸਟਾਪ ਹੋ ਜਾਂਦੇ ਆ, ਤੇ ਕੋਈ ਵੀ ਮੈਂਸਟਰੂਏਸ਼ਨ ਉਦੋਂ ਨਹੀਂ ਹੁੰਦੀ ਹੈਗੀ। ਇਨ ਦ ਐਬਸੈਂਸ ਆਫ ਫਰਟੀਲਾਈਜੇਸ਼ਨ ਦੀ ਐਬਸੈਂਸ ਦੇ ਵਿੱਚ ਅਗਰ ਫਰਟੀਲਾਈਜੇਸ਼ਨ ਨਾ ਹੋਈ, ਠੀਕ ਹੈ, ਤਾਂ ਜਿਹੜਾ ਕਾਰਪਸ ਲੀਥੀਅਮ ਆ ਉਹ ਡੀਜਨਰੇਟ ਕਰ ਜਾਂਦਾ ਖੁਦ ਤੋਂ ਖੁਦ, ਠੀਕ ਹੈ। ਤੇ ਇਹਦੇ ਨਾਲ ਕੀ ਹੁੰਦੀ ਆ, ਐਂਡੋਮੀਟਰੀਅਮ ਦੀ ਡਿਸਇੰਟੀਗ੍ਰੇਸ਼ਨ ਹੋਈ ਹੈ, ਕਿਉਂਕਿ ਕਾਰਪਸ ਲੀਥੀਅਮ ਈਸਟਰਨ ਤੇ ਪ੍ਰੋਜੈਸਟੇਰੋਨ ਨੂੰ ਸਿਕ੍ਰੀਟ ਕਰਦਾ ਸੀ, ਹੁਣ ਈਸਟਰਨ ਤੇ ਪ੍ਰੋਜੈਸਟੇਰੋਨ ਨੂੰ ਸਿਕ੍ਰੀਟ ਕਰਨ ਵਾਲਾ ਕੋਈ ਰਿਹਾ ਨਹੀਂ, ਤੇ ਐਂਡੋਮੀਟਰੀਅਲ ਲਾਈਨਿੰਗ ਨੂੰ ਬਿਲਡਅਪ ਕਰਨ ਵਾਲਾ, ਪ੍ਰੋਲੀਫਰੇਟ ਕਰਨ ਵਾਲਾ, ਤੇ ਉਹਨੂੰ ਮੇਨਟੇਨ ਕਰਕੇ ਰੱਖਣ ਵਾਲਾ ਵੀ ਨਹੀਂ ਕੋਈ ਰਿਹਾ। ਇਸੇ ਕਰਕੇ ਜਿਹੜਾ ਹੈ ਉਹ ਐਂਡੋਮੀਟਰੀਅਲ ਲਾਈਨਿੰਗ ਕੀ ਹੋ ਗਈ, ਡਿਸਇੰਟੀਗ੍ਰੇਸ਼ਨ ਹੋ ਗਈ, ਠੀਕ ਹੈ। ਤੇ ਇਸੇ ਕਰਕੇ ਮੈਂਸਟਰੂਏਸ਼ਨ ਹੋ ਗਈ, ਤੇ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਇੱਕ ਨਵਾਂ ਸਾਈਕਲ ਸ਼ੁਰੂ ਹੋ ਗਿਆ। ਇਨ ਹਿਊਮਨ ਬੀਂਗਸ ਮੈਂਸਟਰੁਅਲ ਸਾਈਕਲ ਸੀਜ਼ਨਸ ਅਰਾਊਂਡ 50 ਇਅਰਸ ਆਫ ਏਜ, ਠੀਕ ਆ। ਹਿਊਮਨ ਬੀਂਗਸ ਦੇ ਵਿੱਚ 50 ਸਾਲ ਦੀ ਉਮਰ ਦੇ ਨੇੜੇ ਜਿਹੜਾ ਮੈਂਸਟਰੁਅਲ ਸਾਈਕਲ ਆ ਸੀਜ਼ ਹੋ ਜਾਂਦਾ, ਮਤਲਬ ਉਹਦੇ ਬਾਅਦ ਜਿਹੜਾ ਹੈ ਹਿਊਮਨ ਦੇ ਵਿੱਚ ਮੈਂਸਟਰੁਅਲ ਸਾਈਕਲ ਨਹੀਂ ਆਉਂਦਾ, ਠੀਕ ਹੈ, ਉਹਨੂੰ ਮੈਂਸਸ ਨਹੀਂ ਆਉਂਦੀ। ਦੈਟ ਇਜ਼ ਟਰਮਡ ਐਜ਼ ਦ ਮੀਨੋਪੌਜ਼, ਤੇ ਉਹਨੂੰ ਆਪਾਂ ਮੀਨੋਪੌਜ਼ ਕਹਿ ਰਹੇ ਹਾਂ। ਸਾਈਕਲਿਕ ਮੈਂਸਟਰੂਏਸ਼ਨ ਇਜ਼ ਐਨ ਇੰਡੀਕੇਟਰ ਆਫ ਨਾਰਮਲ ਰੀਪਰੋਡਕਟਿਵ ਫੇਜ਼, ਜਿਹੜਾ ਸਾਈਕਲਿਕ ਮੈਂਸਟਰੂਏਸ਼ਨ ਆ ਉਹ ਇੰਡੀਕੇਟਿਵ ਆ ਨਾਰਮਲ ਰੀਪਰੋਡਕਟਿਵ ਫੇਜ਼ ਦਾ, ਤੇ ਇਹ ਕੀ ਆ ਬਿਨਾਰਕ ਤੇ ਮੀਨੋਪੌਜ਼ ਦੇ ਵਿੱਚ ਐਕਸਟੈਂਡ ਕਰਦਾ ਵਾ, ਠੀਕ ਆ। Next is fertilization and implantation. During copulation, coitus semen is released by the penis into the vagina insemination, ठीक है। coitus ਵੇਲੇ ਜਦੋਂ copulation ਹੁੰਦੀ ਹੈ ਉਦੋਂ ਜਿਹੜਾ ਸੀਮਨ ਹੈ ਪੈਨਿਸ ਦੇ ਦੁਆਰਾ ਰਿਲੀਜ਼ ਹੁੰਦਾ ਹੈਗਾ ਵਜਾਈਨਾ ਦੇ ਵਿੱਚ, ਠੀਕ ਹੈ। ਤੇ ਉਸ ਪ੍ਰੋਸੈਸ ਨੂੰ ਆਪਾਂ ਇਨਸੈਮੀਨੇਸ਼ਨ ਕਹਿੰਦੇ ਆ, ਤੇ ਇਹ ਕੀ ਹੈ ਸੈਕੰਡ ਸਟੈਪ ਹੁੰਦਾ ਹੈਗਾ, ਠੀਕ ਆ। ਫਸਟ ਕੈਵਿਟੀ ਦਾ ਸੈਕੰਡ ਇਜ਼ ਇਨਸੈਮੀਨੇਸ਼ਨ। ਜਿਹੜੇ ਮੋਟਾਈਲ ਸਪਰਮਸ ਹੁੰਦੇ ਆ ਉਹ ਕੀ ਆ ਹੈਪੀਲੀ ਸਵਿਮ ਕਰਦੇ ਆ, ਸਰਵਿਕਸ ਦੇ ਪਾਸ ਕਰਕੇ ਯੂਟਰਸ ਦੇ ਵਿੱਚ ਐਂਟਰ ਕਰਦੇ, ਤੇ ਫਾਈਨਲੀ ਐਬੂਲਰੀ ਰੀਜਨ ਦੇ ਵਿੱਚ ਐਂਟਰ ਕਰ ਜਾਂਦੇ ਆ ਫੈਲੋਪੀਅਨ ਟਿਊਬ ਦੇ, ਜਿੱਥੇ ਕੀ ਆ ਫਰਟੀਲਾਈਜੇਸ਼ਨ ਐਕਚੁਅਲ ਦੇ ਵਿੱਚ ਟੇਕ ਪਲੇਸ ਕਰਦੀ ਹੈਗੀ, ਠੀਕ ਹੈ। ਤੇ ਥਰਡ ਸਟੈਪ ਹੀ ਇਜ਼ ਫਰਟੀਲਾਈਜੇਸ਼ਨ। ਜਿਹੜਾ ਓਵਮ ਆ ਜਿਹੜਾ ਕਿ ਓਵਰੀ ਦੁਆਰਾ ਰਿਲੀਜ਼ ਕੀਤਾ ਜਾਂਦਾ ਉਹ ਵੀ ਕਿ ਐਬੂਲਰ ਰੀਜਨ ਦੇ ਵਿੱਚ ਚਲ ਜਾਂਦਾ, ਤੇ ਉੱਥੇ ਕੀ ਫਰਟੀਲਾਈਜੇਸ਼ਨ ਹੁੰਦੀ ਆ। ਫਰਟੀਲਾਈਜੇਸ਼ਨ ਤਾਂ ਹੀ ਹੋ ਸਕਦੀ ਆ ਅਗਰ ਜਿਹੜਾ ਓਵਮ ਤੇ ਸਪਰਮ ਜਿਹੜੇ ਆ ਸਾਈਮਲਟੇਨੀਅਸਲੀ ਐਬੂਲਰ ਰੀਜਨ ਦੇ ਵਿੱਚ ਜਾਣ। ਅਗਰ ਓਵਮ ਐਬੂਲਰ ਰੀਜਨ ਪਾਸ ਕਰਕੇ ਅੱਗੇ ਜਾ ਰਿਹਾ ਹੋਵੇ ਤੇ ਸਪਰਮ ਫਿਰ ਐਬੂਲਰ ਰੀਜਨ ਦੇ ਵਿੱਚ ਆਵੇ ਤਾਂ ਵੀ ਕੋਈ ਉਹ ਨਹੀਂ ਬਣਦਾ। ਅਤੇ ਸਪਰਮ ਅਗਰ ਪਹਿਲਾਂ ਹੀ ਉੱਥੇ ਜਾ ਰਿਹਾ ਹੋਵੇ, ਉਹਦੀ ਉਡੀਕ ਕਰੀ ਜਾਵੇ ਓਵਮ ਦੀ, ਤੇ ਓਵਮ ਉੱਥੇ ਆਏ ਨਾ, ਠੀਕ ਹੈ। ਤੇ ਕਿਉਂਕਿ ਜਿਹੜਾ ਕੁਆਟਸ ਉਹ ਬਹੁਤ ਪਹਿਲਾਂ ਹੀ ਕਰ ਲਿਆ ਹੋਵੇ ਓਵੂਲੇਸ਼ਨ ਤੋਂ, ਠੀਕ ਹੈ, ਤਾਂ ਵੀ ਕੋਈ ਉਹ ਨਹੀਂ, ਠੀਕ ਹੈ, ਸਵਾਲ ਨਹੀਂ ਪੈਦਾ ਹੁੰਦਾ ਫਰਟੀਲਾਈਜੇਸ਼ਨ ਦਾ, ਠੀਕ ਹੈ। ਜਿਹੜਾ ਫਰਟੀਲਾਈਜੇਸ਼ਨ ਆ ਉਹ ਤਾਂ ਹੀ ਹੋ ਸਕਦੀ ਆ ਅਗਰ ਦੋਨੋਂ ਸਾਈਮਲਟੇਨੀਅਸਲੀ ਹੋਣ। ਦਿਸ ਇਜ਼ ਦ ਰੀਜ਼ਨ ਵਾਈ ਨੋਟ ਆਲ ਕੋਪੂਲੇਸ਼ਨ ਲੀਡ ਟੂ ਫਰਟੀਲਾਈਜੇਸ਼ਨ ਇਨ ਪ੍ਰੈਗਨੈਂਸੀ, ਠੀਕ ਹੈ। ਤੇ ਇਹੀ ਰੀਜ਼ਨ ਆ ਜਿਸ ਕਾਰਨ ਜਿਹੜਾ ਫਰਟੀਲਾਈਜੇਸ਼ਨ ਤੇ ਪ੍ਰੈਗਨੈਂਸੀ ਇਹੀ ਰੀਜ਼ਨ ਆ ਜਿਹਦੇ ਕਾਰਨ ਸਾਰੇ ਦੇ ਸਾਰੇ ਜਿਹੜੇ ਕੋਪੂਲੇਸ਼ਨ ਹੋਣ ਕਰਕੇ ਫਰਟੀਲਾਈਜੇਸ਼ਨ ਤੇ ਪ੍ਰੈਗਨੈਂਸੀ ਨਹੀਂ ਹੁੰਦੀ।